आग की चादर सब हालेलुया, हालेलुया। हाँ फिर तो एक बारी नारा मारिए ਜਦੋਂ ਅਸੀਂ ਜਾਗਨੇ ਆ ਤੇ ਸ਼ੈਤਾਨ ਡਰਦਾ ਆ ਆਮੇਨ। ਜਦੋਂ ਅਸੀਂ ਸੌਂ ਜਾਂਦੇ ਤੇ ਸ਼ੈਤਾਨ ਜਾਗਣ ਲੱਗ ਪੈਂਦਾ। ਅਜ਼ੀਜ਼ ਭੈਣੋ ਭਾਈਓ ਨਾਰਾ ਮਾਰੀਏ ਯਿਸੂ ਮਸੀਹ ਕੀ जय यीशु मसीह की जय। यीशु मसीह की जय। जो जिंदा आसमान पर है वो फिर आने वाला है। आमीन आमीन हालेलुया। प्रेज द प्रेज द लॉर्ड। लॉर्ड। बहुत बहुत शुक्रिया खुदावन यीशु मसीह की जय, ਸਾਡੇ ਬਜ਼ੁਰਗ ਬਾਪ ਦੀ ਜੈ, ਪਵਿੱਤਰ ਆਤਮਾ ਦੀ ਜੈ। ਹਾਲੇਲੂਇਆ ਹਾਲੇਲੂਇਆ। ਕਿਤੇ ਜਣੇ ਖੁਦਾਵੰਦ ਦੇ ਵਾਸਤੇ ਭੁੱਖੇ ਨੇ, ਅੱਜ ਹੋਰ ਜ਼ਿਆਦਾ ਭੁੱਖ ਲੱਗੀ ਹੈ ਕਿਉਂਕਿ ਪਾਸਟਰ ਜੀ ਨੇ ਬਹੁਤ ਖੂਬਸੂਰਤ ਕੋਰਸ ਦੇ ਨਾਲ ਸਾਨੂੰ ਸਾਰਿਆਂ ਨੂੰ ਤਿਆਰ ਕੀਤਾ। ਰੂਹੇ ਪਾਕ ਖੁਦਾਵੰਦ ਦਾ ਤੂੰ ਆ। ਤੋ ਦੁਨੀਆ ਦੇ ਵਿੱਚ ਬਹੁਤ ਭੁੱਖ ਲੱਗ ਚੁੱਕੀ ਹੈ, ਤੁਹਾਨੂੰ ਪਤਾ ਸਾਰਿਆਂ ਨੂੰ ਆਤਮਿਕ ਤੌਰ ਤੇ ਬਹੁਤ ਸਪਿਰਿਚੁਅਲੀ ਲੋਕ ਹੰਗਰੀ ਹੋ ਚੁੱਕੇ ਨੇ। ਸਿਸਟਰ ਮੀਨਾ ਨੇ ਮੈਨੂੰ ਕਿੰਨੀ ਵਾਰੀ ਕਿਹਾ ਕਿ ਸਿਸਟਰ ਪੈਮ ਤੁਸੀਂ ਜ਼ਰੂਰ ਚਰਚ ਵਿੱਚ ਆਓ ਔਰ ਖਾਸ ਤੌਰ ਤੇ ਪਵਿੱਤਰ ਆਤਮਾ ਦੀ ਦੇ ਬਾਰੇ 'ਚ ਸਾਨੂੰ ਦੱਸੋ, ਅਸੀਂ ਕਿਸ ਤਰ੍ਹਾਂ ਪਵਿੱਤਰ ਆਤਮਾ ਨੂੰ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜੇ ਭਰਪੂਰ ਤਰੀਕੇ ਦੇ ਨਾਲ ਉਹਨੂੰ ਜੀ ਸਕਦੇ ਹਾਂ। ਸੋ ਪਲੀਜ਼ ਆਪਣੇ ਦਿਲਾਂ ਦੀਆਂ ਸਾਰੇ ਰੰਜਿਸ਼ ਛੱਡ ਕੇ, ਆਪਣੇ ਖਿਆਲ ਸਾਰੇ ਪਿੱਛੇ ਸੁੱਟ ਕੇ ਅੱਜ ਉਹ ਆਪਾਂ ਗੱਲ ਕਰਾਂਗੇ ਜਿਹਦੇ ਨਾਲ ਤੁਸੀਂ ਦੇਖਦੇ ਹੋ ਕਿ ਖੁਦਾ ਦੇ ਖਾਦਮ ਨਾ ਕਿ ਸਿਰਫ ਉਹ ਆਪਣੇ ਨਾਮ ਦੀ ਖਾਤਰ, ਪਰ ਖੁਦਾ ਉਹਨਾਂ ਨੂੰ ਐਸੀ ਜਗ੍ਹਾ ਤੇ ਖੜੇ ਇਸਤੇਮਾਲ ਕਰ ਰਿਹਾ ਹੈ ਕਿਉਂਕਿ ਉਹ ਪਵਿੱਤਰ ਆਤਮਾ ਉਹਨਾਂ ਦੇ ਵਿੱਚ ਵਾਸ ਕਰਦਾ ਹੈ। ਆਮੀਨ ਹਾਲੇਲੂਇਆ। ਔਰ ਜਿਹੜੀ ਕਲੀਸਿਆ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਪਰਿਵਾਰ ਜਿਹੜਾ ਵੱਧਦਾ ਜਾ ਰਿਹਾ ਹੈ ਪਰਮੇਸ਼ਰ ਦਾ, ਉਹ ਉਸ ਵਜ੍ਹਾ ਦੇ ਨਾਲ ਕਿਉਂਕਿ ਪਵਿੱਤਰ ਆਤਮਾ ਉਹਨਾਂ ਨੂੰ ਚਲਾ ਰਿਹਾ ਹੈ। ਸੋ ਪਲੀਜ਼ ਮੇਰੀ ਰਿਕੁਐਸਟ ਹੈ ਜਿਤਨੇ ਵੀ ਵਿਊਅਰਸ ਗਲੋਰੀ ਟੀਵੀ ਦੇ ਜ਼ਰੀਏ ਵੀ ਇਸ ਪ੍ਰੋਗਰਾਮ ਨੂੰ ਦੇਖਣ, ਉਹ ਆਪਣੀ ਸਾਰੀਆਂ ਸੋਚਾਂ ਸਾਰੀਆਂ ਖਿਆਲਾਂ ਨੂੰ ਦੂਰ ਕਰਕੇ ਉਸ ਬਰਤਨ ਦੀ ਤਰ੍ਹਾਂ ਜਿਹੜਾ ਖਾਲੀ ਹੋਵੇ ਉਹਨੂੰ ਪਰਮੇਸ਼ਰ ਭਰ ਸਕੇ। ਹਾਲੇਲੂਇਆ ਹਾਲੇਲੂਇਆ। ਜੈਸੇ ਮੈਂ ਕਿਹਾ ਕਿ ਸੱਚਮੁੱਚ ਭੁੱਖ ਲੱਗੀ ਹੈ ਔਰ ਆਤਮਿਕ ਤੌਰ ਤੇ ਮੀਨਾ ਮੇਰੀ ਭੈਣ ਨੂੰ ਵੀ ਬਹੁਤ ਭੁੱਖ ਲੱਗੀ ਹੈ। ਹਾਲੇਲੂਇਆ। ਐਂਡ ਇਟਸ ਸੱਚ ਅ ਗੁੱਡ ਸਾਈਨ। ਇਹ ਸਾਈਨ ਸਾਨੂੰ ਕਦੋਂ ਮਿਲਦਾ ਹੈ? ਜਦੋਂ ਸਾਨੂੰ ਰੂਹਾਂ ਨੂੰ ਜਿੱਤਣ ਲਈ ਤੜਪ ਲੱਗ ਜਾਂਦੀ ਹੈ, ਜਦੋਂ ਸਾਡੀ ਜਿਹੜੀ ਚਮੜੀ ਆ ਉਹ ਕਹਿੰਦੀ ਬਸ ਬਸ ਬਹੁਤ ਹੋ ਗਿਆ, ਹੁਣ ਆਤਮਾ ਨਾਲ ਕੁਝ ਕਰਨਾ ਚਾਹੀਦਾ ਹੈ, ਹੁਣ ਪਵਿੱਤਰ ਆਤਮਾ ਤੂੰ ਹੀ ਕੁਝ ਕਰ। ਔਰ ਰਸੂਲਾਂ ਨੂੰ ਵੀ ਇਸੇ ਤਰ੍ਹਾਂ ਜਦੋਂ ਭੁੱਖ ਲੱਗੀ ਤੇ ਉਹ ਪਰਮੇਸ਼ਰ ਕੋਲ ਆਉਂਦੇ, ਲਾਰਡ ਜੀਸਸ ਕੋਲੋਂ ਸਿੱਖਦੇ। ਔਰ ਲਾਰਡ ਜੀਸਸ ਨੇ ਕਿਹਾ ਬਹੁਤ ਸਾਰੀਆਂ ਗੱਲਾਂ ਮੇਰੇ ਇੱਥੇ ਰਹਿੰਦੇ ਹੋਏ ਤੁਸੀਂ ਨਹੀਂ ਜਾਣ ਸਕੋਗੇ, ਲੇਕਿਨ ਜਦੋਂ ਮੈਂ ਚਲਾ ਜਾਵਾਂਗਾ ਪਵਿੱਤਰ ਆਤਮਾ ਮਦਦਗਾਰ ਭੇਜਾਂਗਾ ਜੋ ਤੁਹਾਡੀ ਮਦਦ ਕਰੇਗਾ। ਅਜ਼ੀਜ਼ੋ, ਅਸੀਂ ਸਮਝਦੇ ਹਾਂ ਕਿ ਸਿਰਫ ਨਿਊ ਟੈਸਟਮੈਂਟ ਦੇ ਵਿੱਚ ਹੀ ਪ੍ਰਭੂ ਯਿਸੂ ਨੇ ਦਿਲਾਸਾ ਦਿੱਤਾ ਆਪਣੇ ਰਸੂਲਾਂ ਨੂੰ, 12 ਰਸੂਲਾਂ ਨੂੰ, ਜਾਂ ਸ਼ਾਇਦ ਹੋਰ ਜਿਹੜੇ ਗੂੜੇ ਪ੍ਰਭੂ ਨਾਲ ਚੱਲਣਾ ਚਾਹੁੰਦੇ ਸੀ ਕਿ ਤੁਹਾਨੂੰ ਇੱਕ ਦਿਨ ਉਹ ਵਰਦਾਨ ਮਿਲੇਗਾ, ਪਵਿੱਤਰ ਆਤਮਾ ਮਿਲੇਗਾ, ਉਹ ਤੋਹਫਾ, ਉਹ ਮਦਦਗਾਰ, ਉਹ ਟੀਚਰ, ਉਹ ਪੈਰਾਕਲਿਟ, ਤੁਹਾਨੂੰ ਪਾਕ ਰੂ ਮਿਲੇਗਾ ਜਿਹੜਾ ਤੁਹਾਡਾ ਸਹਾਇਕ ਹੋਗਾ, ਜਿਹੜਾ ਤੁਹਾਨੂੰ ਚੱਲਣ ਦੇ ਵਿੱਚ, ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਵਿੱਚ, ਕਾਮਿਲ ਬਣਨ ਦੇ ਵਿੱਚ, ਪਵਿੱਤਰ ਬਣਨ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਮੁਕੰਮਲ ਤੌਰ ਤੇ ਯਾਨੀ ਕਿ ਪੂਰਾ ਕਰ ਦੇਗਾ। ਹਾਲੇਲੂਇਆ ਆਮੀਨ ਆਮੀਨ। ਸੋ ਅਸੀਂ ਜਦੋਂ ਰਿਸਰਚ ਕੀਤੀ, ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਇਹ ਜਾਣ ਕੇ ਕਿ ਯਰੂਸ਼ਲਮ ਦੇ ਇੱਕ ਰਬੀ ਨੇ ਇੱਕ ਖੁਦਾ ਦੇ ਖਾਦਮ ਨੂੰ ਕਿਹਾ ਕਿ ਸਮਝਦੇ ਹਾਂ ਕਿ ਤੁਸੀਂ ਜਿਹੜੇ ਨਏ ਸਿਰੇ ਤੋਂ ਪੈਦਾ ਹੋਏ ਹੋ ਜਾਂ ਯਿਸੂਆ ਹਮਸ਼ੀਆ ਨੂੰ ਮੰਨਦੇ ਹੋ, ਉਹੀ ਗੈਰ ਜ਼ੁਬਾਨਾਂ ਬੋਲਦੇ ਨੇ? ਨਹੀਂ, ਓਲਡ ਟੈਸਟਮੈਂਟ ਦੇ ਵਿੱਚ ਇੱਕ ਦਿਨ ਕਦੀ ਮੌਕਾ ਮਿਲੇਗਾ ਤੁਹਾਨੂੰ ਦੱਸਾਂਗੇ ਕਿ ਜਿਹੜਾ ਹਾਈ ਪ੍ਰੀਸਟ ਹੁੰਦਾ ਸੀਗਾ, ਹੋਲੀ ਆਫ ਹੋਲੀਸ ਵਿੱਚ ਜਾਂਦਾ ਸੀਗਾ। ਹੁਣ ਜਿੱਦਾਂ ਆਪਾਂ ਇਸ ਜਗ੍ਹਾ ਵਿੱਚ ਆਏ ਹਾਂ, ਕਾਰ ਪਾਰਕ ਦੇ, ਅਗਰ ਕਾਰ ਦੇ ਜ਼ਰੀਏ ਆਈਆਂ, ਅਸੀਂ ਗੱਡੀ ਪਾਰਕ ਕੀਤੀ ਜਾਂ ਬੱਸ ਤੇ ਜਿਸ ਤਰੀਕੇ ਨਾਲ ਵੀ ਪਹੁੰਚੇ ਹਾਂ, ਉਸ ਤੋਂ ਅੱਗੇ ਸਾਨੂੰ ਥੋੜਾ ਚੱਲਣਾ ਪਿਆ, ਇੱਕ ਦਰਵਾਜ਼ੇ ਦੇ ਵਿੱਚ ਲੰਘਣਾ ਪਿਆ, ਲਿਫਟ ਲੈ ਕੇ ਉੱਪਰ ਆਉਣਾ ਪਿਆ, ਫਿਰ ਇੱਕ ਦਰਵਾਜ਼ਾ ਅੱਗੇ ਆਇਆ, ਫਿਰ ਅਸੀਂ ਅੱਗੇ ਆਏ, ਇੱਥੇ ਬੈਠੇ ਤਾਂ ਹੌਲੀ ਮਤਲਬ ਜਿਹੜੇ ਖੁਦਾ ਦੀ ਖਿਦਮਤ ਕਰਦੇ ਨੇ ਉਹਨਾਂ ਨੂੰ ਇਸ ਜਗ੍ਹਾ ਤੇ ਬਿਠਾਇਆ। ਇਸੇ ਤਰ੍ਹਾਂ ਪਵਿੱਤਰ ਆਤਮਾ ਨੂੰ ਜਦੋਂ ਅਸੀਂ ਪਾਉਣਾ ਹੈ ਤਾਂ ਸਾਡੇ ਅੱਗੇ ਦਰਵਾਜ਼ੇ ਖੁੱਲ੍ਹਣੇ ਚਾਹੀਦੇ ਨੇ। ਹਾਲੇਲੂਇਆ ਹਾਲੇਲੂਇਆ। ਰਸਤੇ ਬਣਨੇ ਚਾਹੀਦੇ ਨੇ ਕਿ ਅਸੀਂ ਉਸ ਜਗ੍ਹਾ ਤੇ ਬੈਠ ਸਕੀਏ, ਉਸ ਜਗ੍ਹਾ ਤੇ ਖੜੇ ਹੋ ਸਕੀਏ ਜਿਹੜੀ ਮਿਸਟਰੀਜ਼ ਖੁਦਾ ਦੇ ਕਲਾਮ 'ਚ ਲਿਖਿਆ ਭੇਦ ਦੀਆਂ ਗੱਲਾਂ ਰਸੂਲਾਂ ਨਾਲ ਪ੍ਰਭੂ ਜੀ ਨੇ ਕੀਤੀਆਂ ਸੀ, ਤਾਂ ਕਿ ਤੁਸੀਂ ਉਸ ਜਗ੍ਹਾ, ਉਸ ਕਲੀਸਿਆ, ਉਸ ਮੈਂਟਰ, ਉਸ ਚਰਚ ਦੇ ਵਿੱਚ ਹੋਵੋ ਜਿੱਥੇ ਤੁਸੀਂ ਉਹ ਭੇਦ ਦੀਆਂ ਗੱਲਾਂ ਨੂੰ ਜਾਣ ਸਕੋ। ਜਦੋਂ ਇੱਥੋਂ ਜਾਓ ਤਾਂ ਉਹਨਾਂ 12 ਰਸੂਲਾਂ ਦੀ ਤਰ੍ਹਾਂ ਬਦਲ ਕੇ ਜਾਓ ਤਾਂ ਕਿ ਪਵਿੱਤਰ ਆਤਮਾ ਦੇ ਫਲ ਅਸੀਂ ਜ਼ਾਹਿਰ ਕਰ ਸਕੀਏ। ਕਿਉਂਕਿ ਖੁਦਾ ਦਾ ਰੂਹ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਬਹੁਤ ਸਾਰੇ ਲੋਕ ਰੂਹ ਨਾਲ ਮਾਮੂਰ ਤੇ ਹੋ ਜਾਂਦੇ ਨੇ ਲੇਕਿਨ ਉਹਨੂੰ ਮੇਨਟੇਨ ਨਹੀਂ ਕਰ ਪਾਉਂਦੇ। ਉਹ ਇਹਦੇ ਵਿੱਚ ਫਰਕ ਨਹੀਂ ਦੇਖ ਸਕਦੇ ਕਿ ਉਹ ਆਪਣੀ ਸਿਰਫ ਸਰੀਰਕ ਤਰੀਕੇ ਦੇ ਨਾਲ, ਪਲੀਜ਼ ਮੈਂ ਰਿਕੁਐਸਟ ਕਰੂੰਗੀ 2 ਮਿੰਟ, ਅਗਰ ਸਰੀਰਕ ਤਰੀਕੇ ਦੇ ਨਾਲ ਉਹ ਆਪਣੀ ਜਿਹੜੀ ਦੌੜ ਰਹੇ ਨੇ ਜਾਂ ਫਿਰ ਸੰਤ ਪੌਲ ਦੀ ਤਰ੍ਹਾਂ ਆਪਣੇ ਆਪ ਨੂੰ ਪਿੱਛੇ ਛੱਡਦੇ ਹੋਏ, ਤਮਾਮ ਦੁਨੀਆ ਦੀਆਂ ਚੀਜ਼ਾਂ ਨੂੰ ਕੂੜਾ ਸਮਝਦੇ ਹੋਏ ਕਿ ਉਹ ਯਿਸੂ ਦੀ ਉਹ ਅੱਗ ਲੱਗੀ ਜਿਹੜੀ ਅੰਦਰ ਹੈ ਉਹਦੇ ਨਾਲ ਨੱਠਦੇ ਜਾਂਦੇ ਨੇ,
ਅਸੀਂ ਇਦਾਂ ਦੇ ਰਸੂਲ ਬਣ ਸਕਦੇ ਹਾਂ। ਅਸੀਂ ਉਹੀ ਤਾਲੀਮ, ਕਿਉਂਕਿ ਬਦਲੀ ਨਹੀਂ ਖੁਦਾ ਦਾ ਕਲਾਮ, ਕੱਲ ਅੱਜ ਔਰ ਹਮੇਸ਼ਾ ਤੱਕ ਇੱਕੋ ਜਿਹਾ ਹੈ। ਸੋ ਦੱਸਣਾ ਚਾਹੁੰਦੀ ਕਿ ਜਦੋਂ ਹੋਲੀ ਆਫ ਹੋਲੀਜ਼ ਯਾਨੀ ਕਿ ਉਹ ਪਾਕ ਜਗ੍ਹਾ ਦੇ ਵਿੱਚ ਹਾਈ ਪ੍ਰੀਸਟ ਜਾਂਦਾ ਸੀ ਸਾਲ ਵਿੱਚ ਇੱਕ ਵਾਰੀ ਯਰੂਸ਼ਲਮ ਦੇ ਵਿੱਚ, ਉਹਨਾਂ ਦੀ ਵਾਰੀ ਲੱਗਦੀ ਸੀ, ਤੇ ਉਹ ਰੱਬੇ ਨੇ ਦੱਸਿਆ ਕਿ ਤੁਹਾਨੂੰ ਹੈਰਾਨਗੀ ਹੋਵੇਗੀ ਕਿ ਜਦੋਂ ਖੁਦਾ ਦੀ ਉਸ ਹਜ਼ੂਰੀ, ਪਵਿੱਤਰ ਹਜ਼ੂਰੀ 'ਚ ਪਹੁੰਚ ਜਾਂਦਾ ਸੀ ਤੇ ਉਹ ਗੈਰ ਜ਼ੁਬਾਨਾਂ ਬੋਲਦਾ ਸੀ। ਹਾਲੇਲੂਇਆ। ਔਰ ਗੈਰ ਜ਼ੁਬਾਨਾਂ ਦਾ ਤੁਸੀਂ ਔਰ ਮੈਂ ਕੀ ਮਤਲਬ ਸਮਝਦੇ ਹਾਂ? ਜਦੋਂ ਆਪਾਂ ਕਿਸੇ ਨੂੰ ਅਦਰ ਟੰਗਸ ਬੋਲਦੇ ਦੇਖਦੇ ਹਾਂ ਜਾਂ ਅਸੀਂ ਨਹੀਂ ਵੀ ਬੋਲਦੇ ਦੇਖਦੇ, ਅਸੀਂ ਸੋਚਦੇ ਹਾਂ ਪਤਾ ਨਹੀਂ ਕਿਹੜੀ ਭਾਸ਼ਾ ਬੋਲਦੇ ਨੇ। ਇਹ ਦੁਆ ਦੀ ਭਾਸ਼ਾ ਹੈ। ਇਹ ਪ੍ਰੇਅਰ ਜਿਹੜੀ ਹੈਗੀ ਆ ਪਾਕ ਰੂਹ ਗੈਰ ਜ਼ੁਬਾਨਾਂ 'ਚ ਕਰਨਾ, ਇਹ ਪ੍ਰਾਰਥਨਾ ਹੈ ਸਾਡੀ ਪਰਮੇਸ਼ਵਰ ਦੇ ਨਾਲ ਡਾਇਰੈਕਟ ਸਾਡੀ ਪ੍ਰਾਰਥਨਾ। ਇਟਸ ਨਾਟ ਜਸਟ ਕਿ ਕਿਸੇ ਨੂੰ ਦਿਖਾਉਣ ਲਈ ਵੀ ਮੈਂ ਗੈਰ ਜ਼ੁਬਾਨ ਬੋਲਦਾ, ਨਹੀਂ, ਇਹ ਸਾਨੂੰ ਪ੍ਰਾਰਥਨਾ ਕਰਨ ਵਾਸਤੇ ਇਹ ਲੈਂਗੁਏਜ ਦਿੱਤੀ ਗਈ ਹੈ। ਔਰ ਇਹ ਖਾਸ ਭਾਸ਼ਾ ਹੈ ਜੇ ਆਮ ਨਹੀਂ ਕਿਸੇ ਨੂੰ ਦਿੱਤੀ ਜਾਂਦੀ, ਕਿਉਂਕਿ ਖੁਦਾ ਜਿਹੜਾ ਉਹ ਪਵਿੱਤਰ ਹੈ ਉਹਦੇ ਵਿੱਚ ਆ ਕੇ ਵਾਸ ਕਰਦਾ ਹੈ। ਸੋ ਅਸੀਂ 3-4 ਗੱਲਾਂ ਨੂੰ ਦੇਖਾਂਗੇ ਔਰ ਕਲਾਮ ਦੇ ਹਵਾਲੇ ਤੋਂ ਬਗੈਰ ਅਸੀਂ ਨਹੀਂ ਕਿਸੇ ਨੂੰ ਕਨਵਿੰਸ ਕਰ ਸਕਦੇ, ਕਿਸੇ ਨੂੰ ਪ੍ਰੂਵ ਨਹੀਂ ਕਰ ਸਕਦੇ। ਮੈਂ 100 ਵਾਰੀ ਗੈਰ ਜ਼ੁਬਾਨਾਂ ਬੋਲਾਂ, ਮੈਂ ਜਦ ਤੱਕ ਉਹਦਾ ਤਰਜਮਾ ਨਹੀਂ ਕੋਈ ਕਰੂਗਾ ਮੇਰਾ ਬੋਲਣਾ ਬੇਕਾਰ ਹੈ, ਠੀਕ ਹੈ। ਔਰ ਮੈਂ ਬੇਸ਼ੱਕ ਕਿੰਨੀ ਉੱਚੀ ਉੱਚੀ ਦੁਆ ਕਰਾਂ, ਮੈਂ ਰੌਲਾ ਪਾਵਾਂ, ਇਹਦਾ ਮਤਲਬ ਇਹ ਨਹੀਂ ਕਿ ਪਵਿੱਤਰ ਆਤਮਾ ਮੇਰੇ ਨਾਲ ਹੈ। ਸੋ ਅੱਜ ਅਸੀਂ ਥੋੜੀ ਜਿਹੀ ਐਵੀਡੈਂਸ ਦੇਖਾਂਗੇ ਕਿ ਜਿੱਥੇ ਪਵਿੱਤਰ ਆਤਮਾ ਕੰਮ ਕਰਦਾ ਹੈ ਔਰ ਕਿਸ ਤਰ੍ਹਾਂ ਜ਼ਿੰਦਗੀਆਂ ਨੂੰ ਬਦਲ ਦਿੰਦਾ ਹੈ। ਹਾਲੇਲੂਇਆ। ਸਰਫਰਾਜ਼ ਨੇ ਬਹੁਤ ਅੱਛੀ ਇੱਕ ਬਾਈਬਲ ਸਟੱਡੀ ਕੀਤੀ ਸੀ ਪਾਕ ਰੂਹ ਤੇ, ਤੁਸੀਂ ਦੇਖਿਆ ਹੋਏਗਾ ਗਲੋਰੀ ਟੀਵੀ ਤੇ। ਤੇ ਅੱਜ ਅਸੀਂ ਥੋੜੇ ਜਿਹੇ ਜਿਹੜੇ ਲੈਸਨ ਸਬਕ ਸਿੱਖ ਸਕਨੇ ਆ ਉਹਨਾਂ ਦੇ ਤਜਰਬਿਆਂ ਤੋਂ, ਜੋ ਆਲਰੇਡੀ ਖੁਦਾ ਦੇ ਰੂਹ ਦੇ ਨਾਲ ਮਾਮੂਰ ਨੇ ਔਰ ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਫਲ ਦੇਖ ਰਹੇ ਹੋ, ਪਵਿੱਤਰ ਆਤਮਾ ਵਾਲੇ ਫਲ ਦੇਖ ਰਹੇ ਹੋ। ਪਾਸਟਰ ਜੀ ਨੇ ਬਹੁਤ ਅੱਛਾ ਅੱਜ ਰਿਮਾਈਂਡਰ ਸਾਨੂੰ ਸਾਰਿਆਂ ਨੂੰ ਦਿੱਤਾ। ਅਸੀਂ ਉਹ ਕਲੀਸਿਆ ਨਹੀਂ ਬਣਨਾ ਜਿਹਦੇ ਵਿੱਚ ਕੋਈ ਬੰਦਾ 2-4 ਦਿਨ ਆ ਕੇ ਪਵੇ ਕਵੇ ਦਿਨਾਂ ਤੋਂ ਬਿਹਤਰ ਮੈਂ ਘਰ ਹੀ ਚੰਗਾ ਹਾਂ। ਨਹੀਂ, ਅਸੀਂ ਪਵਿੱਤਰ ਰੂਹ ਨਾਲ, ਪਵਿੱਤਰ ਰੂਹ ਦੇ ਫਲਾਂ ਦੇ ਨਾਲ ਮਾਮੂਰ ਹੋਣਾ ਹੈ। ਸੋ ਜਦੋਂ ਗੈਰ ਜ਼ੁਬਾਨਾਂ ਉਹ ਰਬਾਈ ਦੱਸਦਾ ਹੈ ਕਿ ਹੋਲੀ ਆਫ ਹੋਲੀਜ਼ ਦੇ ਵਿੱਚ ਜਾ ਕੇ ਬੋਲਦਾ ਸੀ, ਇਹਦਾ ਮਤਲਬ ਤੁਸੀਂ ਜਦੋਂ ਲੰਘ ਕੇ ਉੱਪਰ ਆਏ ਆ ਤਾਂ ਹੁਣ ਤੁਸੀਂ ਘਰ ਖੁਦਾ ਦੇ ਵਿੱਚ ਆ ਗਏ, ਖੁਦਾ ਦੇ ਘਰ ਵਿੱਚ ਆ ਗਏ ਆ। ਇਹ ਆਪਣੇ ਆਪ ਨੂੰ ਕਹਿੰਦੇ ਹੋਏ ਕਿ ਖੁਦਾ ਮੈਨੂੰ ਐਸੀ ਭਾਸ਼ਾ ਦੇ, ਮੈਨੂੰ ਐਸਾ ਸ਼ਖਸ ਬਣਾ ਕਿ ਮੈਂ ਤੇਰੇ ਕਰੀਬ ਆ ਜਾਵਾਂ, ਤਾਂ ਕਿ ਮੈਂ ਨਵਾਂ ਨਰੋਇਆ ਬਣ ਜਾਵਾਂ। ਤਾਂ ਬਹੁਤ ਸਾਰੇ ਸਬਕ ਸਾਨੂੰ ਸਿੱਖਣ ਦੀ ਜ਼ਰੂਰਤ ਹੈ। ਮੈਂ ਥੋੜਾ ਜਿਹਾ ਇਸ ਲਈ ਚਾਹੁੰਦੀ ਸੀ ਖੁਦਾ ਦੇ ਖਾਦਮ ਸਾਡੇ ਨਾਲ ਬੈਠਣ, ਖਾਸ ਤੌਰ ਤੇ ਜਿਹੜੇ ਕਪਲਸ ਮਿਨਿਸਟਰੀ ਨੂੰ ਕਰਦੇ ਨੇ, ਜੋੜਾ ਜਿਹੜਾ ਮਿਨਿਸਟਰੀ ਦੇ ਵਿੱਚ ਆਉਂਦਾ ਹੈ। ਅੱਜ ਪਵਿੱਤਰ ਆਤਮਾ ਕਿਸ ਤਰ੍ਹਾਂ ਸਾਡੇ ਨਾਲ ਵਚਨ ਕਰੇਗਾ ਔਰ ਇਸ ਚੀਜ਼ ਤੋਂ ਸਿੱਖਾਂਗੇ। ਮੈਂ ਸਰਫਰਾਜ਼ ਨੂੰ ਜ਼ਰਾ ਫਿਊ ਮਿੰਟਸ ਵਿੱਚ ਕਹਾਂਗੀ ਕਿ ਕੀ ਤੁਹਾਨੂੰ ਪਵਿੱਤਰ ਆਤਮਾ ਦਾ ਤਜਰਬਾ ਹੋਇਆ ਹੈ? ਅਗਰ ਹੋਇਆ ਹੈ ਤੇ ਕੀ ਸਾਈਨ ਤੁਸੀਂ ਦੱਸ ਸਕਦੇ ਹੋ ਤੁਹਾਡੇ ਨਾਲ ਹੋਇਆ ਸੀ? ਭੈਣ, ਸਭ ਤੋਂ ਪਹਿਲੇ ਤੇ ਖੁਦਾ ਦੇ ਘਰ 'ਚ ਜਾਣਾ ਬਹੁਤ ਜ਼ਰੂਰੀ ਹੈ। ਔਰ ਅਸੀਂ ਅਜ਼ੀਜ਼ ਭੈਣੋ ਭਾਈਓ ਰੈਗੂਲਰ ਚਰਚ ਜਾਂਦੇ ਸੀ ਔਰ ਇੱਕ ਐਸਾ ਚਰਚ ਲੱਭਣਾ ਚਾਹੀਦਾ ਹੈ ਜਿੱਥੇ ਪਵਿੱਤਰ ਆਤਮਾ ਦਾ ਕੰਮ ਹੋ ਰਿਹਾ ਹੋਏ। ਸਭ ਤੋਂ ਪਹਿਲੇ ਇਹ ਜ਼ਰੂਰੀ ਹੈ ਕਿ ਉਸ ਚਰਚ 'ਚ ਜਾਣਾ ਚਾਹੀਦਾ, ਉਹ ਪਤਾ ਹੋਣਾ ਚਾਹੀਦਾ ਕਿ ਇੱਥੇ ਪਰਮੇਸ਼ਵਰ ਦਾ ਕੰਮ ਹੈ ਔਰ ਪਰਮੇਸ਼ਵਰ ਦੇ ਜਿਹੜੇ ਕੰਮ ਨੇ ਉਹ ਫਰੂਟ ਦੇ ਜ਼ਰੀਏ, ਫਲਾਂ ਦੇ ਜ਼ਰੀਏ ਉਹ ਨਜ਼ਰ ਆਉਂਦੇ ਨੇ। ਔਰ ਇਹ ਚਰਚ ਤੋਂ ਹੀ ਪਤਾ ਲੱਗਦਾ, ਉਹ ਤੇ ਜਿਹੜੇ ਲੋਕੀ ਆਉਂਦੇ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਇਹ ਲੋਕੀ ਭਰੇ ਹੋਏ ਨੇ ਖੁਦਾ ਦੇ ਪਵਿੱਤਰ ਆਤਮਾ ਨਾਲ ਮਾਮੂਰ ਨੇ। ਔਰ ਇਹਨਾਂ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਵਿੱਤਰ ਆਤਮਾ ਨਾਲ, ਇਹ ਪਵਿੱਤਰ ਆਤਮਾ ਇਹਨਾਂ ਕੋਲ ਕੰਮ ਲੈਂਦਾ ਹੈ। ਠੀਕ ਹੈ। ਅਸੀਂ ਵੀ ਇਸ ਇੱਕ ਚਰਚ 'ਚ ਪਰਮਜੀਤ ਜਾਂਦੇ ਸੀ ਔਰ ਉਹ ਖੁਦਾ ਦੇ ਐਡੇ ਅੱਛੇ ਲੋਕ ਸਨ ਕਿ ਉਹ ਪਵਿੱਤਰ ਆਤਮਾ ਦੇ ਇਹਨਾਂ ਫਲਾਂ ਨੂੰ ਉਹ ਇਹਨਾਂ ਨੂੰ ਲੈਂਦੇ ਸਨ, ਉਹਨਾਂ ਦੇ ਵਿੱਚ ਹੈ ਸਨ। ਔਰ ਜਿਹੜਾ ਵੀ ਚਰਚ ਜਾਂਦਾ ਸੀ ਫੀਲ ਕਰਦਾ ਸੀ ਉੱਥੇ ਕਿ ਪਵਿੱਤਰ ਆਤਮਾ ਉਹਨਾਂ ਨੂੰ ਟੱਚ ਕੀਤਾ, ਉਹਨਾਂ ਨੂੰ ਛੂਹਿਆ, ਉਹਨਾਂ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਠੀਕ ਹੈ ਨਾ, ਉਹਦਾ ਮਹਿਸੂਸ ਕਰਨਾ। ਉਹ ਤੁਸੀਂ ਪਤਾ ਲੱਗ ਜਾਂਦਾ ਚਰਚ 'ਚ ਐਂਟਰੀ 'ਚ। ਖੁਦਾ ਦੇ ਐਡੇ ਐਡੇ ਖਾਦਮ ਨੇ ਕਿ ਜਦੋਂ ਉਹ ਪ੍ਰੀਚ ਕਰਦੇ, ਜਦੋਂ ਉਹਨਾਂ ਦੇ ਕਦਮ ਰੱਖਦੇ, ਜਿਸ ਤਰ੍ਹਾਂ ਖੁਦਾਵੰਦ ਦੇ ਖਾਦਮ ਇੱਥੇ ਵੀ ਹੈ ਮੌਜੂਦ ਨੇ, ਜਦੋਂ ਤੁਸੀਂ ਚਰਚ ਐਂਟਰ ਹੋ ਤਾਂ ਪਤਾ ਲੱਗੇ ਵੀ ਹਾਂ ਇੱਥੇ ਪਵਿੱਤਰ ਆਤਮਾ ਦਾ ਪਹਿਰਾ ਹੈ। ਠੀਕ ਹੈ ਨਾ। ਅਸੀਂ ਇਸ ਪਰਮਜੀਤ ਇੱਕ ਚਰਚ ਜਾਂਦੇ ਸੀ, ਉੱਥੇ ਜਦੋਂ ਅਸੀਂ ਗਏ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਹੋਇਆ। ਬਪਤਿਸਮਾ ਦਾ ਮਤਲਬ ਵੀ ਤੁਹਾਨੂੰ ਪਵਿੱਤਰ ਆਤਮਾ ਨੇ ਆਪਣੇ ਅੰਦਰ ਘੇਰਿਆ ਹੋਇਆ, ਕੀ ਤੁਸੀਂ ਮਹਿਸੂਸ ਕਰਦੇ ਹੋ? ਕੀ ਤੁਹਾਡੇ ਮਨ ਦੇ ਅੰਦਰ ਉਹਨੇ ਤਖਤ ਲਾਇਆ ਹੋਇਆ? ਅਸੀਂ ਕਿਹਾ ਜੀ ਨਹੀਂ, ਸਾਨੂੰ ਤਾਂ ਨਹੀਂ ਅਜੇ ਪਤਾ। ਲੇਕਿਨ ਚੂੰਕਿ ਅਸੀਂ ਨੋਮੀਨਲ ਕੰਮ ਅਸੀਂ ਚਰਚ ਜਾਂਦੇ ਸੀ, ਉਹਦੇ 'ਚ ਪਤਾ ਨਹੀਂ ਸੀ ਲੱਗਦਾ ਵੀ ਇਹ ਕੰਮ ਵੀ ਹੈ ਵੇ। ਉਹਨਾਂ ਨੇ ਕਿਹਾ ਤੁਸੀਂ ਅੱਗੇ ਆ ਜਾਓ। ਇੰਝ ਹੀ ਹੈ ਪਰਮਜੀਤ ਜੀ? ਬਿਲਕੁਲ। ਪਾਸਟਰ ਸਾਹਿਬ ਨੇ ਕਿਹਾ ਕਿ ਰਿਸੀਵ ਇਨ ਦਾ ਨੇਮ ਆਫ ਜੀਸਸ। ਇੰਨੀ ਗੱਲ ਕਹਿਣ ਦੇ ਨਾਲ ਪੈਨ ਤੇ ਮੈਂ, ਅਸੀਂ ਸਾਡੀ ਜ਼ੁਬਾਨ ਜਿਹੜੀ ਬਦਲ ਗਈ। ਸਾਨੂੰ ਨਹੀਂ ਪਤਾ ਕੀ ਲੱਗਿਆ, ਲੇਕਿਨ ਉਹ ਤਜਰਬੇ ਤੋਂ ਪਤਾ ਇਹ ਲੱਗਿਆ, ਮੈਨੂੰ ਐਕਸਪੀਰੀਅੰਸ ਹੋਇਆ ਕਿ ਨਹੀਂ,
ਅਸੀਂ ਨਾਰਮਲ ਚਰਚ 'ਚ ਜਾਣਾ ਇੱਕ ਫਰਕ ਗੱਲ ਹੈ, ਜਿੱਥੇ ਇਹ ਕੰਮ ਪਵਿੱਤਰ ਆਤਮਾ ਦਾ ਜ਼ੋਰ ਹੈ, ਜਿੱਥੇ ਉਹਦਾ ਬੱਦਲ ਛਾਇਆ ਰਹਿੰਦਾ ਹੈ, ਜਿੱਥੇ ਉਹਦੀ ਬਾਰਿਸ਼ ਹੁੰਦੀ ਹੈ, ਉਸ ਚਰਚ 'ਚ ਜਾਣਾ ਚਾਹੀਦਾ ਜਿੱਥੇ ਉਹਨੂੰ ਅਸੀਂ ਇਸਤੇਮਾਲ ਕਰ ਰਹੇ, ਇਹਨਾਂ ਫਲਾਂ ਨੂੰ ਅਸੀਂ ਇਸਤੇਮਾਲ ਕਰ ਰਹੇ ਔਰ ਰਿਸੀਵ ਕਰ ਰਹੇ। ਖੁਦਾ ਦਾ ਸ਼ੁਕਰ ਕਰ ਰਹੇ ਉਸ ਦਿਨ 1995 ਤੋਂ ਬਾਅਦ ਅੱਜ ਤੱਕ ਖੁਦਾ ਦਾ ਸ਼ੁਕਰ ਕਰ ਰਹੇ, ਮਹਿਸੂਸ ਕਰ ਰਹੇ, ਉਹ ਗਵਾਹੀ ਦੇਈਦੇ ਜਿਹਦੇ 'ਚ ਪਵਿੱਤਰ ਆਤਮਾ ਦਾ ਕੰਮ ਹੋ ਰਿਹਾ ਸ਼ਖਸ, ਉਹ ਗਵਾਹੀ ਦੇਣ ਤੋਂ ਬਾਅਦ ਨਹੀਂ ਆਉਂਦਾ। ਤੇ ਅੱਜ ਪਰਮਜੀਤ ਨੇ ਜਿਸ ਤਰ੍ਹਾਂ ਸਵਾਲ ਕੀਤਾ, ਮੈਂ ਵੀ ਇਹ ਗਵਾਹੀ ਦੇਣਾ ਕਿ ਖੁਦਾਵੰਦ ਦੇ ਉਸ ਗਿਫਟ, ਜਿਹੜਾ ਗਿਫਟ ਵੀ ਹੈ, ਨਿਸ਼ਾਨ ਵੀ ਹੈ, ਫਲ ਵੀ ਹੈ ਸਾਡੇ ਲਈ, ਉਹ ਸਾਡੇ ਵਿੱਚ ਹੈ। ਆਮੀਨ ਆਮੀਨ। ਬਹੁਤ ਬਹੁਤ ਸ਼ੁਕਰੀਆ। ਮੀਨਾ, ਤੁਸੀਂ ਵੀ ਚੰਦ ਲਫ਼ਜ਼ਾਂ 'ਚ ਦੱਸਣਾ ਚਾਹੋਗੇ ਕਿ ਜਦੋਂ ਪਹਿਲੀ ਵਾਰ ਪਵਿੱਤਰ ਆਤਮਾ ਨੇ ਤੁਹਾਨੂੰ ਛੂਇਆ, ਤੁਹਾਡਾ ਕੀ ਤਜਰਬਾ ਸੀ? ਮੈਂ ਸਿਸਟਰ ਪੈਮ ਜੀ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਸਿਲੋਨ ਪੈਂਤੀਕੋਸਟ ਚਰਚ ਦੇ ਵਿੱਚ ਜਾਂਦੇ ਸੀਗੇ, ਤੇ ਇੱਕ ਸਾਡੇ ਪਾਸਟਰ ਜੀ ਪਾਕਿਸਤਾਨ ਤੋਂ ਆਏ ਹੋਏ ਸੀ। ਅੱਛਾ। ਤੇ ਉਹ ਸਾਨੂੰ ਹਮੇਸ਼ਾ ਹੀ, ਮੈਨੂੰ ਤੇ ਮੇਰੀ ਨਨਾਣ ਪੈਮ, ਉਹਨੂੰ ਲੈ ਕੇ ਜਾਂਦੇ ਹੁੰਦੇ ਸੀ ਮੀਟਿੰਗਾਂ ਤੇ। ਉਸ ਟਾਈਮ ਤੇ ਹਸਬੈਂਡ ਨਹੀਂ ਸੀ ਨਾਲ ਜਾਂਦਾ ਹੁੰਦਾ ਨਾ, ਇਹ ਸਾਨੂੰ ਛੱਡ ਕੇ ਫਿਰ ਆ ਜਾਂਦਾ ਸੀਗਾ। ਇਹ ਉਸ ਤੋਂ ਬਾਅਦ ਫਿਰ ਜਿਹੜੇ ਸਾਡੇ ਭੈਣ ਭਰਾ ਬਹੁਤ ਸਾਡੇ ਲਈ ਪ੍ਰਾਰਥਨਾ ਕਰਦੇ ਹੁੰਦੇ ਸੀ। ਫਿਰ ਉਹਨੇ ਸਾਨੂੰ ਬਪਤਿਸਮਾ ਵੀ ਦਵਾਇਆ। ਉਸ ਤੋਂ ਬਾਅਦ ਫਿਰ ਜਦੋਂ ਬਪਤਿਸਮਾ ਲੈ ਲਿਆ ਤੇ ਅਸੀਂ ਹਮੇਸ਼ਾ ਮੀਟਿੰਗਾਂ ਤੇ ਜਾਂਦੀਆਂ, ਕਦੀ ਨਹੀਂ ਸੀ ਅਸੀਂ ਮਿਸ ਕਰਦੇ ਹੁੰਦੇ। ਖੁਦਾ ਦੀ ਲੱਗਨ ਲੱਗ ਗਈ ਤੇ ਉਸ ਤੋਂ ਬਾਅਦ ਅਸੀਂ ਕਹਿਣਾ ਮੀਟਿੰਗ ਤੇ ਜ਼ਰੂਰੀ ਜਾਣਾ ਆ। ਇੱਕ ਦਿਨ ਐਸਾ ਹੋਇਆ ਕਿ ਮੇਰੀ ਉਹ ਕਜ਼ਨ ਸਿਸਟਰ ਲੱਗਦੀ ਆ, ਕਹਿੰਦੀ ਤੁਸੀਂ ਪਵਿੱਤਰ ਆਤਮਾ ਲੈਣਾ ਚਾਹੁੰਦੇ ਆ। ਮੈਂ ਕਿਹਾ ਬਹੁਤ ਅੱਛੀ ਗੱਲ ਹੈ, ਅਸੀਂ ਤਾਂ ਬਹੁਤ ਖੁਸ਼ ਹਾਂ ਕਿ ਪਵਿੱਤਰ ਆਤਮਾ ਸਾਨੂੰ ਮਿਲੇ, ਖੁਦਾ ਦਾ ਰੂਹ ਅਸੀਂ ਮਹਿਸੂਸ ਕਰੀਏ, ਹੈ ਨਾ, ਜਿਸ ਤਰ੍ਹਾਂ ਤੁਸੀਂ ਕਰਦੇ ਆ। ਤੇ ਇਸ ਕਰਕੇ ਫਿਰ ਜਦੋਂ ਅਸੀਂ ਮੀਟਿੰਗ ਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਨੇ ਸਾਡੇ ਵਾਸਤੇ ਪ੍ਰਾਰਥਨਾ ਕੀਤੀ, ਜਿਸ ਤਰ੍ਹਾਂ ਬ੍ਰਦਰ ਸਰਪ੍ਰਾਈਜ਼ ਨੇ ਕਿਹਾ ਹੈ ਕਿ ਜਦੋਂ ਤੁਹਾਨੂੰ ਅੱਗੇ ਬੁਲਾਉਂਦੇ ਆ ਤੇ ਉਹ ਪ੍ਰਾਰਥਨਾ ਕਰਦੇ ਆ, ਤੇ ਖੁਦਾ ਦਾ ਰੂਹ ਇਸ ਤਰ੍ਹਾਂ ਟੱਚ ਕੀਤਾ ਕਿ ਅਸੀਂ ਪਵਿੱਤਰ ਆਤਮਾ ਦੇ ਨਾਲ ਭਰ ਗਏ ਇੱਕਦਮ, ਤੇ ਮੇਰੀ ਜ਼ੁਬਾਨ ਇੱਕਦਮ ਚੇਂਜ ਹੋ ਗਈ। ਜਦੋਂ ਚੇਂਜ ਹੋ ਗਈ ਤੇ ਘਰ ਆਈ, ਮੈਂ ਬਹੁਤ ਖੁਸ਼ ਸੀਗੀ, ਇੰਨਾ ਖੁਸ਼ ਕਿ ਮੈਂ ਦੱਸ ਨਹੀਂ ਸਕਦੀ ਕਿਸੇ ਨੂੰ। ਤੇ ਮੈਂ ਆ ਕੇ ਨਾ ਹਸਬੈਂਡ ਨੂੰ ਦੱਸਿਆ ਕਿ ਮੈਂ ਕਿਹਾ ਅੱਜ ਖੁਦਾ ਦਾ ਇੰਨਾ ਪਵਿੱਤਰ ਆਤਮਾ ਦਾ ਮਸਾ ਮੇਰੇ ਉੱਤੇ ਆਇਆ ਸੀ, ਬਹੁਤ ਜ਼ਿਆਦਾ, ਕਿਉਂਕਿ ਮੈਂ ਖੁਦਾ ਨੂੰ ਲੱਭਦੀ ਸੀਗੀ, ਮੈਂ ਆਪਣੇ ਦਿਲ ਤੋਂ ਉਹਨੂੰ ਲੱਭਦੀ ਸੀ। ਮੈਂ ਕਿਹਾ ਪ੍ਰਭੂ, ਬੇਸ਼ੱਕ ਮੈਂ ਕ੍ਰਿਸਚਨ ਫੈਮਿਲੀ 'ਚ ਬੋਰਨ ਹੋਈ ਹਾਂ, ਪਰ ਮੈਂ ਤੈਨੂੰ ਭਾਲਦੀ ਹਾਂ ਕਿ ਤੂੰ ਸੱਚਾ ਜਿੰਦਾ ਖੁਦਾ ਹੈ, ਕਿ ਤੂੰ ਹੀ ਮੇਰੇ ਉੱਤੇ ਰਹਿਮ ਤੇ ਤਰਸ ਕਰਨੇ ਵਾਲਾ ਬਾਪ ਹੈ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਪਵਿੱਤਰ ਆਤਮਾ ਦਾ ਬਲੀਦਾਨ ਮਿਲਿਆ ਤੇ ਫਿਰ ਆ ਕੇ ਘਰੇ ਮੈਂ ਇੰਨਾ ਬਾਈਬਲ ਪੜ੍ਹਨਾ, ਪ੍ਰਾਰਥਨਾ ਕਰਨਾ, ਤੇ ਮੈਂ ਕਹਿੰਦੀ ਖੁਦਾਵਾ ਮੈਨੂੰ ਹੋਰ ਜ਼ਿਆਦਾ ਡੰਗਿਆਈਆਂ ਦੇ ਵਿੱਚ ਲੈ ਕੇ ਜਾਵੇ। ਤੇ ਉਸ ਤੋਂ ਬਾਅਦ ਫਿਰ ਮੈਂ ਦੂਸਰਾ ਸਾਡੇ ਨਾਲ ਜਿੱਦਾਂ ਹਸਬੈਂਡ ਵੀ ਜਾਣ ਲੱਗ ਪਿਆ, ਤੇ ਬਾਕੀ ਦਾ ਹਿੱਸਾ ਥੋੜ੍ਹਾ ਜਿਹਾ ਆਪ ਹੀ ਦੱਸੂਗੇ। ਤੇ ਫਿਰ ਕਹਿੰਦਾ ਜਿਸ ਤਰ੍ਹਾਂ ਤੁਸੀਂ ਪਵਿੱਤਰ ਆਤਮਾ ਨਾਲ ਇਹਦਾ ਪ੍ਰਾਰਥਨਾ ਕਰਦੇ ਆ, ਕਿ ਉਹ ਵੀ ਚਾਹੁੰਦਾ ਕਿ ਮੈਂ ਵੀ ਇਸ ਤਰ੍ਹਾਂ ਕਰਾਂ। ਤੇ ਉਹਨਾਂ ਦੀ ਵੀ ਗਵਾਹੀ ਛੋਟੀ ਸੀ, ਉਹਨਾਂ ਨੂੰ ਮੈਂ ਪੜ੍ਹਾਉਂਦੀ ਆ। ਥੈਂਕ ਯੂ, ਖੁਦਾ ਦਾ ਬਹੁਤ ਬਹੁਤ ਥੈਂਕ ਯੂ। ਹਾਲੇਲੂਇਆ, ਗॉड ਇਜ਼ ਗੁੱਡ, ਆਮੀਨ। ਮੇਰਾ ਖਿਆਲ ਕਈ ਭੈਣਾਂ ਭਰਾਵਾਂ ਨੇ ਤਾਂ ਮੇਰੀ ਗਵਾਹੀ ਸੁਣੀ ਹੋਈ ਹੈ, ਥੈਂਕ ਯੂ, ਲੇਕਿਨ ਇਹਨੂੰ ਮੈਂ ਲੰਬੀ ਨੂੰ ਬੜੀ ਛੋਟੀ ਕਰ ਦਵਾਂ। ਥੈਂਕ ਯੂ। ਜਿਸ ਤਰ੍ਹਾਂ ਮੇਰੀ ਵਾਈਫ ਨੇ ਕਿਹਾ ਹੈ, ਮੈਂ ਇਹਨਾਂ ਦੇ ਨਾਲ ਜਾਂਦਾ ਹੁੰਦਾ ਸੀ, ਇਹਨਾਂ ਨੂੰ ਛੱਡ ਕੇ ਮੇਰਾ ਦਿਲ ਮੀਟਿੰਗਾਂ ਦੇ ਵਿੱਚ ਨਹੀਂ ਸੀ ਬਿਲਕੁਲ ਵੀ ਲੱਗਦਾ ਹੁੰਦਾ। ਮੇਰਾ ਜਿਹੜਾ ਖਿਆਲ ਸੀ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਸੀਗਾ। ਇੱਦਾਂ ਸਾਡਾ ਇੱਕ ਅੰਕਲ ਧੰਨਪਾਤ, ਮੇਰਾ ਖਿਆਲ ਸਰਪ੍ਰਾਜ਼ ਹੋਣੀ ਵੀ ਉਹਨਾਂ ਨੂੰ ਜਾਣਦੇ ਆ, ਉਹ ਵੀ ਸਾਡੇ ਕੋਲ ਆ ਕੇ ਉਹਨੇ ਆ ਕੇ ਬਹਿ ਜਾਣਾ, ਉਹਨੇ ਆ ਕੇ ਮਤਲਬ ਕਿ ਗੱਲਾਂ ਕਰਨੀਆਂ। ਤੇ ਮੇਰੇ ਦਿਲ ਦੇ ਵਿੱਚ ਸੀਗਾ ਯਾਰ ਇਹ ਕਿਹੜੇ ਵੇਲੇ ਉੱਠ ਕੇ ਜਾਵੇ ਮੇਰੇ ਕੋਲ, ਮੈਂ ਆਪਣਾ ਡੱਬਾ ਮਜ਼ੇ ਨਾਲ ਪੀਣ ਲੱਗਾ, ਟੈਲੀਵਿਜ਼ਨ ਦੇਖਦਾ ਹਾਂ, ਤੇ ਇਹ ਬਿਹਤਰ ਵੀ ਚਲੀ ਜਾਵੇ। ਪਰ ਉਹਨੇ ਬੈਠ ਕੇ ਉਹਨੇ ਵੀ ਉਹ ਵੀ ਮਤਲਬ ਕਿ ਪ੍ਰਭੂ ਦਾ ਇੱਦਾਂ ਦਾਸ ਸੀ, ਉਹ ਵੀ ਕਹਿੰਦਾ ਸੀ ਇੱਕ ਦਿਨ ਤੈਨੂੰ ਪ੍ਰਭੂ ਜ਼ਰੂਰ ਟੱਚ ਕਰੇਗਾ। ਓਕੇ, ਮੈਂ ਕਿਹਾ ਵੀ ਅੰਕਲ ਜੀ ਇੱਦਾਂ ਕਰਿਓ, ਫਿਰ ਮੈਨੂੰ ਉਹ ਦਿਨ ਨੂੰ ਆ ਲੈਣ ਦਿਓ। ਤੇ ਨਾ ਫਿਰ ਇੱਦਾਂ ਹੋ ਗਿਆ, ਅਸੀਂ ਸਾਡੇ ਬ੍ਰਦਰ ਬੂਟਾ ਜੀ ਐਡਵਨ ਹੁਣੀ, ਉਹਨਾਂ ਦੇ ਘਰ ਪ੍ਰੇ ਮੀਟਿੰਗ ਹੋ ਰਹੀ ਸੀ, ਉੱਥੇ ਮੈਂ ਇਹਨਾਂ ਨੂੰ ਯੂਜਲੀ ਛੱਡ ਕੇ ਬੈਠਾ ਹੁੰਦਾ ਸੀ ਮੀਟਿੰਗ ਦੇ ਵਿੱਚ, ਪਰ ਮੇਰਾ ਖਿਆਲ ਹੋਰ ਪਾਸੇ ਲੱਗਾ ਹੁੰਦਾ ਸੀ। ਉਸ ਦਿਨ ਮੀਟਿੰਗ ਬੜੀ ਮਤਲਬ ਕਿ ਨਾ ਅਜੀਬ ਤੇ ਡਿਫਰੈਂਟ ਸੀ, ਹੈ ਨਾ, ਸਾਰੇ ਹੀ ਰੋ ਕੇ ਪ੍ਰਾਰਥਨਾ ਕਰਨ ਲੱਗੇ ਹੋਏ ਸੀ। ਤਾਂ ਮੈਂ ਸਾਰਿਆਂ ਨੂੰ ਦੇਖ ਕੇ ਹੱਸ ਰਿਹਾ ਸੀ, ਮੈਂ ਕਹਿ ਰਿਹਾ ਸੀ ਵੀ ਇਹ ਪਾਗਲ ਹੋਏ ਹੋਏ ਆ, ਵੀ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ, ਹੈ ਨਾ ਜੀ। ਮੈਂ ਕਿਹਾ ਜੀ ਪ੍ਰਭੂ, ਜੇ ਤੂੰ ਸੱਚਾ ਆ, ਸੱਚਮੁੱਚ ਇਹ ਆਤਮਾ ਦੇ ਨਾਲ ਹੀ ਭਰੇ ਹੋਏ ਆ, ਤਾਂ ਫਿਰ ਮੈਂ ਇੱਦਾਂ ਕਿਉਂ ਖਾਲੀ ਇੱਦਾਂ ਬੈਠਾ ਹੋਇਆ, ਹੈ ਨਾ, ਤੂੰ ਮੇਰੇ ਵਿੱਚ ਕਿਉਂ ਨਹੀਂ ਆਉਂਦਾ। ਲੈ ਵੀ ਮੇਰੇ ਭੈਣੋ ਭਰਾਵੋ, ਮੈਨੂੰ ਇਹ ਸਿਰਫ ਇੰਨੀ ਕਹਿਣ ਦੀ ਢੇਰ ਹੈ
ਕਿਉਂਕਿ ਇਹ ਰੂਹ ਉਸ ਸੱਚਾਈ ਦੇ ਨਾਲ ਆਵਾਜ਼ ਨਿਕਲੀ ਸੀ ਮੇਰੇ ਦਿਲ ਦੇ ਵਿੱਚੋਂ, ਹਨਾ। ਤੇ ਪ੍ਰਭੂ ਨੇ ਮੈਨੂੰ ਜਿੱਦਾਂ ਬਿਜਲੀ ਦਾ ਕਰੰਟ ਸਿਰ ਤੋਂ ਲਾ ਕੇ ਪਾਉਂ ਤੱਕ ਨਿਕਲ ਗਿਆ ਹੁੰਦਾ, ਤੇ ਮੇਰਾ ਜਿਸਮ ਇੱਦਾਂ ਭਿੱਜ ਗਿਆ ਗਰਮੀ ਦੇ ਨਾਲ ਆ ਕੇ, ਪਸੀਨੇ ਦੇ ਨਾਲ ਆ ਕੇ, ਜਿੱਦਾਂ ਮੈਂ ਮਤਲਬ ਕਿ ਨਾ ਮੀਂਹ ਦੇ ਵਿੱਚੋਂ ਅੰਦਰ ਪੜਿਆ ਹੁੰਦਾ। ਸਪਰੇਅ ਕਰੀ ਜਾਂਦੇ ਆ ਉੱਥੇ, ਤਾਂ ਮੈਂ ਕੀ ਰੋਈ ਜਾਣਾ, ਇੱਕ ਜਿੱਦਾਂ ਬੱਚਾ ਰੋਂਦਾ ਹੁੰਦਾ ਨਾ, ਤੇ ਮੈਂ ਇਹ ਪ੍ਰੇ ਕਰੀ ਜਾਂਦੇ ਆ, ਮੈਂ ਰੋਈ ਜਾਂਦਾ। ਮੈਨੂੰ ਨਹੀਂ ਪਤਾ ਅੱਧਾ ਘੰਟਾ ਜਾਂ 45 ਮਿੰਟ ਇਹ ਪ੍ਰੇ ਕਰਦੇ ਰਹੇ, ਤੇ ਮੈਂ ਰੋਂਦਾ ਰਿਹਾ। ਮਤਲਬ ਕਿ ਮੈਂ, ਹਾਲਾਂਕਿ ਇੰਨਾ ਅਸੀਂ ਗੈਂਗਸ ਦੇ ਵਿੱਚ ਹੁੰਦੇ ਸੀ, ਸਾਊਥ ਹਾਲ ਦੇ ਵਿੱਚ ਲੜਾਈਆਂ ਕਰਦੇ ਹੁੰਦੇ ਸੀ, ਤੇ ਕਿਸੇ ਨੇ ਸਾਨੂੰ ਕੁੱਟ ਵੀ ਦੇਣਾ, ਤੇ ਤਾਂ ਵੀ ਨਹੀਂ ਸੀ ਕਦੇ ਰੋਏ ਨਾ। ਪਰ ਲੇਕਿਨ ਉਦਣ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ। ਜਿਹੜੇ ਪੱਥਰ ਦਿਲ ਸੀ ਉਹ ਵੀ ਮੋਮ ਹੋ ਗਿਆ, ਜਿਹੜਾ ਦਿਮਾਗ ਸ਼ਰਾਬ ਦੇ ਨਾਲ, ਨਸ਼ੇ ਦੇ ਨਾਲ ਭਰਿਆ ਰਹਿੰਦਾ ਸੀ, ਉਹ ਵੀ ਪਤਾ ਨਹੀਂ ਕਿੱਥੇ ਚਲ ਗਿਆ। ਜਿਹੜਾ ਕਟਰ ਇੰਨਾ ਦਿਲ ਸੀ, ਹਨਾ, ਤਾਂ ਉਹਦਾ ਵੀ ਨਹੀਂ ਪਤਾ ਲੱਗਾ ਵੀ ਇਹ ਅੱਜ ਤੂੰ ਬੱਚੇ ਦੀ ਤਰ੍ਹਾਂ ਰੋ ਰਿਹਾ ਹੈ। ਓਕੇ, ਪਰ ਉਦਣ ਪ੍ਰਭੂ ਨੇ ਮੈਨੂੰ ਆਤਮਾ ਦੇ ਨਾਲ ਟੱਚ ਕੀਤਾ। ਮੈਂ ਗੈਰ ਜ਼ੁਬਾਨ ਤਾਂ ਨਹੀਂ ਬੋਲਿਆ, ਇਹਦੇ ਵਿੱਚ ਮੈਂ ਜ਼ਰੂਰ ਕਵਾਂਗਾ, ਪਰ ਮੈਨੂੰ ਇੰਨਾ ਪਤਾ ਹੈ ਕਿ ਉਸ ਦਿਨ ਪ੍ਰਭੂ ਨੇ ਮੇਰੇ ਦਿਲ ਨੂੰ ਛੂਹਿਆ ਔਰ ਮੈਨੂੰ ਟੱਚ ਕੀਤਾ ਔਰ ਮੈਨੂੰ ਬਚਾਇਆ, ਔਰ ਕਿਹਾ ਰਾਤ ਨੂੰ ਮੇਰੇ ਸੁਪਨੇ ਦੇ ਵਿੱਚ ਆ ਕੇ ਜਾਂ ਵਿਜ਼ਨ ਦੇ ਵਿੱਚ ਆ ਕੇ ਕਿ ਲਾਲ ਮਸੀਹ ਇਹ ਜਿਹੜੇ ਕਿੱਲ ਹੱਥਾਂ ਦੇ ਵਿੱਚ ਲਗਾਏ ਸੀ ਤੇਰੇ ਪਾਪਾਂ ਲਈ ਸੀ, ਤੇਰੇ ਗੁਨਾਹਾਂ ਲਈ ਸੀ। ਹਾਲੇਲੂਇਆ। ਸਾਰੀ ਰਾਤ ਮੈਨੂੰ ਉਦੋਂ ਨੀਂਦ ਨਹੀਂ ਆਈ। ਜਿੱਦਣ ਮੈਂ ਜਾ ਕੇ, ਜਿਹੜਾ ਪਹਿਲਾਂ ਜਾ ਕੇ ਮੈਂ ਬੀਰ ਦੇ ਡੱਬੇ ਖੋਲ ਕੇ ਪੀਣੇ ਸ਼ੁਰੂ ਕਰ ਦਿੰਦਾ ਸੀ ਮੀਟਿੰਗਾਂ ਤੋਂ ਬਾਅਦ ਦੇ ਵਿੱਚ, ਉਦੋਂ ਮੈਂ ਪੀਣ ਦੀ ਕੋਸ਼ਿਸ਼ ਕੀਤੀ, ਹੈ ਨਾ, ਪਰ ਲੇਕਿਨ ਮੇਰੇ ਇੱਥੋਂ ਗਲੇ ਦੇ ਅੰਦਰ ਹੀ ਨਹੀਂ ਸੀ ਜਾ ਰਹੇ, ਜਿੱਦਾਂ ਕੁਛ ਅੰਦਰ ਜਾ ਕੇ ਬੈਠ ਗਿਆ ਹੁੰਦਾ, ਇਸ ਦਿਲ ਦੇ ਵਿੱਚ, ਇਸ ਮਨ ਦੇ ਵਿੱਚ ਜਿੱਦਾਂ ਬੈਠ ਗਿਆ ਹੁੰਦਾ। ਮੈਂ ਕਿਹਾ ਉਸ ਰਾਤ ਪ੍ਰਭੂ ਦਾ ਬੜਾ ਸ਼ੁਕਰ ਕੀਤਾ, ਔਰ ਇਤਨੀ ਵਿਜ਼ਨ ਮਤਲਬ ਕਿ ਇੰਨਾ ਕਲੀਅਰਲੀ, ਮਤਲਬ ਕਿ ਨਾ ਜਿੱਦਾਂ ਟੈਲੀਵਿਜ਼ਨ ਮੂਹਰੇ ਚੱਲ ਰਿਹਾ ਹੁੰਦਾ, ਇਸ ਤਰੀਕੇ ਦੇ ਨਾਲ ਮਤਲਬ ਕਿ ਨਾ ਉਹ ਵਿਜ਼ਨ ਚੱਲ ਰਹੀ ਹੈ। ਇਹ ਅੱਜ ਤੋਂ ਲਾ ਕੇ 25-27 ਸਾਲ ਹੋ ਚੱਲੇ ਹੈ, ਔਰ ਪ੍ਰਭੂ ਦਾ ਸ਼ੁਕਰ ਕਰਦਾ ਹੈ ਕਿ ਉਸ ਦਿਨ ਪ੍ਰਭੂ ਨੇ ਮੈਨੂੰ ਬਚਾ ਲਿਆ, ਮੇਰੇ ਤੇ ਤਰਸ ਕੀਤਾ, ਮੇਰੇ ਤੇ ਰਹਿਮ ਕੀਤਾ। ਉਹ ਦਿਨ ਤੋਂ ਪ੍ਰਭੂ ਨੇ ਮੇਰੀ ਜ਼ਿੰਦਗੀ ਬਦਲਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਮੀਟਿੰਗਾਂ ਹੁੰਦੀਆਂ ਰਹੀਆਂ, ਔਰ ਗੈਰ ਜ਼ਬਾਨ ਇਸੇ ਤਰ੍ਹਾਂ ਮੈਨੂੰ ਮਿਲੀ ਹੈ, ਜਦੋਂ ਬਾਅਦ ਦੇ ਵਿੱਚ ਅਸੀਂ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਰਹੇ। ਓਕੇ, ਹਾਲੇਲੂਇਆ। ਕਈ ਵਾਰੀ ਪ੍ਰਭੂ ਉਸੇ ਵੇਲੇ ਨਹੀਂ ਤੁਹਾਨੂੰ ਗੈਰ ਜ਼ਬਾਨ ਦਿੰਦਾ, ਕਈ ਵਾਰੀ ਬਾਅਦ ਦੇ ਵਿੱਚ ਗਿਫਟ ਦਿੰਦਾ ਹੈ। ਕਈ ਵਾਰੀ ਕਈ ਗਿਫਟਾਂ ਹੈ ਜਿਹੜੀਆਂ ਪ੍ਰਭੂ ਤੁਹਾਨੂੰ ਆ ਕਰ ਦਿੰਦਾ ਹੈ। ਥੈਂਕ ਯੂ ਵੈਰੀ ਮਚ ਸਿਸਟਰ ਪੈਮ, ਗੋਡ ਬਲੈਸ ਯੂ। ਥੈਂਕ ਯੂ ਬ੍ਰਦਰ, ਗੋਡ ਬਲੈਸ ਯੂ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੇ ਆਪਣਾ ਤਜਰਬਾ ਸ਼ੇਅਰ ਕੀਤਾ। ਕਿੰਨੇ ਜਣਿਆਂ ਨੇ ਇੱਕ ਪ੍ਰੋਗਰਾਮ ਦੇਖਿਆ ਜਿਹਦੇ ਉੱਤੇ ਪਾਕ ਰੂਹ ਦੇ ਬਾਰੇ 'ਚ ਟੀਚਿੰਗ ਕਰਨ ਦਾ ਮੌਕਾ ਮੈਨੂੰ ਹਾਲੈਂਡ ਵਿੱਚ ਮਿਲਿਆ, ਕਿਉਂਕਿ ਹਾਲੈਂਡ ਦੀ ਕਲੀਸਿਆ ਨੇ ਵੀ ਸ਼ੋਅ ਕੀਤਾ ਕਿ ਉਹ ਖੁਦਾ ਦੇ ਰੂਹ ਵਾਸਤੇ ਬਹੁਤ ਭੁੱਖੇ ਔਰ ਪਿਆਸੇ ਸੀ। ਔਰ ਇਹ ਕਾਮਨ ਸਬਜੈਕਟ ਨਹੀਂ ਹੈ ਜਿਹੜੇ ਆਮ ਚਰਚਿਸ ਦੇ ਵਿੱਚ ਟੀਚ ਕੀਤੇ ਜਾਂਦੇ ਨੇ, ਸਿਖਾਏ ਜਾਂਦੇ ਨੇ, ਕਿਉਂਕਿ ਇਹਦੇ ਵਾਸਤੇ ਜਿਹੜੀਆਂ ਪ੍ਰੈਜ਼ੈਂਟਲੀ ਜਿਹੜੀਆਂ ਚਰਚਿਸ ਨੇ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਪਿਆਰਾ ਪਾਕ ਰੂਹ ਜੀ ਦੇ ਬਾਰੇ 'ਚ ਨਹੀਂ ਜ਼ਿਕਰ ਕੀਤਾ ਜਾਂਦਾ। ਇਹ ਜਿਹੜੀ ਤੁਸੀਂ ਅਗਰ ਸਿੱਖਿਆ ਦੇਖਣੀ, ਅਗਰ ਹਿਸਟਰੀ ਨੂੰ ਦੇਖੋ ਤਾਂ ਜਿਹੜੇ ਪੁਰਾਣੇ, ਜਿਹੜੇ ਪਹਿਲੇ ਬਜ਼ੁਰਗ ਸੀ, ਉਹ ਪਾਕ ਰੂਹ ਨੂੰ ਬਹੁਤ ਅਹਿਲ, ਹਾਲੇਲੂਇਆ, ਹੀ ਇਜ਼ ਆਲਰੇਡੀ ਹੇਅਰ, ਹਾਲੇਲੂਇਆ, ਹੋ ਰਵਾ ਸ਼ੋਖਾ ਰਬਾ ਸਿਖਾ ਤਾਲਾ ਰਸੂ, ਹੀ ਇਜ਼ ਆਲਰੇਡੀ ਹੇਅਰ, Uraba shikho raba sikata raba sho humbara sikho torab. Thank you Jesus. We don't leave him outside. He's a person. ਜਿਹਦਾ ਯਿਸੂ ਆ, ਪਰਮੇਸ਼ਰ ਆ, ਪਰਮੇਸ਼ਰ ਦਾ ਪਵਿੱਤਰ ਆਤਮਾ ਪਰਸਨ ਆ। ਹਾਲੇਲੂਇਆ ਜੀਸਸ, ਹਾਲੇਲੂਇਆ। ਉਹ ਸ਼ਖਸ ਹੈ, ਉਹ ਪਵਿੱਤਰ ਆਤਮਾ ਹੈ। ਆਮੇਨ। So lovely. Thank you Padre Jesus. So awesome. Oh gosh, thank you Jesus. Hallelujah. Hallelujah. Oh hallelujah. ਉਹ ਤੂੰ ਮੌਜੂਦ ਹੈ ਪਵਿੱਤਰ ਆਤਮਾ ਖੁਦਾ। ਯੂ ਨੋ ਕਲੀਸਿਆ ਇੰਨੀ ਭੁੱਖੀ ਸੀਗੀ, ਉਹਨਾਂ ਨੇ ਕਿਹਾ ਸਿਸਟਰ ਜੀ ਸਾਨੂੰ ਪਵਿੱਤਰ ਆਤਮਾ ਦੇ ਬਾਰੇ 'ਚ ਦੱਸੋ, ਕਿਉਂਕਿ ਅਸੀਂ ਬਹੁਤ ਸਾਰੇ ਲੋਕ ਖੁਦਾ ਵਿੱਚ ਆਉਂਦੇ ਹਾਂ, ਨਵੇਂ ਸਿਰੇ ਤੋਂ ਪੈਦਾ ਹੁੰਦੇ ਹਾਂ, ਗੈਰ ਜ਼ੁਬਾਨਾਂ ਬੋਲਦੇ ਹਾਂ, ਲੇਕਿਨ ਥੋੜ੍ਹੀ ਦੇਰ ਦੇ ਬਾਅਦ ਸਾਡੇ ਵਿੱਚੋਂ ਉਹ ਪਵਿੱਤਰ ਆਤਮਾ ਦੇ ਫਲ ਜਿਹੜੇ ਨੇ ਹੌਲੀ ਹੌਲੀ ਫਿੱਕੇ ਪੈਣੇ ਸ਼ੁਰੂ ਕਰ ਦਿੰਦੇ ਨੇ। ਬੜੀ ਜਲਦੀ ਅਸੀਂ ਗੁੱਸਾ ਕਰਨ ਲੱਗ ਪੈਂਦੇ ਹਾਂ, ਲੜਾਈ ਹੋ ਜਾਂਦੀ ਹੈ, ਚਰਚ ਛੱਡ ਜਾਂਦੇ ਹਾਂ, ਬੁਲਾਉਂਦੇ ਨਹੀਂ, ਟੈਲੀਫੋਨ ਨਹੀਂ ਚੁੱਕਦੇ ਹੈਗੇ, ਅਤੇ ਹੌਲੀ ਹੌਲੀ ਸਾਨੂੰ ਲੱਗਦਾ ਜਿੱਦਾਂ ਨਾ ਕਿ ਸਾਡੇ ਵਿੱਚੋਂ ਪਵਿੱਤਰ ਆਤਮਾ ਆਹਿਸਤਾ ਆਹਿਸਤਾ ਸਾਨੂੰ ਛੱਡ ਕੇ ਚਲਾ ਗਿਆ ਹੁੰਦਾ ਹੈ। ਇਹ ਸੱਚ ਗੱਲ ਹੈ, ਔਰ ਸ਼ੁਕਰ ਹੈ ਖੁਦਾ ਦਾ, ਕਿਉਂਕਿ ਯਿਸੂ ਕਦੀ ਨੂੰ ਕਿਸੇ ਨੂੰ ਛੱਡਦਾ ਨਹੀਂ, ਤਿਆਗਦਾ ਨਹੀਂ, ਆਪਣੇ ਪਵਿੱਤਰ ਆਤਮਾ ਦੇ ਰਾਹੀਂ ਤੁਹਾਨੂੰ ਕਾਇਲ ਕਰਦਾ ਹੈ ਔਰ ਰਿਅਲਾਈਜ਼ ਕਰਾਉਂਦਾ ਹੈਗਾ ਕਿ ਨਹੀਂ ਉਹ ਪਹਿਲੀ ਜੀ ਮੁਹੱਬਤ ਕਿੱਥੇ ਗਈ।
ਉਹ ਯਿਸੂ ਦੀ ਪਹਿਲੀ ਜੀ ਮੁਹੱਬਤ ਕਿੱਥੇ ਗਈ? ਫਿਰ ਪਵਿੱਤਰ ਆਤਮਾ ਨੂੰ ਅਸੀਂ ਮੰਗਦੇ ਹਾਂ, ਫਿਰ ਅਸੀਂ ਚਰਚ ਜਾਂਦੇ ਹਾਂ, ਸਭ ਤੋਂ ਪਹਿਲਾਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਕੋਲੋਂ ਮਾਫੀ ਮੰਗਦੇ ਹਾਂ, ਬੇਸ਼ੱਕ ਉਹ ਸਾਨੂੰ ਮਾਫ ਕਰਨ ਜਾਂ ਨਾ ਕਰਨ, ਪਰ ਆਪਣੇ ਵੱਲੋਂ ਸਾਰਾ ਬੋਝ ਲਾ ਦੇਈਦਾ ਤਾਂ ਕਿ ਅਸੀਂ ਪਵਿੱਤਰ ਆਤਮਾ ਦੇ ਨਾਲ ਮਿਲੇ ਰਹੀਏ, ਸਾਡੀ ਜ਼ੁਬਾਨ ਤੋਂ ਝੂਠ ਨਾ ਨਿਕਲੇ, ਅਸੀਂ ਕੋਈ ਬੁਰਾ ਕੰਮ ਨਾ ਕਰੀਏ, ਕਿਸੇ ਨੂੰ ਤੰਗ ਨਾ ਕਰੀਏ, ਕਿਸੇ ਨੂੰ ਕੁਝ ਨਾ ਕਰੀਏ। ਇਹ ਫਿਰ ਪਵਿੱਤਰ ਆਤਮਾ ਫਿਰ ਤੁਹਾਡੇ ਵਿੱਚ ਜਿਹੜਾ ਨਾ ਹੌਲੀ ਹੌਲੀ ਤੇਲ ਪਾਉਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਜਿੱਦਾਂ ਆਪਾਂ ਦੀਵਾ ਲਗਾਈਦਾ, ਜੋਤ ਲਗਾਈ ਜੇ, ਕਿੰਨੀ ਸੋਹਣੀ ਲੱਗਦੀ ਹੈ, ਕਿੰਨਾ ਸੋਹਣਾ ਕਨਸੈਪਟ ਹੈ ਲਾਈਟ ਦਾ। ਸੋ ਫਿਰ ਰੋਸ਼ਨੀ ਫੇਰ ਨਹੀਂ ਤੇ ਫਿਰ ਠੰਡਾ ਬਲਬ ਜਿਹੜਾ ਲੱਗਿਆ ਲੱਗਾ ਹੀ ਰਹਿੰਦਾ। ਤੇ ਉਹਨੂੰ ਕੀ ਕਰਦਾ, ਜਦੋਂ ਅਸੀਂ ਮਾਫੀ ਮੰਗ ਲੈਂਦੇ ਹਾਂ, ਕਿਉਂਕਿ ਖੁਦਾ ਗੁਨਾਹਗਾਰ ਨੂੰ ਤੇ ਪਿਆਰ ਕਰਦਾ ਹੈ ਲੇਕਿਨ ਗੁਨਾਹ ਦਾ ਸਾਥ ਨਹੀਂ ਦੇ ਸਕਦਾ। ਠੀਕ ਹੈ, ਤੇ ਸੋ ਇਸ ਕਰਕੇ ਜਿੱਥੇ ਗੁਨਾਹ ਹੁੰਦਾ ਉੱਥੇ ਬਲਬ ਠੰਡਾ ਹੀ ਹੁੰਦਾ, ਉਹ ਉੱਦਾਂ ਹੀ ਲੱਗਾ ਹੀ ਰਹਿੰਦਾ। ਪਰ ਜਿੱਥੇ ਉਹ ਦਿਲ ਕਹਿੰਦਾ ਮੈਂ ਮਾਫੀ ਮੰਗਾ ਔਰ ਫਿਰ ਤੋਂ ਮੇਰੇ ਅੰਦਰ ਉਹ ਅੱਗ ਲੱਗ ਜਾਵੇ, ਫਿਰ ਤੋਂ ਮੈਂ ਕਿਸੇ ਕਲੀਸਿਆ ਦਾ ਹਿੱਸਾ ਬਣ ਜਾਵਾਂ, ਫਿਰ ਤੋਂ ਮੈਂ ਪ੍ਰਭੂ ਦੇ ਘਰ ਦੇ ਵਿੱਚ ਸੇਵਾ ਕਰਨ ਲੱਗਾ, ਤੇ ਫਿਰ ਉਹ ਜਿਹੜੀ ਲਾਈਟ ਜਦੋਂ ਆਨ ਹੁੰਦੀ, ਫਿਰ ਹੌਲੀ 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 ਬਲਦੀ ਬਲਦੀ ਫੁੱਲ ਲਾਈਟ ਆਨ ਹੋ ਜਾਂਦੀ ਹੈ। ਫਿਰ ਉਸ ਜਗ੍ਹਾ ਤੇ ਤੁਸੀਂ ਪਹੁੰਚ ਜਾਂਦੇ ਹੋ ਜਿੱਥੇ ਤੁਹਾਡੀ ਜ਼ੁਬਾਨ ਨਹੀਂ ਬਲਕਿ ਤੁਹਾਡੇ ਆਂਸੂ ਗੱਲਬਾਤ ਕਰਦੇ ਨੇ। ਹਾਲੇਲੂਇਆ। ਅਸੀਂ ਕਿੰਨੇ ਡੈਸਪਰੇਟ ਕਈ ਵਾਰੀ ਸਿਚੁਏਸ਼ਨ 'ਚ ਹੋ ਜੀਦਾ ਤੇ ਅਸੀਂ ਬੋਲ ਨਹੀਂ ਸਕਦੇ। ਉਸ ਗੱਲ ਨੂੰ ਪਵਿੱਤਰ ਆਤਮਾ ਦੇ ਬਾਰੇ 'ਚ ਲਿਖਿਆ ਹੈ ਕਿ ਉਹ ਧਾਹਾਂ ਮਾਰ ਮਾਰ ਕੇ ਸਾਡੇ ਨਾਲ ਰੋਂਦਾ ਹੈ ਔਰ ਸਾਡੀ ਗੁਜ਼ਾਰਿਸ਼ ਪਰਮੇਸ਼ਰ ਦੇ ਅੱਗੇ ਪੇਸ਼ ਕਰਦਾ ਹੈ। ਇਹ ਜਦੋਂ ਅਸੀਂ ਆਪਣੇ ਸਰੀਰ ਤੋਂ ਖਤਮ ਹੋ ਜਾਂਦੇ ਹਾਂ ਤੇ ਅੰਦਰ ਵਾਲਾ ਆਦਮੀ, ਅੰਦਰ ਦੀ ਆਤਮਾ ਤੜਪਣਾ ਸ਼ੁਰੂ ਕਰ ਦਿੰਦੀ ਹੈ, ਤੇ ਫਿਰ ਉਹ ਜਦੋਂ ਬੋਲਦੀ ਹੈ, ਖਾਸ ਤੌਰ ਤੇ ਜਿਹੜੇ ਰੂਹ ਨਾਲ ਆਲਰੇਡੀ ਮਾਮੂਰ ਨੇ, ਗੈਰ ਜ਼ੁਬਾਨਾਂ 'ਚ ਦੁਆ ਕਰਦੇ ਨੇ, ਤੇ ਫਿਰ ਉਹ ਕੀ ਭਾਂਬੜ ਬਲਦਾ ਜਾਂਦਾ ਹੈ, ਅੱਗਿਓਂ ਰਸਤਾ ਬਣਾਉਂਦਾ ਜਾਂਦਾ ਹੈ। ਹਾਲੇਲੂਇਆ। ਤੋਂ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਇਹ ਜਿੰਨੀਆਂ ਗਵਾਹੀਆਂ ਨੇ ਇੱਥੇ, ਇਹ ਸਾਰਾ ਸੱਚ ਸਾਨੂੰ ਦੱਸਦੀਆਂ ਨੇ, ਔਰ ਤੁਹਾਡੇ ਕੋਲ ਵੀ ਜਿਹੜੇ ਗੈਰ ਜ਼ੁਬਾਨ ਬੋਲਦੇ ਨੇ, ਰੂਹ ਨਾਲ ਮਾਮੂਰ ਨੇ, ਕਿ ਯਿਸੂ ਜ਼ਿੰਦਾ ਹੈ। ਹਾਲੇਲੂਇਆ। ਸਭ ਤੋਂ ਵੱਡਾ ਪ੍ਰੂਫ ਇਹ ਹੈਗਾ, ਜੇ ਤੁਸੀਂ ਅੱਜ ਪ੍ਰਭੂ ਦੀ ਆਤਮਾ ਨਾਲ ਭਰੇ ਹੋ, ਸ਼ਾਇਦ ਨਹੀਂ ਭਰੇ ਹੋ, ਲੇਕਿਨ ਤੁਸੀਂ ਨਵੇਂ ਸਿਰੇ ਤੋਂ ਪੈਦਾ ਹੋ ਚੁੱਕੇ ਹੋ, ਯਾਨੀ ਕਿ ਤੁਸੀਂ ਤੌਬਾ ਕਰ ਲਈ ਹੈ, ਮਾਫੀ ਮੰਗ ਲਈ ਹੈ, ਅੱਗੇ ਪ੍ਰਭੂ ਨਾਲ ਚੱਲਣ ਦਾ ਵਾਅਦਾ ਕਰਦੇ ਹੋ, ਪ੍ਰਭੂ ਦੇ ਘਰ ਵਿੱਚ ਆਉਂਦੇ ਹੋ ਔਰ ਕੋਸ਼ਿਸ਼ ਕਰਦੇ ਹੋ ਕਿ ਪ੍ਰਭੂ ਜੀ ਅਸੀਂ ਤੁਹਾਡੇ ਨਾਲ ਚੱਲ ਸਕੀਏ ਔਰ ਸੱਚਾਈ ਨਾਲ ਚੱਲ ਸਕੀਏ। ਇਹਦਾ ਮਤਲਬ ਸਾਨੂੰ ਐਵੀਡੈਂਸ ਤੁਹਾਡੇ ਮੇਰੇ ਸਭ ਦੇ ਵਿੱਚ ਮਿਲਦਾ ਹੈ ਕਿ ਪਰਮੇਸ਼ਰ ਦਾ ਪੁੱਤਰ ਜ਼ਿੰਦਾ ਹੈ। ਹਾਲੇਲੂਇਆ। ਸੋ ਦੈਟਸ ਅ ਵੈਰੀ ਫਰਸਟ ਪ੍ਰੂਫ। ਜਦੋਂ ਅਸੀਂ ਨਵੇਂ ਸਿਰੇ ਤੋਂ ਪੈਦਾ ਹੁੰਦੇ, ਮੇਰੇ ਗੂਸਬੰਪਸ ਹੋ ਰਹੇ ਨੇ, ਲੱਗਦਾ ਜਸ ਸਕਿਨ ਲੱਥ ਜਾਣੀ ਆ। The Holy Spirit ਅੰਦਰੋਂ ਮੇਰੀ ਜਿਹੜੀ ਰੂਹ ਆ ਛਲਾਂਗਾ ਮਾਰ ਰਹੀ ਹੈ ਗੱਲਾਂ ਕਰ ਕਰਕੇ, ਔਰ ਇਸ ਵੇਲੇ ਲੱਖਾਂ ਕਰੋੜਾਂ ਫਰਿਸ਼ਤੇ ਆਪਣੇ ਪੈਰਾਂ ਤੇ ਖੜੇ, ਔਰ ਜਿੰਨੇ ਨਬੀ ਮੁਕੱਦਸ ਲੋਕ ਸਾਡੇ ਤੋਂ ਪਹਿਲਾਂ ਜਾ ਚੁੱਕੇ ਨੇ, ਉਹ ਖੜੇ ਹੋ ਕੇ ਪਰਮੇਸ਼ਰ ਦੀ ਆਸਮਾਨ ਤੇ ਔਰ ਜ਼ਮੀਨ ਤੇ ਸਾਡੇ ਨਾਲ ਵਡਿਆਈ ਕਰ ਰਹੇ ਨੇ। ਹਾਲੇਲੂਇਆ, ਹਾਲੇਲੂਇਆ। ਸੋ ਅਗਰ ਯਿਸੂ, ਸਾਨੂੰ ਪ੍ਰੂਫ ਮਿਲ ਗਿਆ ਕਿ ਯਿਸੂ ਜ਼ਿੰਦਾ ਹੈ ਔਰ ਅਸੀਂ ਰੂਹ ਨਾਲ ਮਾਮੂਰ ਹੋ ਗਏ ਹਾਂ, ਅਗਰ ਯਿਸੂ ਨਾ ਹੁੰਦਾ, ਨਾ ਅਸੀਂ ਬਚਦੇ, ਨਾ ਯਿਸੂ ਮਰਦਾ ਸਾਡੀ ਖਾਤਰ, ਨਾ ਜ਼ਿੰਦਾ ਹੁੰਦਾ, ਤੇ ਕੀ ਅਸੀਂ ਅੱਜ ਇਸ ਪਾਕ ਰੂਹ ਦੀ ਗੱਲਬਾਤ ਕਰ ਸਕਦੇ ਸੀ? ਨਹੀਂ। ਸੋ ਇਸ ਲਈ ਸਭ ਤੋਂ ਵੱਡਾ ਪ੍ਰੂਫ ਇਹ ਹੈ ਕਿ ਪ੍ਰਭੂ ਯਿਸੂ ਜ਼ਿੰਦਾ ਹੈ ਔਰ ਸਾਡੇ ਅੰਦਰ ਵਾਸ ਕਰਦਾ ਹੈ। ਆਮੀਨ। ਹਾਲੇਲੂਇਆ। ਰੋਮੀਓ 8 ਉਹਦੀ 11 ਪੜਾਂਗੇ। ਬਹੁਤ ਸਾਰੇ ਰੈਫਰੈਂਸ ਹੈ, ਤੁਸੀਂ ਜੋ ਨੋਟ ਕਰ ਰਹੇ ਹੋ ਤੁਸੀਂ ਲਿਖ ਲੈਣਾ, ਲੇਕਿਨ ਮੈਂ ਚਾਹੂੰਗੀ ਕਿ ਅਸੀਂ ਆਪਾਂ ਜੇ ਇਹਨੂੰ ਦੇਖੀਏ 8:11 ਵਿੱਚ ਦੇਖੀਏ। 8 ਬਾਬ ਉਹਦੀ 11, ਰੋਮੀਓ 8 ਬਾਬ ਉਹਦੀ 11 ਪੜ੍ਹਨਾ। ਤੁਸੀਂ ਪੜ੍ਹਦੇ ਹੋ ਨਾ, ਬੋਲੋ ਆਪਾਂ ਜੀ ਪੜ੍ਹੋ ਤੁਸੀਂ, ਮੈਂ ਨਾ ਪੜ੍ਹਨਾ ਪੜ੍ਹਦੇ ਹਾਂ ਜੀ। ਮੇਰੇ ਕੋਲ ਐਨਕਾਂ ਨਹੀਂ ਥੱਲੇ ਆ, ਐਨਕ ਥੱਲੇ ਪਈ ਐਨਕ ਬਾਹਰ ਥੱਲੇ। ਅੱਛਾ ਠਹਿਰ ਜਾ, ਮੁਸ਼ਕਿਲ ਹੋ ਜਾਣਾ। 8 ਬਾਬ ਕੋਈ ਨਾ, ਮੈਂ ਪੜ੍ਹਦੀ ਠਹਿਰ। 8 11 ਹੈ ਤਾਂ ਜੀ। ਅੱਛਾ। ਰੋਮੀਓ 8 ਉਹਦੀ 11। ਅਤੇ ਜੇ ਉਹ ਦਾ ਆਤਮਾ ਜਿਹਦੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਲਵਾਇਆ ਤੁਹਾਡੇ ਵਿੱਚ ਵਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਲਵਾਇਆ, ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ, ਤੁਹਾਡੀਆਂ ਮਾਰਗ ਦੇਹਾਂ ਨੂੰ ਵੀ ਜਲਾਵੇਗਾ। ਕੈਸੀ ਗੱਲ ਹੈ। ਤੇਰਾ ਸ਼ੁਕਰ। ਜਿਨੇ ਯਿਸੂ ਨੂੰ ਜ਼ਿੰਦਾ ਕੀਤਾ, ਜਦੋਂ ਖੁਦਾਵੰਦ ਮਸਲੂਬ ਹੋ ਗਏ, ਕਬਰ ਦੇ ਵਿੱਚ ਰੱਖੇ ਗਏ, ਜਿਸ ਰੂਹ ਨੇ ਯਿਸੂ ਨੂੰ ਕਬਰ ਤੋਂ ਬਾਹਰ ਕੱਢਿਆ, ਅੱਜ ਤੁਹਾਨੂੰ ਵੀ ਆਪਣੇ ਪੁਰਾਣੇ ਧਰਮਾਂ ਤੋਂ, ਬਿਮਾਰੀਆਂ, ਲਾਂਤਾਂ ਤੋਂ, ਉਹ ਸਾਰੇ ਬੁਰੇ ਕੰਮਾਂ ਚੋਂ, ਉਹ ਤੁਹਾਨੂੰ ਉਹ ਕਬਰ ਚੋਂ ਕੱਢ ਲਿਆਇਆ ਹੈ। ਆਮੀਨ। ਇਸ ਕਰਕੇ ਪਵਿੱਤਰ ਆਤਮਾ ਹੁਣ ਸਾਡੇ ਵਿੱਚ ਵਾਸ ਕਰਦਾ ਹੈ, ਔਰ ਸਾਨੂੰ ਇਹ ਨਿਸ਼ਾਨ ਮਿਲਦਾ ਹੈ ਕਿ ਜਿਹੜੇ ਆਤਮਾ ਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਚੋਂ ਜ਼ਿੰਦਾ ਕੀਤਾ, ਉਹੀ ਪਰਮੇਸ਼ਰ ਦਾ ਆਤਮਾ, ਸੇਮ ਸਪਿਰਿਟ
ਜਿਹੜਾ ਹੋਲੀ ਸਪਿਰਿਟ ਹੈ, ਉਹ ਪਾਕ ਰੂਹ ਹੈ, ਜਿਹੜਾ ਯਿਸੂ ਦੇ ਨਾਲ ਕੰਮ ਕਰਦਾ ਸੀ, ਉਹ ਸਾਡੇ ਨਾਲ ਕੰਮ ਕਰਦਾ ਹੈ। ਹਾਲੇਲੂਇਆ, ਹਾਲੇਲੂਇਆ। ਅਗਰ ਯਿਸੂ ਆਸਮਾਨ ਤੇ ਨਾ ਜਾਂਦੇ ਔਰ ਉੱਥੇ ਜਾ ਕੇ ਸਾਨੂੰ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਦੇ ਪੈਂਟੀਕੋਸਟ ਵਾਲੇ ਦਿਨ ਕਿ ਪਵਿੱਤਰ ਰੂਹ ਆਏਗਾ, ਮੈਂ ਹਵਾਲਾ ਤੁਸੀਂ ਲਿਖ ਲਓ, ਅਸੀਂ ਪੜਾਂਗੇ ਨਹੀਂ, ਯੂਹੰਨਾ 16 ਉਹਦਾ 7ਵਾਂ ਵਰਸ ਹੈਗਾ, 16 ਅਧਿਆਇ 7 ਵਰਸ ਤੁਸੀਂ ਪੜ੍ਹ ਸਕਦੇ ਹੋ ਕਿ ਖੁਦਾਵੰ ਨੇ ਇਹ ਪ੍ਰੂਵ ਕੀਤਾ ਕਿ ਪਾਕ ਰੂਹ ਜਦੋਂ ਪੈਂਟੀਕੋਸਟ ਵਾਲੇ ਦਿਨ ਆਇਆ, ਖੁਦਾ ਨੇ ਇਹ ਪ੍ਰੂਵ ਕਰ ਦਿੱਤਾ ਕਿ ਉਹੀ ਰੂਹ ਜਿਹੜਾ ਇਸ ਦੁਨੀਆ ਤੇ ਇਸ ਧਰਤੀ ਤੇ ਸ਼ੁਰੂ ਤੋਂ ਕੰਮ ਕਰਦਾ ਸੀ, ਉਸ ਪਵਿੱਤਰ ਆਤਮਾ ਨੂੰ ਤੁਹਾਡੀ ਔਰ ਮੇਰੀ ਖਾਤਰ ਭੇਜ ਦਿੱਤਾ। ਹਾਲੇਲੂਇਆ, ਸੋ ਵੀ ਹੈਵ ਦ ਸੇਮ ਸਪਿਰਿਟ ਜੋ ਰਸੂਲਾਂ ਦੇ ਉੱਤੇ ਸੀਗਾ, ਉਹੀ ਰੂਹ ਅੱਜ ਕਲੀਸਿਆਵਾਂ ਦੇ ਉੱਪਰ ਹੈ। ਤੇ ਜਦੋਂ ਸਾਨੂੰ ਭੁੱਖ ਲੱਗਦੀ ਉਹਨੂੰ ਹੋਰ ਜਾਣਨ ਵਾਸਤੇ ਅੱਜ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਖੁਦਾ ਦਾ ਰੂਹ ਸਾਡੇ ਨਾਲ ਕੰਮ ਕਰਦਾ ਹੈ ਔਰ ਕੀ ਕਰਦਾ ਹੈ। ਖੁਦਾ ਦਾ ਕਲਾਮ ਸਾਨੂੰ ਸਭ ਤੋਂ ਪਹਿਲਾਂ ਸਿਖਾਉਂਦਾ ਹੈ। ਜਦੋਂ ਤੁਸੀਂ ਕਿਸੇ ਨਾਲ, ਮੈਂ ਨੌਨ ਕ੍ਰਿਸਚਨ ਹਾਂ, ਮੇਰੇ ਨਾਲ ਕੋਈ ਜਦੋਂ ਗੱਲਬਾਤ ਕਰਦਾ ਹੈ, ਮੈਂ ਉਹਨੂੰ ਕਤਰਾਨੀ ਹਾਂ ਕਿ ਮੈਂ ਆਪਣੇ ਧਰਮ ਵਿੱਚ ਬਹੁਤ ਸੈੱਟ ਹਾਂ, ਮੈਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ, ਮੇਰੇ ਮਾਂ-ਬਾਪ ਇੱਦਾਂ ਪੂਜਾ ਪਾਠ ਕਰਦੇ ਸੀਗੇ, ਫਲਾਨਾ ਇੱਦਾਂ ਕਰਦਾ ਸੀਗਾ, ਆਈ ਡੋਂਟ ਕੇਅਰ, ਪਰ ਮੈਨੂੰ ਪਤਾ ਕਿ ਮੈਂ ਰੱਬ ਦੇ ਕੋਲ ਜਾਣਾ ਹੈ। ਲੇਕਿਨ ਉਸ ਰੱਬ ਦਾ ਨਾਂ ਨਹੀਂ ਮੈਨੂੰ ਪਤਾ, ਬਹੁਤ ਸਾਰੇ ਰੱਬ ਹੈ ਮੇਰੇ ਕੋਲ। ਲੇਕਿਨ ਜਦੋਂ ਪਵਿੱਤਰ ਆਤਮਾ ਦੇ ਜ਼ਰੀਏ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਆਪਣੀ ਗਵਾਹੀ ਦਿੰਦੇ ਹਾਂ, ਤੇ ਅਸੀਂ ਪ੍ਰਭੂ ਦੇ ਕਲਾਮ ਦੇ ਰਾਹੀਂ ਉਸ ਰੂਹ ਤੱਕ ਪਹੁੰਚਦੇ ਹਾਂ। ਪਵਿੱਤਰ ਆਤਮਾ ਸਾਨੂੰ ਕਾਇਲ ਕਰਦਾ ਹੈ, ਸਾਡੇ ਆਸੇ ਪਾਸੇ ਹੁੰਦਾ ਹੈ, ਸਾਨੂੰ ਦੱਸਦਾ ਹੈ ਵਚਨ ਦੇ ਰਾਹੀਂ। ਤੋਂ ਜਦ ਵਚਨ ਦੇ ਰਾਹੀਂ ਦੱਸਦਾ ਹੈ, ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ, ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਜਦੋਂ ਅਸੀਂ ਗੈਰ ਜ਼ੁਬਾਨਾਂ ਬੋਲਦੇ ਹਾਂ ਕੀ ਕਰਦੇ ਹਾਂ। ਇਹ ਸਾਡੇ ਅੰਦਰ ਜਦੋਂ ਜਦੋਂ ਅਸੀਂ ਰੂਹ ਵਿੱਚ ਮਾਮੂਰ, ਕਿੰਨੇ ਜਣੇ ਗੈਰ ਜ਼ੁਬਾਨਾਂ ਦੇ ਬਪਤਿਸਮਾ ਪਾ ਚੁੱਕੇ ਨੇ? ਓਕੇ, ਤੁਸੀਂ ਸਾਰੇ ਪ੍ਰੈਕਟਿਸ ਕਰਦੇ ਹੋ, ਬੋਲਦੇ ਹੋ। ਓਕੇ, ਅਸੀਂ ਦੁਆ ਅੱਜ ਕਰਨੀ ਹੈ ਜਿਨ੍ਹਾਂ ਕੋਲ ਨਹੀਂ ਪਵਿੱਤਰ ਆਤਮਾ ਔਰ ਗੈਰ ਜ਼ੁਬਾਨਾਂ, ਤਾਂ ਕਿ ਉਹ ਵੀ ਉਹ ਪਾ ਸਕਣ ਇਸ ਵਰਦਾਨ ਨੂੰ। ਇਹ ਤੁਹਾਡੇ ਅੰਦਰ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਡੂੰਘਾ ਖੂਹ, ਡੂੰਘੇ ਖੂਹ ਦੇ ਵਿੱਚੋਂ ਪਵਿੱਤਰ ਆਤਮਾ ਨੇ ਲੈਣਾ ਹੈ, ਕਿਉਂਕਿ ਉੱਪਰ ਤਾਂ ਹੈ ਹਾਲੇਲੂਇਆ, ਪ੍ਰੇਜ਼ ਦਾ ਲਾਰਡ, ਲੜ ਵੀ ਲਿਆ, ਝਗੜ ਲਿਆ, ਇਹ ਵੀ ਕੁਝ ਕਰ ਰਿਹਾ, ਲੇਕਿਨ ਖੁਦਾ ਨੇ ਜਦੋਂ ਤੁਹਾਨੂੰ ਪਾਕ ਰੂਹ ਦਾ ਬਪਤਿਸਮਾ ਦੇਣਾ ਹੈ, ਗੈਰ ਜ਼ੁਬਾਨਾਂ ਦਾ ਖਾਸ ਤੌਰ 'ਤੇ ਬਪਤਿਸਮਾ ਦੇਣਾ ਹੈ, ਤਾਂ ਤੁਹਾਡੇ ਅੰਦਰ ਉਹ ਡੂੰਘਾ ਖੂਹ ਆ ਜਿਹਦੇ ਵਿੱਚੋਂ ਸਿਰਫ ਪਵਿੱਤਰ ਆਤਮਾ ਹੀ ਕੱਢ ਸਕਦਾ ਹੈ ਤੁਹਾਡੀ ਆਤਮਾ 'ਚ ਉਹ ਗੁਣ। ਹਾਲੇਲੂਇਆ। ਸੋ ਇਹ ਸਿਰਫ ਜ਼ੁਬਾਨ ਦੇ ਨਾਲ ਬੋਲਣ ਨਾਲ ਮੇਰਾ ਗੈਰ ਜ਼ੁਬਾਨਾਂ ਔਰ ਲੋਕਾਂ ਨੂੰ ਸ਼ਿਫਾ ਮੈਂ ਥੋੜੀ ਦੇਣੀ, ਜੀਸਸ ਦੇ ਨਾਲ ਸਭ ਕੁਝ ਹੋ ਰਿਹਾ, ਲੇਕਿਨ ਇਹ ਖਜ਼ਾਨਾ ਜਿਹੜਾ ਸਮਝੋ ਤੁਹਾਡੇ ਅੰਦਰ ਐਡਾ ਡੂੰਘਾ ਖੂਹ ਆ ਜਿਹਦੇ ਵਿੱਚੋਂ ਸਿਰਫ ਪਰਮੇਸ਼ਰ ਹੀ ਕੱਢ ਸਕਦਾ ਹੈ। ਸੋ ਖੁਦਾਵੰਦ ਕਰੇ ਕਿ ਅੱਜ ਤੁਹਾਡੀ ਇਸ ਗੱਲ ਦੇ ਨਾਲ ਮਦਦ ਹੋਵੇ। ਜਦੋਂ ਇਸ ਗਹਿਰੇ ਜਿਹੜਾ ਖੂਹ ਅੰਦਰ ਸਾਡੇ ਲੱਗਾ ਹੈ, ਉਹ ਰੂਹ ਦਾ ਖੂਹ ਹੈ, ਠੀਕ ਹੈ, ਉਹਦੇ ਅੰਦਰੋਂ ਖੁਦਾ ਜੀ ਨੇ ਕੱਢਣਾ ਹੈ। ਔਰ ਜਿਹੜਾ ਸਿੰਸੀਅਰ ਹੈ, ਜਿਹੜਾ ਖੁਦਾ ਦੇ ਨਾਲ ਚੱਲਦਾ ਹੈ ਔਰ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਖੁਦਾ ਉਹਨੂੰ ਇਹ ਦੁਆ ਕਰਨ ਦੀ ਭਾਸ਼ਾ ਦਿੰਦਾ ਹੈ। ਹਾਲੇਲੂਇਆ। ਜਦੋਂ ਆਪਾਂ ਗੈਰ ਜ਼ਬਾਨਾਂ ਬੋਲਦੇ ਹਾਂ, ਇਹਦਾ ਮਤਲਬ ਖੁਦਾ ਜੀ ਸਾਨੂੰ ਇੱਕ ਐਸੀ ਲੈਂਗੁਏਜ ਦੇ ਰਹੇ ਜੋ ਨਾ ਪੈਸੇ ਨਾਲ ਖਰੀਦੀ ਜਾਂਦੀ ਹੈ। ਤੁਸੀਂ ਸਾਰੇ ਬਾਈਬਲ ਨੂੰ ਜਾਣਦੇ ਹੋ, ਬਾਈਬਲ ਵਿੱਚ ਐਸਾ ਵਾਕਿਆ ਹੋਇਆ, ਇਹ ਸਿਰਫ ਉਹ ਖੂਹ ਦੇ ਵਿੱਚੋਂ ਉਹ ਹੀ ਕੱਢ ਸਕਦਾ ਜਿਹਨੇ ਤੁਹਾਡੇ ਵਿੱਚ ਡਿਪੋਜ਼ਿਟ ਕੀਤਾ ਹੋਇਆ ਹੈ। ਕਿਸੇ ਨੂੰ ਕੀ ਪਤਾ ਤੁਹਾਡੇ ਅੰਦਰ ਕੀ ਹੈ, ਕਿਸੇ ਨੂੰ ਕੀ ਪਤਾ, ਉੱਪਰੋਂ ਤਾਂ ਮੈਂ ਕੱਪੜੇ ਪਾਏ, ਸੋਨਾ ਸਭ ਕੁਝ ਲੱਗ ਰਹੀ, ਲੇਕਿਨ ਇਹ ਮੇਰਾ ਅੰਦਰ ਦਾ ਜਿਹੜਾ ਆਦਮੀ ਹੈ, ਜਿਹੜਾ ਮੇਰਾ ਬਾਤਲ ਹੈ, ਜੋ ਮੇਰਾ ਆਤਮਾ ਹੈ, ਮੇਰਾ ਰੂਹ ਹੈ, ਖੁਦਾਵੰਦ ਉਹਦੇ ਜ਼ਰੀਏ ਆਪਣਾ ਆਪ ਦਿਖਾਉਣਾ ਚਾਹੁੰਦਾ ਹੈ। ਸੋ ਤੁਹਾਡੇ ਅੰਦਰ ਇੱਕ ਐਸਾ ਖਜ਼ਾਨਾ, ਇੱਕ ਐਸਾ ਗਹਿਰਾ ਖੂਹ ਆ ਕਿ ਜਿਹਦੇ ਵਿੱਚ ਇਦਾਂ ਹੀ ਥੋੜੀ ਜਿਹੀ ਬਾਲਟੀ ਸੁੱਟਣ ਨਾਲ ਮਾੜਾ ਜਿਹਾ ਪਾਣੀ ਉੱਪਰੋਂ ਨਹੀਂ ਚੁੱਕਣਾ, ਪਰ ਉਹਨੇ ਥੱਲੇ ਜਾ ਕੇ ਭਰ ਕੇ ਉੱਪਰੋਂ ਡਿੱਗਦਾ ਹੋਇਆ ਇਦਾਂ ਦਾ ਤੁਹਾਡੇ ਅੰਦਰ ਉਹਨੇ ਜਿਹੜਾ, ਉਹਨੂੰ ਕਹਿੰਦੇ ਨੇ ਰੂਹ ਦੇ ਨਾਲ ਮਾਮੂਰ ਹੋ ਜਾਣਾ। ਤੋ ਖੁਦਾ ਕਿਸ ਤਰ੍ਹਾਂ ਸਾਡੇ ਨਾਲ ਗੱਲ ਕਰਦਾ ਹੈ? ਖਾਮੋਸ਼ੀ ਵਿੱਚ ਵੀ ਸਾਡੇ ਨਾਲ ਗੱਲ ਕਰਦਾ ਹੈ। ਅੱਛਾ, ਇਸ ਤੋਂ ਪਹਿਲਾਂ ਅਸੀਂ ਅੱਗੇ ਜਾਈਏ। ਹੁਣ ਤੁਸੀਂ ਜੇ ਪਵਿੱਤਰ ਆਤਮਾ ਪਾਉਣਾ ਹੈ, ਸਭ ਤੋਂ ਪਹਿਲੇ ਸਾਨੂੰ ਇਹ ਸਬਕ ਸਿੱਖਣਾ ਪਏਗਾ ਕਿ ਅਸੀਂ ਕਿਹਦੇ ਅਧੀਨ ਹਾਂ, ਕਿਹਦੇ ਅੰਡਰ ਹਾਂ, ਕੌਣ ਸਾਡਾ ਮੈਂਟਰ ਹੈ, ਕੌਣ ਸਾਨੂੰ ਜਿਹੜਾ ਸਾਡਾ ਉਸਤਾਦ ਹੈ ਸਿਖਾਉਣ ਵਾਲਾ। ਕਿਉਂਕਿ ਜਿਸ ਤਰ੍ਹਾਂ ਦਾ ਉਸਤਾਦ ਹੋਏਗਾ, ਜਿਹੜਾ ਰੂਹ ਉਹਦੇ ਉੱਤੇ ਹੋਏਗਾ, ਉਹ ਉਹਦੀ ਸਾਰੀ ਕਲੀਸਿਆ ਦੇ ਉੱਤੇ ਆ ਜਾਏਗਾ। ਓਕੇ, ਰਾਈਟ ਨਾਓ ਜਿਸ ਤਰ੍ਹਾਂ ਕਪਲਸ ਜਿਹੜੇ ਨੇ ਖੁਦਾ ਦੀ ਖਿਦਮਤ ਕਰਦੇ ਨੇ, ਉਹਨਾਂ ਦੇ ਉੱਤੇ ਜਿਹੜਾ ਆਤਮਾ ਹੋਏਗਾ, ਉਹਨਾਂ ਦੋਨਾਂ ਨੂੰ ਇੱਕੋ ਜਿਹੀ ਖੁਦਾ ਦੀ ਪਹਿਚਾਨ ਹੋਣੀ ਚਾਹੀਦੀ ਹੈ, ਇੱਕੋ ਜਿਹੀ ਭੁੱਖ ਦੋਨਾਂ 'ਚ ਹੋਣੀ ਚਾਹੀਦੀ ਆ। ਅਗਰ ਇੱਕ ਕਮਜ਼ੋਰ ਹੋ ਰਿਹਾ ਤੇ ਦੂਜਾ ਉਹਨੂੰ ਤਗੜਾ ਕਰੇ, ਨਾ ਕਿ ਉਹਨੂੰ ਹੋਰ ਵੀ ਥੱਲੇ ਆਪਣੇ ਪੈਰਾਂ ਦੇ ਮਿੱਧਣੇ ਦੀ ਕੋਸ਼ਿਸ਼ ਕਰੇ। ਤਾਂ ਜੋ ਕਪਲਸ ਜੋ ਕਰਤੇ ਹਨ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਟੈਕ ਹੁੰਦਾ ਹੈ, ਖਾਸ ਤੌਰ ਤੇ ਟੰਗਸ ਨੂੰ, ਜ਼ੁਬਾਨ ਜਿਹੜੀ ਗੈਰ ਜ਼ੁਬਾਨ ਨੂੰ ਜਿੰਨਾ ਜ਼ਿਆਦਾ ਬੋਲਾਂਗੇ ਉਨਾ ਜ਼ਿਆਦਾ ਅਸੀਂ ਕਰੀਬ ਖੁਦਾ ਦੇ ਹੋਵਾਂਗੇ। ਘੰਟਾ ਐਟਲੀਸਟ, ਕਮ ਸੇ ਕਮ ਵੀ 1 ਘੰਟਾ 2 ਘੰਟੇ ਖੁਦਾ ਦੇ ਖਾਦਮ ਗੈਰ ਜ਼ੁਬਾਨਾਂ ਦੇ ਵਿੱਚ ਦੁਆ ਕਰਦੇ ਨੇ।
ਜਿੰਨਾ ਤੁਸੀਂ ਗੈਰ ਜ਼ੁਬਾਨਾਂ ਦੇ ਵਿੱਚ ਦੁਆ ਕਰੋਗੇ ਉਤਨਾ ਹੀ ਜ਼ਿਆਦਾ ਤੁਹਾਡੀ ਨਜ਼ਦੀਕੀ ਖੁਦਾ ਦੇ ਨਾਲ। ਲੁੱਕ ਆਈ ਐਮ ਜਸਟ ਗੈਟਿੰਗ ਗੂਜ਼ਬੰਪਸ ਐਵਰੀਵੇਅਰ। ਆਈ ਲਵ ਦਿਸ। ਜਿੰਨਾ ਜ਼ਿਆਦਾ ਤੁਸੀਂ ਗੈਰ ਜ਼ੁਬਾਨਾਂ ਬੋਲੋਗੇ ਉਨਾ ਜ਼ਿਆਦਾ ਤੁਸੀਂ ਪਵਿੱਤਰ ਆਤਮਾ ਤੁਹਾਨੂੰ ਅੰਦਰੋਂ ਪਵਿੱਤਰ ਕਰੇਗਾ। ਫਿਰ ਉਹ ਜਿਹੜਾ ਪਿਆਰ ਤੁਹਾਡੀ ਵਫਾਦਾਰੀ ਖੁਦਾ ਦੇ ਨਾਲ ਹੈ, ਕੀ ਕਿਹਾ ਸਾਰਾ ਕੀ ਕਹਿੰਦੀ ਸੀ ਆਪਣੇ ਸਵਾਮੀ ਨੂੰ, ਆਪਣੇ ਹਸਬੈਂਡ ਨੂੰ स्वामी कह के बुलाती सी। सो की करती हो औरत और मर्द फिर इफेक्शनेट हो जाते हैं, जैसे आप खुदा दे रूह नाल सेंसिटिव हो जाने, इंटीमेसी हो जाती है। फिर असी जेड़ा कि खुदा दी मोहब्बत प्योर और पाक हो जाती है, ना कि जस्ट सिर्फ सो जाना जाके एक बिस्तर विच नहीं, बट ड्यूरिंग द टाइम ऑफ मिनिस्ट्री अपने वास्ते वक्त कढ़ना और एक दूजे नूं दसना हाउ मच यू वैल्यू ईच अदर। आई एम टॉकिंग अबाउट द इनर मैन नाउ। मैं अंदर रूह दी गल करदी पई हां। अंदर दा रूह जद तक नहीं जागेगा, ਉਹਦੇ ਚ ਖੂਬੀਆਂ ਨਹੀਂ ਨਜ਼ਰ ਆਣਗੀਆਂ ਤੇ ਅਸੀਂ ਮੈਂ ਆਪਣੀ ਬੇਟੀ ਨੂੰ ਬੇਟੀ ਦੀ ਤਰ੍ਹਾਂ ਪਿਆਰ ਨਹੀਂ ਕਰ ਸਕਦੀ, ਮੈਂ ਆਪਣੇ ਪੁੱਤਰ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਪਿਆਰ ਨਹੀਂ ਕਰ ਸਕਦੀ। ਫਿਰ ਖੁਦਾ ਕੀ ਕਰਦਾ, ਜਦੋਂ ਅੰਦਰ ਡੂੰਘੇ ਖੂਹ ਦੇ ਵਿੱਚੋਂ ਕੱਢਣਾ ਸ਼ੁਰੂ ਕਰ ਦਿੰਦਾ ਹੈ, ਫਿਰ ਤੁਸੀਂ ਆਪਣੇ ਸਭ ਤੋਂ ਪਹਿਲੇ ਨੈਕਸਟ ਜਿਹੜਾ ਤੁਹਾਡਾ ਆਫ ਕੋਰਸ ਮੈਂ ਸਰਫਰਾਜ਼ ਨੂੰ ਵੀ ਆਪਣਾ ਇਫੈਕਸ਼ਨ ਸ਼ੋ ਕਰਾਂਗੀ ਨਾ, ਖੁਦਾ ਦੀ ਦੁਆ ਕਰਕੇ ਉਹਦੇ ਨਾਲ ਵਫਾਦਾਰੀ ਨਾਲ ਚੱਲ ਕੇ ਮੇਰੇ ਦਿਲ 'ਚ ਪਿਆਰ ਆਏਗਾ। ਹੁਣ ਉਹ ਪਵਿੱਤਰ ਆਤਮਾ ਹੀ ਹੈ ਜਿਹੜਾ ਸਿਰਫ ਮੇਰੀਆਂ ਆਦਤਾਂ ਨੂੰ ਬਦਲਦਾ ਜਾਂਦਾ ਹੈ। क्योंकि अगर एक कपल है, ਉਹਦੀ वाइफ सेफ्ड है, हसबैंड सेफ नहीं है, लेकिन वो हसबैंड ਨੂੰ ਇੰਨਾ ਚੰਗਾ ਆ ਕਿ ਉਹ ਘਰ ਨੂੰ ਵੀ ਚਲਾਉਂਦਾ ਹੈ, ਬੱਚਿਆਂ ਦੀ ਵੀ ਲੁੱਕ ਆਫਟਰ ਕਰਦਾ ਹੈ, ਰੋਟੀ ਪ੍ਰੋਵਾਈਡ ਕਰਦਾ ਹੈ, ਹੌਲੀਡੇ ਜਾਣਾ ਹੈ ਪ੍ਰੋਵਾਈਡ ਕਰਦਾ, ਲੇਕਿਨ ਹਜੇ ਉਹ ਬੱਚਾ ਨਹੀਂ ਹੈਗਾ, ਹਜੇ ਉਹ ਪ੍ਰਭੂ ਕੋਲ ਨਹੀਂ ਆਇਆ। ਇਹਦਾ ਮਤਲਬ ਇਹ ਨਹੀਂ ਕਿ ਉਹ ਭੈਣ ਆਪਣਾ ਦਿਲ ਛੱਡ ਦੇਵੇ, ਬਲਕਿ ਉਹਦੇ ਸਿਰ ਨੂੰ ਫੜ ਲਵੇ। क्यों? क्योंकि खुदा कहता मैं सोचां नूं भी कंट्रोल करदा हां। हालेलुया। सॉरी सरफराज, आई हैड टू डू दैट। ओ भैन जेहड़ी है ओ सचमुच अपने पति दे सिर नूं फड़ लवे, नॉट फिजिकली फड़ लवे, बल्कि ओदी सोचां ओदी ख्यालां नूं रूह दे हत्थ विच दे देवे। प्रेज द लॉर्ड। हालेलुया। हालेलुया। जाके ओदे बेडरूम दे विच जिथे ओ सौंदा है, बेशक ओदी शर्ट रख देवे, ओनू प्यार करे और खुदा की तारीफ करे, इन्ना अच्छा मैंने पति दिता, मेरे बच्चों को रोटी प्रोवाइड करता है, उन्होंने लुक आफ्टर करता है, और अगर बीमार है तो रातों को जागता है, उसकी तारीफ करे ताकि पवित्र आत्मा उस प्यार नू सचमुच उस प्यार नू पवित्र प्यार बना देवे। हालेलुया। थैंक यू जीसस। दिस इज ये आप प्रैक्टिकल गल्लां कर रहे हैं ना, वी हेयर लॉट ऑफ स्क्रिप्चर्स मैं तुहानू दे सकदी हां, तो बहुत सारियां मैं गल्लां दे सकदी तुहानू, बट आई थिंक अपने ਜਿਹੜੇ ਲੋਕਾਂ ਦੇ ਵਿੱਚ ਕਮੀ ਹੈ ਪ੍ਰੈਕਟੀਕਲ ਇਹਨੂੰ ਸਿੱਖਣ ਦੀ ਜਿਹੜੀ ਥੋੜੀ ਜਿਹੀ ਕਮੀ ਹੈ। I believe that. Thank you brother, I appreciate that so much. So looking at this ਕਿ ਗੈਰ ਜ਼ੁਬਾਨਾਂ ਵੀ ਬੋਲੀਆਂ, ਪਤਾ ਚੱਲ ਗਿਆ ਲॉर्ड जीसस ਸਾਡੇ ਨਾਲ ਹੈਗਾ। ਸੋ ਹੁਣ ਜਿਹੜੀ ਪਤੀ ਜਿਹੜਾ ਨਹੀਂ ਬਚਿਆ ਹੈ, ਪਵਿੱਤਰ ਆਤਮਾ ਮਤਲਬ ਪਵਿੱਤਰ ਕਲਾਮ ਸਾਨੂੰ ਦੱਸਦਾ ਹੈ ਕਿ ਉਹਦੇ ਸੁਭਾਅ ਦੇ ਨਾਲ, ਉਹਦੀਆਂ ਹਰਕਤਾਂ ਦੇ ਨਾਲ, ਉਹਦੇ ਕੰਮਕਾਜ ਨਾਲ, ਉਹਦੇ ਉੱਠਣ ਬੈਠਣ ਦੇ ਨਾਲ ਉਹ ਪਵਿੱਤਰ ਵਚਨ ਦੇ ਰਾਹੀਂ ਜੋ ਬੋਲੇਗੀ ਉਹਦੀ ਜ਼ਿੰਦਗੀ ਦੇ ਵਾਸਤੇ, ਉਹਦੇ ਸੋਚਾਂ ਵਾਸਤੇ, ਉਹਦੇ ਦਿਮਾਗ ਵਾਸਤੇ, ਉਹ ਆਹਿਸਤਾ ਆਹਿਸਤਾ ਉੱਤਰ ਕੇ ਉਹਦੇ ਦਿਲ ਵਿੱਚ ਆ ਜਾਏਗੀ। ਜਦੋਂ ਪਤਨੀ ਆਪਣੇ ਪਤੀ ਨੂੰ ਜਿੱਤਣਾ ਚਾਹਵੇ ਤਾਂ ਉਹਦੀਆਂ ਸੋਚਾਂ ਦੇ ਵਾਸਤੇ ਦੁਆ ਕਰਨਾ ਸ਼ੁਰੂ ਕਰ ਦੇਵੇ, ਔਰ ਪਵਿੱਤਰ ਆਤਮਾ ਉਹਨੂੰ ਲੈ ਕੇ ਕਹਿੰਦਾ ਨਾ ਸੁਨਹਿਰੀ ਤੇਲ ਉਹਦੇ ਤੋਂ ਡੁੱਲਦਾ ਹੈ ਔਰ ਪੈਰਾਂ ਤੱਕ ਜਾਂਦਾ ਹੈ। ਉਹ ਫਿਰ ਤੇਲ ਜਿਹੜਾ ਨਾ ਖੂਹ ਚੋਂ ਲਿਆ, ਔਰਤ ਦੇ ਅੰਦਰ ਹੀ ਹੈ ਨਾ ਜਿਹੜੀ ਆਪਣੇ ਪਤੀ ਲਈ ਦੁਆ ਕਰੀ, ਉਸ ਵੇ ਅੱਛਾਈ ਨੂੰ ਲਿਆ, ਮਤਲਬ ਉਹਦੀ ਅੱਛਾਈ ਨੂੰ ਨਹੀਂ, ਪਵਿੱਤਰ ਆਤਮਾ ਦੇ ਫਲਾਂ ਨੂੰ ਜਿਹੜੇ ਚੋਂ ਜ਼ਾਹਿਰ, ਉਹ ਚੋਂ ਨਜ਼ਰ ਆਉਂਦੇ ਨੇ, ਫਿਰ ਖੁਦਾ ਦਾ ਰੂਹ ਉਹ ਪਤੀ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਗਾ। ਸੋ ਆਈ ਥਿੰਕ ਇਟਸ ਅ ਵੈਰੀ ਇਨਕਰੇਜਿੰਗ ਟੂ ਨੋ ਕਿ ਅਨਸੇਵਡ ਹਸਬੈਂਡ ਵਾਸਤੇ ਆਪਾਂ ਕਿੱਦਾਂ ਪ੍ਰਾਰਥਨਾ ਕਰ ਸਕਦੇ ਹਾਂ। Hallelujah. Hallelujah. And of course husband can do the same, husband भी ਉਹਦੇ ਵਾਸਤੇ ਕਰ ਸਕਦਾ ਹੈ। So these are some of these practical things that I wanted to share with you. और अगर देखिए कि ਜਿੱਦਾਂ ਦਾ ਬੰਦਾ ਹੋਏਗਾ, ਜਿੱਦਾਂ ਦਾ ਕਪਲ ਹੋਏਗਾ, ਜੋ ਆਪका ਮੈਂਟਰ ਹੋਗਾ ਉसी ਤਰ੍ਹਾਂ ਦੇ ਤੁਸੀਂ ਬਣ ਜਾਓਗੇ। ਔਰ ਖੁਦਾ ਦਾ ਰੂਹ ਕਦੀ ਵੀ ਉੱਥੇ ਕੰਮ ਨਹੀਂ ਕਰਦਾ, ਜਿੰਨਾ ਮਰਜ਼ੀ ਰੌਲਾ ਪਾ ਲਓ, ਜਿਤਨਾ ਮਰਜ਼ੀ सोना लगा लो यहाँ, जितना मर्जी कुछ कर लो, खुदा दा घर अगर खड़ा है तो पवित्र आत्मा ने खड़ा किया है। क्यों? क्योंकि यीशु नूं जलाल देना चाहता है, और किन्हां नूं तैयार कर रहा है? जो यीशु के वापसी का इंतजार कर रहे हो, वो दुल्हन तैयार कर रहा है, वो चरवाहा। सो सब तो पहली ये गल है कि जिद्दां दा तुहाडा मेंटर होएगा, जिद्दां दा तुहाडा तुहानूं सिखाउण वाला होएगा, नॉट नेसेसरी आई एम टॉकिंग अबाउट उस्ताद सरफराज या मैं या सिस्टर मीना या भाई, नहीं, ਜਿਹਦੇ ਵੀ ਨਾਲ ਵੀ ਤੁਸੀਂ ਬਹਿ ਕੇ ਬਾਈਬਲ ਸਟੱਡੀ ਕਰਦੇ ਹੋ, ਜਿਹਦੇ ਕੋਲੋਂ ਵੀ ਤੁਸੀਂ ਸਿੱਖਦੇ ਹੋ, ਪਹਿਲੇ ਦੇਖੋ ਉਹਦੀ ਜ਼ਿੰਦਗੀ ਕੈਸੀ ਹੈ। ਥੈਂਕ ਯੂ ਜੀਸਸ, ਥੈਂਕ ਯੂ ਲਾਰਡ, ਹਾਲੇਲੂਇਆ। ਸੋ ਸਭ ਤੋਂ ਪਹਿਲਾਂ ਕਿ ਸਾਨੂੰ ਮੈਂਟਰ ਦੇਖਣਾ ਹੈ, ਸਾਨੂੰ ਸਿਖਾਉਣ ਵਾਲਾ ਕਿਹੜਾ ਹੈ, ਕਿ ਉਹਦੇ ਉੱਤੇ ਜਿਹੜਾ ਮਸਾ ਹੈ ਸਾਨੂੰ ਉਹ ਮਸਾ ਮਿਲਦਾ ਹੈ। ਮੈਂ ਪਰਸਨਲੀ ਕਨਵੈਸ ਕਰਨਾ ਚਾਹੁੰਦੀ ਕਿ ਨੋਟ ਬਿਕੋਜ਼ ਅਸੀਂ ਰਿਕਾਰਡਿੰਗ ਕਰ ਰਹੇ ਇਸ ਜਗ੍ਹਾ ਦੇ ਵਿੱਚ, ਮੈਂ ਥੋਰਲੀ ਇੰਜੋਏ ਕਰਦੀ ਹਾਂ ਖੁਦਾ ਦੇ ਰੂਹ ਦੀ ਹਜ਼ੂਰੀ ਜਦੋਂ ਮੈਂ ਇਸ ਚਰਚ ਵਿੱਚ ਆਉਂਦੀ ਹਾਂ। ਸੋ ਜਿੱਦਾਂ ਦੀ ਅਨੋਇੰਟਿੰਗ ਮਸਾ ਹੋਏਗਾ ਮੈਂਟਰ ਤੇ, ਉਸੇ ਤਰ੍ਹਾਂ ਦੂਸਰਿਆਂ ਦੇ ਉੱਤੇ ਵੀ ਆ ਜਾਏਗਾ।
ਮੈਂ ਜਦੋਂ ਖੁਦਾ ਜੀ ਦੇ ਕੋਲ ਆਈ ਮੈਨੂੰ ਨਹੀਂ ਸੀ ਪਵਿੱਤਰ ਆਤਮਾ ਦੇ ਬਾਰੇ ਚ ਇੰਨਾ ਪਤਾ, ਔਰ ਮੈਨੂੰ ਡਿਨੋਮੀਨੇਸ਼ਨ ਨੇ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ, ਬਹੁਤ ਰਵਾਇਆ ਕਿਹਾ ਕਿ ਨਹੀਂ ਇਹ ਤਾਂ ਰਸੂਲਾਂ ਲਈ ਹੁੰਦਾ ਸੀਗਾ। ਇਹ ਤਾਂ ਜਦੋਂ ਯਹੂਨਾ ਜਦੋਂ ਪਟਮਸ ਦੇ ਜਜ਼ੀਰੇ ਦੇ ਵਿੱਚ ਸੀਗਾ, ਵਿਚਾਰਾ ਬਹੁਤ ਬਿਮਾਰ ਸੀਗਾ, ਬਹੁਤ ਬਿਮਾਰ ਸੀ, ਬਜ਼ੁਰਗ ਹੋ ਗਿਆ ਸੀਗਾ, ਉਹ ਮਰਨ ਲੱਗਾ ਸੀਗਾ, ਤਾਂ ਲੇਕਿਨ ਉਹ ਕਈ ਲੋਕੀ ਬਿਮਾਰ ਆਏ, ਉਹਨਾਂ ਦੇ ਹੱਥ ਰੱਖੇ, ਉਹਨਾਂ ਨੇ ਸ਼ਿਫਾ ਪਾਈ, ਫਲਾਣੇ ਨੇ ਇਹ ਕੀਤਾ ਉਹ ਕੀਤਾ, ਲੇਕਿਨ ਜਦੋਂ ਬਸ ਵਿਚਾਰਾ ਦਮ ਦੇ ਗਿਆ, ਖਤਮ ਹੋ ਗਿਆ, ਤਾਂ ਪਵਿੱਤਰ ਆਤਮਾ ਵੀ ਨਾਲ ਹੀ ਚਲਾ ਗਿਆ, ਮੁੜ ਕੇ ਨਹੀਂ ਆਇਆ। ਦੈਟਸ ਆਲਸੋ ਕਈ ਲੋਕ ਇੱਦਾਂ ਸੋਚਦੇ ਹੈਗੇ, ਲੇਕਿਨ ਮੈਂ ਜਦੋਂ ਖੁਦਾ ਦੇ ਵਿੱਚ ਆਈ ਤੇ ਆਫ ਕੋਰਸ ਮੇਰਾ ਵੀ ਬਹੁਤ ਅੱਛਾ ਤਜਰਬਾ ਹੋਇਆ। ਮੇਰਾ ਮਾਲਟਾ ਦੇ ਵਿੱਚ ਐਕਸਪੀਰੀਅੰਸ ਹੋਇਆ, ਇੱਕ ਹੋਟਲ ਦੇ ਕਮਰੇ ਦੇ ਵਿੱਚ, ਜਿੱਥੇ ਸਰਫਰਾਜ਼ ਦੇ ਵੱਡੇ ਭਰਾ ਜਿਹੜੇ ਮੇਰੇ ਜੇਠ ਸੀਗੇ ਪ੍ਰਾਰਥਨਾ ਕਰ ਰਹੇ ਸੀਗੇ, ਔਰ ਉਸ ਦੌਰਾਨ ਉਹ ਗੈਰ ਜ਼ੁਬਾਨਾਂ ਬੋਲ ਰਹੇ ਸੀ, ਟੰਗਸ ਬੋਲ ਰਹੇ ਸੀ, ਖੁਦਾ ਦੀ ਤਾਰੀਫ ਕਰ ਰਹੇ ਸੀ। ਉਸ ਵੇਲੇ ਜਿਹੜਾ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਸੀ, ਮੇਰੇ ਉੱਪਰ ਵੀ ਆਇਆ। ਮੈਂ ਗੈਰ ਜ਼ੁਬਾਨਾਂ ਤਾਂ ਨਹੀਂ ਉਸ ਵੇਲੇ ਬੋਲੀਆਂ, ਪਰ ਮੈਨੂੰ ਇੰਨਾ ਪਤਾ ਚੱਲ ਗਿਆ ਕਿ ਮੈਂ ਬਹੁਤ ਹੀ ਨਿਕੰਮੀ और नापाक औरत हाँ। खुदा का रूह जब आएगा की करेगा, ਤੁਹਾਨੂੰ ਤੁਹਾਡੇ ਗੁਨਾਹਾਂ ਨੂੰ, ਤੁਹਾਡੀ ਬੁਰਾਈਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਏਗਾ। ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਛੱਡ ਕੇ ਪਵਿੱਤਰ ਆਤਮਾ ਦੇ ਲੈਣਾ ਹੈ, ਦਾ ਵਰਦਾਨ ਲੈਣਾ ਹੈ, ਜਾਂ ਤੁਸੀਂ ਫਿਰ ਉਹੀ ਨਰਕ ਦੀ ਜ਼ਿੰਦਗੀ ਗੁਜ਼ਾਰਨੀ ਹੈ। तो उस वक्त मेरी ज़िंदगी उस होटल के कमरे च 2 o'clock एट नाइट रात को मेरी ज़िंदगी बदल गई, और उस तो बाद मेरी ज़िंदगी कभी सेम नहीं रही। यानी कि वो बल्ब जो लगा सी डस्ट पिया, गंद पिया, सब कुछ किसी ने गौर नहीं किया। लेकिन द मोमेंट मैं उन्होंने लोगों की हजूरी में गई जेडे यीशु दे फरजंद बेटे और बेटियां कहलाते सी, जेडे उहदा नूर और उहदी रोशनी सी, वो रोशनी ने मैनू भी मेरे नेरे तो दूर कर दिता। हालेलुया। वो मैनू कट के उसने नहीं देखा मेरा मजहब धर्म की है, लेकिन वो मैनू कट के लेके आ गया। सो मेरी ये शॉर्ट सी टेस्टमनी, उसके बाद मैं चर्च में आई, जिदा दस्या पास्टर जॉर्ज पैरट लूटन पेंटिकॉस्टल चर्च में मेरा भी जन्म होया 1995 विच। पवित्र आत्मा से मैं मामूर हो गई, गैर जुबाना मैं कदी नहीं सी बोलिया, मैं बोलना शुरू कर दिता। जब खुदा ने अपना रूह भेजिया, नबियां दे जरिए काम किया, उस तो बाद असीं देखते हाँ कि लॉर्ड जीसस ने डिसाइपल्स दे नाल काम किया, और उन्होंने दे उत्ते लिखा ना, जो मुर्दियां चों जी उठे प्रभु यीशु जी, तो उन्होंने उन्होंने दे उत्ते फूक के यानी कि फूक मारी। ही लिखा है बाइबल में, लिखा पंजाबी पता नहीं किस लिखा है कि दैट ही ब्रीथ्ड, मतलब अपना जो सांस है उन्होंने उत्ते साह पा दिता। कि जब खुदावन ने अपने रसूलों के उत्ते अपना आत्मा, अपना दम फूंकिया, यानी कि आत्मा अपना दिता, तो जो पवित्र आत्मा यीशु ते सी उन्हें अपने रसूलों ने दिता। अब रसूलों ने की किया, उन्होंने जो हुक्म होया दुनिया के आखिर तक तुसीं मनादी करनी है, तो की किया, उसी पवित्र आत्मा ने उन्हें रसूलों ने इस्तेमाल किया। और ये जब आत्मा आया, तो अकॉर्डिंग टू द बुक ऑफ एक्ट्स चैप्टर 2 पढ़ते कि जिस दिन पवित्र आत्मा आया, जिथे वो ठहरे से, जिथे वो बैठे से, रुके से, वो सारी उनकी नींहां हिल गई। द फाउंडेशनस ऑफ दैट बिल्डिंग शुक। आप कितनी बार उत्थे यरूशलेम जा चुके हैं जिथे पवित्र आत्मा उन्होंने मिलिया। सो कहने तो मुराद है कि पेंटीकॉस्ट का दिन शुरू होया, हजे खत्म नहीं होया, एंड नहीं होया पेंटीकॉस्ट दा। वी सैलीब्रेट पेंटीकॉस्ट इस करके असीं कहने आ कि प्लीज़ सानू पवित्र आत्मा जी दे बारे च दसो, सानू दसो किद्दां ओह गल करदा। असीं पवित्र आत्मा नू देख सकदे हां? नहीं। हवा चलदी है उहनू देख सकदे हां? नहीं। निकोदीमस नू की किया, जदों हवा चलदी आ उहनू तुसीं देख नहीं सकदे, ओह किधरों आउंदी आ ते किधर जांदी आ। पवित्र इसी तरह असीं उहनू महसूस कर सकते हैं, जिद्दां हवा नू महसूस कर सकते हैं, पर असीं उहनू देख नहीं सकते। हुण कई बार साडा तजर्बा हुंदा है, यू हैव टू बी वेरी सेंसिटिव टू द स्पिरिट, होली स्पिरिट देना बड़ा तुहानू सेंसिटिव होना पैंदा है। और क्या लिखा है सफरस, जो मैं मतलब गल नू खत्म करिए कि यीशु दे उत्ते जिहड़ा आत्मा सी, यीशु दा रूह सी जिहड़ा उहने अपने शागिर्दां नू दिता। पेंटीकॉस्ट शुरू होया ते पेंटीकॉस्ट अजे तक चलदा जा रहा है, क्योंकि हजे आपां सारिआं नू रूह विच वधना, और कईआं नू नहीं पवित्र आत्मा दा वरदान उन्हां ने हजे लेना है। सो द पेंटीकॉस्ट हैजंट एंडेड येट। जी मैथ्यू 10:1 ਉਹਦਾ 10ਵਾਂ ਬਾਬ मत्ती दा और ਉਹਦੀ पहली आयत। फिर उसने अपने 12 शागिर्दों को पास बुलाकर उनको नापाक रूहों पर इख्तियार बख्शा कि उनको निकालें और हर तरह की बीमारी और हर तरह की कमज़ोरी को दूर करें। हालेलुया। सो रसूलों नू जदों ये आत्मा दिता, वो कन्विक्शन लोगों के विच आउण लग गया। उन्हां विच जिहड़ियां बद आत्मा सी दूरों ही नੱਠदियां, चीकां मारदियां, खुदा दा कलाम फैलन लगा, गिरजाघर बनने लगे, लोग रूना मामूर होने लग पे, कलीसियां बनने लगी, और मर्द और औरत गैर जुबाने बोलने लगे। आमीन आमीन। बंदे और औरत दे विच कोई फर्क नहीं हो रहा।
ਜੈਸੇ 12 ਸ਼ਾਗਿਰਦਾਂ ਨੂੰ ਖੁਦਾ ਜੀ ਨੇ ਇਕੱਠਾ ਕੀਤਾ, ਇਸੇ ਤਰ੍ਹਾਂ ਔਰਤਾਂ, ਤੀਵੀਆਂ ਤੇ ਬੰਦਿਆਂ ਨੂੰ ਹੁਣ ਕੰਟੀਨਿਊਸਲੀ ਪਵਿੱਤਰ ਆਤਮਾ ਦੀ ਜਿਹੜੀ ਪ੍ਰੇਇੰਗ, ਜਿਹੜੀ ਤੁਹਾਨੂੰ ਜ਼ੁਬਾਨ ਦਿੱਤੀ ਹੈ, ਟੰਗਸ ਯਾਨੀ ਕਿ ਦੁਆ ਕਰਨ ਦਾ ਇਹ ਜਿਹੜਾ ਤੁਹਾਡੇ ਹੱਥ 'ਚ ਹਥਿਆਰ ਹੈਗਾ, ਤੁਹਾਡੇ ਮੂੰਹ ਦੇ ਵਿੱਚ ਆ, ਇਹਨੂੰ ਅਸੀਂ ਬਹੁਤ ਘੱਟ ਇਸਤੇਮਾਲ ਕਰਦੇ, ਇੰਕਲੂਡਿੰਗ ਮਾਈ ਸੈਲਫ। ਸਾਨੂੰ ਘੱਟੋ ਘੱਟ ਖੜੇ ਹੋ ਕੇ ਆਪਣੇ ਕਮਰੇ 'ਚ, ਆਪਣੀ ਜਗ੍ਹਾ 'ਚ 1 ਘੰਟਾ ਸਾਨੂੰ ਸਪਿਰਿਚੁਅਲ ਵਾਰਫੇਅਰ ਯਾਨੀ ਕਿ ਸਰੀਰਿਕ ਜਿਹੜੀਆਂ ਸਾਡੀਆਂ ਆਦਤਾਂ ਨੇ, ਜਿਹੜੇ ਸਾਡੇ ਕਮਜ਼ੋਰੀਆਂ ਨੇ, ਉਹਦੀ ਜੰਗ ਲੜਨੀ ਹੈ। ਸੋ ਗੈਰ ਜ਼ੁਬਾਨਾਂ ਦੇ ਵਿੱਚ ਆਦਮੀ ਔਰ ਔਰਤ ਕੰਟੀਨਿਊ ਕਰਨ, ਰੁਕਣਾ ਨਹੀਂ ਹੈ। ਕਈ ਲੋਕ ਬਹੁਤ ਜ਼ਿਆਦਾ ਜ਼ੋਰ ਰੋਜ਼ੇ ਤੇ ਦਿੰਦੇ ਨੇ ਔਰ ਚਿੜਚਿੜਾਪਨ ਉਹਨਾਂ ਦਾ ਹੋ ਜਾਂਦਾ ਹੈ, ਮੂੰਹ ਵੀ ਹੋ ਜਾਂਦਾ ਹੈ, ਵੇਟ ਵੀ ਘਟ ਜਾਂਦਾ, ਭੈੜੇ ਜਿਹੇ ਲੱਗਦੇ ਨੇ। ਕਿਉਂ? ਕਿਉਂਕਿ ਜਿਹੜਾ ਅਸਲੀ ਖਜ਼ਾਨਾ ਉਹਨਾਂ ਨੂੰ ਦਿੱਤਾ ਹੈ ਉਹਨੂੰ ਇਸਤੇਮਾਲ ਨਹੀਂ ਕਰਦੇ। ਉਹ ਰੋਜ਼ਾ ਰੱਖਦੇ, ਬੋਡੀ ਕਮਜ਼ੋਰ ਹੋ ਗਈ, ਚਲੋ ਵੇਟ ਵੀ ਲੂਜ਼ ਹੋ ਗਿਆ, ਅੱਛੇ ਸਮਾਰਟ ਲੱਗਾਂਗੇ, ਕੀ ਹੁੰਦਾ 6 ਮਹੀਨੇ ਬਾਅਦ ਉਸ ਤੋਂ ਵੀ ਜ਼ਿਆਦਾ ਮੋਟੇ ਹੋ ਜਾਂਦੇ ਨੇ। ਸੋ ਕਈਆਂ ਲੋਕਾਂ ਨੂੰ ਅਗਰ ਲੱਗਦਾ ਹੈ ਮੁਸ਼ਕਿਲ, ਕਿਉਂਕਿ ਜੈਸੇ ਹਮਾਰੀ ਡਾइट है, सिस्टम है, यहाँ का ਆਪਾਂ नहीं रोज़ा रख सकते, खुदा जानता है, रूह जानता है, और एक दिन आएगा जो पवित्र आत्मा कहेगा चल पैम अज रोज़ा रख ले, हाँ मैं रखांगी मन्ना। बट अपने को जी सहेली ने रखे 40 रोजे, मैं भी रखांगी नहीं, 21 रोजे रख लो, 9 रोजे रख लो, इन्ना करो। फिर साडा ते गैर धर्म दे विच की फर्क होया? क्योंकि पवित्र आत्मा जहां खुदा का रूह है वहां आज़ादी है। सो वेरी शॉर्टली मैं फिनिश करांगी। देयर इज सो मच, आई होप कि ਆਪਾਂ ਨੈਕਸਟ ਮੰਥ ਜਦੋਂ ਫੇਰ ਆਈ ਆਪਾਂ ਇਹਨੂੰ ਕੰਟੀਨਿਊ ਰੱਖੀਏ। ਇਟਸ ਵੈਰੀ ਇੰਟਰਸਟਿੰਗ ਕਿਉਂਕਿ ਪ੍ਰੈਕਟੀਕਲੀ ਆਪਾਂ ਸਿੱਖਦੇ ਹਾਂ ਪਵਿੱਤਰ ਆਤਮਾ ਨੂੰ ਕਿੱਦਾਂ ਸੁਣਨਾ ਹੈ, कैसे अपने उसके साथ चलना है। सो ਜਿੱਦਾਂ ਆਪਾਂ ਹਵਾ ਨੂੰ ਨਹੀਂ ਦੇਖ ਸਕਦੇ, ਮਹਿਸੂਸ ਕਰਦੇ, ਇਸ ਤਰ੍ਹਾਂ ਪਵਿੱਤਰ ਆਤਮਾ ਸਾਡਾ ਗੱਲ ਕਰਦਾ ਹੈ। ਸਾਡੇ ਮੇਰੇ ਕੰਨ ਵਿੱਚ ਕਈ ਵਾਰ ਹੁੰਦਾ ਜਿੱਦਾਂ ਕੋਈ ਵਿਸਪਰ ਕਰਦਾ, ਪਰ ਮੈਨੂੰ ਪਤਾ ਹੈ ਪਵਿੱਤਰ ਆਤਮਾ ਕਈ ਵਾਰ ਤੁਹਾਡੇ ਹੱਥ ਨੂੰ ਛੂਏਗਾ, ਕਦੀ ਤੁਹਾਡੇ ਕੋਲ, ਜਿੱਦਾਂ ਆਪਾਂ खुदा ਨੂੰ ਨੇੜੇ ਹੋ ਕੇ ਦੇਖਣਾ ਚਾਹੁੰਦੇ, ਪਵਿੱਤਰ ਆਤਮਾ ਵੀ ਸਾਡੇ ਉਹਨਾਂ ਹੀ ਨਜ਼ਦੀਕ ਆਉਣਾ ਚਾਹੁੰਦਾ ਹੈ। ਯੂ ਅੰਡਰਸਟੈਂਡ? ਇਹ ਟੂ ਵੇ, ਇਟਸ ਨਾਟ ਅ ਵਨ ਵੇ ਲਵ, वन वे इफेक्शन नहीं है, दोनों तरफ ते बराबर है, दोनों तरफा है। सो अगर रूह दे विच अगे आपां वधना है, और की करेगा रूह, सानू की करेगा, सानू जिहड़ी जुबान दित्ती है दुआ करन वास्ते, वो की हैगा टंग्स हैगियां ने। पहला करंथियां तुसीं नोट कर लो, पहला करंथियां 12-14 नोट कर लो, मैं बोलदी जानी अगर पेन हैगा। पहला करंथियां 12-14 रसूलां दे करतब यानी कि एक्ट्स, बुक ऑफ एक्ट्स चैप्टर 2 वर्स 4। ओके, अब हम कहते हैं कि रसूलां दे काम, क्योंकि पेंटिकॉस्ट शुरू होया अकॉर्डिंग टू द बुक ऑफ एक्ट्स, लेकिन वो एक्चुअली रसूलां दे काम नहीं, वो पवित्र आत्मा दे काम रसूलां दे राहें। आमीन आमीन। You see, we say book of Acts प्रेरितों दे काम, प्रेरितों दे काम नहीं, पवित्र आत्मा के काम प्रेरितों के जरिए ਉਹਨਾਂ ਦੇ ਥਰੂ ਹੋ ਕੇ। ਸੋ ਹੁਣ ਆਪਾਂ ਕਲੀਸਿਆ, ਆਪਾਂ ਬਦਨ ਯਿਸੂ ਦਾ, ਹੁਣ ਉਹੀ ਪਵਿੱਤਰ ਆਤਮਾ ਜਦੋਂ ਈਦੇ ਪੈਂਟੀਕੋਸਟ 120 ਦੀ ਜਮਾਤ ਵਿੱਚ ਕੰਮ ਕੀਤਾ, ਉਹ ਅੱਜ ਇੱਕ ਇੱਕ ਇੰਡੀਵਿਜੂਅਲ ਵਿੱਚ ਕਰਨਾ ਚਾਹੁੰਦਾ ਹੈ। ਹਾਲੇਲੂਇਆ। ਕਿੰਨੇ ਜਣੇ ਕਹਿੰਦੇ ਪਵਿੱਤਰ ਆਤਮਾ ਜੀ ਤੁਸੀਂ ਆਪਣਾ ਕੰਮ ਲਓ ਸਾਡੇ ਕੋਲੋਂ? ਹਾਲੇਲੂਇਆ, ਜੀਸਸ, ਥੈਂਕ ਯੂ ਲਾਰਡ, ਦੈਟਸ ਵੰਡਰਫੁਲ। ਤੋ ਜੋ ਇਹ ਨੋਟ ਕਰ ਲਓ ਤੁਸੀਂ, ਦ ਵਰਕਸ। ਅੱਛਾ, ਹੁਣ ਅੱਗੇ ਦੇਖਦੇ ਰੋਮਨਸ 8:26 ਵੀ ਤੁਸੀਂ ਨੋਟ ਕਰ ਲਓ। हाँ जी, रोमन्स 8:26 रोमिया का खत, ਉਹਦਾ 8:26 ਨੂੰ ਵੀ ਨੋਟ ਕਰ ਲਓ। ਪਹਿਲਾ ਤੈਸਲੋਨੀਅਨ 5:17, क्योंकि ਤੁਸੀਂ ਦੁਆ ਕਰਨ ਤੋਂ ਨਹੀਂ ਹਟਣਾ, क्योंकि ਸਾਡੇ ਕੋਲ ਟਾਈਮ ਬਹੁਤ ਕਮ ਹੈ, ਮੈਂ ਤੇ ਸਾਰਾ ਕੁਝ ਦੱਸ ਸਕਦੀ ਸੀ, ਲੇਕਿਨ ਇਹ ਚ ਲਿਖਿਆ ਕਿ ਪ੍ਰੇ ਵਿਦਆਊਟ ਸੀਜ਼ਿੰਗ, ਕੁਝ ਵੀ ਹੋ ਜਵੇ ਗੈਰ ਜ਼ੁਬਾਨਾਂ ਚ ਪ੍ਰਾਰਥਨਾ ਕਰਨਾ ਨਹੀਂ ਛੱਡਣਾ, ਬੋਲਦੇ ਜਾਣਾ। ਫਿਰ ਕੀ ਹੋਏਗਾ? ਉਹਦੇ ਨਾਲ ਜਿਹੜਾ ਤੁਹਾਡਾ ਸਰੀਰ ਕਮਜ਼ੋਰ ਹੋਏਗਾ, ਯਾਨੀ ਕਿ ਜਦੋਂ ਹੁਣ ਅਸੀਂ ਦੁਆ ਕਰਦੇ ਗੈਰ ਜ਼ੁਬਾਨਾਂ ਦੇ ਵਿੱਚ, ਫॉर इंस्टेंस मैं एग्जांपल दिन्नी आ, ਮੈਨੂੰ ਮੀਨਾ ਕਹਿੰਦੇ ਕਿ ਮੇਰੇ ਵਾਸਤੇ ਦੁਆ ਕਰੋ, ਜਾਂ ਮੀਨਾ ਨੂੰ ਕੋਈ ਕਹਿੰਦਾ ਕਾਂਗਰੀਗੇਸ਼ਨ ਵਿੱਚ ਦੁਆ ਕਰੋ, ਇਹ ਜਾ ਕੇ ਕਹਿੰਦੇ ਨੇ ਅੱਛਾ ਮੈਂ ਤੇਰੇ ਵਾਸਤੇ ਦੁਆ ਕਰਦਾ, ਇਹਦਾ ਮਤਲਬ ਆਪਣੇ ਦਿਮਾਗ ਨਾਲ ਸ਼ੁਰੂ ਹੋ ਗਏ ਨੇ, ਹਾਂ ਮੈਂ ਮੰਗਦਾ। ਔਰ ਤੁਹਾਨੂੰ ਪਤਾ ਚੱਲ ਜਾਂਦਾ ਕਿ ਜਦੋਂ ਤੁਸੀਂ ਦਿਮਾਗ ਨਾਲ ਦੁਆ ਕਰਦੇ ਆ ਤਾਂ ਦੂਸਰਾ ਜਿਹੜਾ ਬੰਦੇ ਹੋ, ਅਸੀਂ ਆਲਮੋਸਟ ਨੈਗੇਟਿਵ ਗੱਲ ਸੁਣ ਰਹੇ ਹੁੰਦੇ, ਤੂੰ ਦੁਆ ਤਾਂ ਕਰਦੀ ਹੈ, ਹੋਣਾ ਤਾਂ ਹੈ ਨਹੀਂਗਾ, ਤੈਨੂੰ ਫਲਾਨੀ ਚੀਜ਼ ਦੀ ਜ਼ਰੂਰਤ, ਇਹ ਹੋਣੀ ਤਾਂ ਹੈ ਨਹੀਂਗੇ। ਵਾਈ? ਬਿਕੋਜ਼ ਤੁਸੀਂ ਦਿਮਾਗ ਨਾਲ ਕਰ ਰਹੇ ਆ। ਅਬ ਤੁਸੀਂ ਕਹਿ ਸਕਦੇ ਹੋ ਕਿਸੇ ਦੇ ਕੋਲ ਜਾ ਕੇ ਕਿ ਸਿਸਟਰ ਜਾਂ ਬ੍ਰਦਰ ਤੁਸੀਂ ਮਾਈਂਡ ਨਾ ਕਰਨਾ, ਕਿਉਂਕਿ ਇਹ ਸਪਿਰਿਚੁਅਲ ਵਾਰਫੇਅਰ ਹੈ, ਆਤਮਿਕ ਜੰਗ ਆ, ਤਾਂ ਮੈਂ ਗੈਰ ਜ਼ੁਬਾਨਾਂ 'ਚ ਤੁਹਾਡੇ ਲਈ ਪ੍ਰੇ ਕਰਾਂਗੇ, ਪਰ ਤੁਸੀਂ ਫਿਕਰ ਨਹੀਂ ਕਰਨਾ, ਮੈਂ ਐਸੀ ਕੁਝ ਨਹੀਂ ਗੱਲ ਕਹਿ ਰਹੀ, ਪਰ ਮੈਂ ਗੈਰ ਜ਼ੁਬਾਨਾਂ। ਕਿਉਂ? ਜੇ ਤੁਸੀਂ ਗੈਰ ਜ਼ੁਬਾਨਾਂ 'ਚ ਕਰੋਗੇ, ਫਿਰ ਉਸ ਖੂਹ ਦੇ ਵਿੱਚੋਂ, ਉਸ ਡੈਪਥ ਵਿੱਚੋਂ ਜਿਹੜੀ ਦੁਆ ਤੁਹਾਡੀ ਜਿਹੜੀ ਹੈਗੀ ਲੱਗੂਗੀ, ਤੇ ਉਸ ਜਿਹੜਾ ਕੰਮ ਦੇ ਵਾਸਤੇ ਤੁਸੀਂ ਦੁਆ ਕਰ ਰਹੇ ਆ ਉਹ ਪੂਰਾ 100% ਹੋਗਾ। ਕਿਉਂ? ਕਿਉਂਕਿ ਉਹਦੇ ਵਿੱਚ ਸ਼ੈਤਾਨ ਦੀ ਇੰਟਰਫੇਰੈਂਸ ਨਹੀਂ, ਉਹਦੇ ਵਿੱਚ ਤੁਹਾਡੀ ਆਪਣੀ ਨੌਲੇਜ ਨਹੀਂ ਆ, ਆਪਣੀ ਅਕਲ ਨਹੀਂ ਆ, ਸਿਰਫ ਪਵਿੱਤਰ ਆਤਮਾ ਖੁਦ ਜਿਹੜਾ ਹੈ ਉਸ ਬਿਮਾਰੀ ਨਾਲ, ਉਸ ਸਿਚੁਏਸ਼ਨ ਨਾਲ ਡੀਲ ਕਰ ਰਿਹਾ ਹੈ। ਆਮੀਨ ਆਮੀਨ, ਹਾਲੇਲੂਇਆ। ਸੋ ਜਦੋਂ ਅਸੀਂ ਦੇਖਣਾ ਕਿ ਦੁਆ ਕਰਨੋਂ ਨਹੀਂ ਹਟਣਾ, ਔਰ ਕਿਸੇ ਲਈ ਦੁਆ ਕਰਨੀ ਹੈ, ਇਹ ਨਹੀਂ ਕਿ ਉਹਨੂੰ ਪੋਲੇ ਲਫ਼ਜ਼ਾਂ 'ਚ ਨਹੀਂ, ਤੁਸੀਂ ਸ਼ੈਤਾਨ ਦੇ ਬਰਾਬਰ ਖੜੇ ਹੋ, ਸਾਹਮਣੇ ਖੜੇ ਹੋ, ਬਲਕਿ ਮੱਖੀ ਨੂੰ ਉਸ ਨੂੰ ਤੁਸੀਂ ਚੁੱਕ ਕੇ ਇੱਥੇ ਸੁੱਟਣਾ ਹਥਾਗੜੇ ਵਿੱਚ, ਵਾਪਸ ਨਹੀਂ ਆ ਸਕਦੀ।
ਇੰਨੀ ਅਥਾਰਟੀ ਤੁਹਾਡੇ ਕੋਲ ਹੈ। ਆਮੀਨ। ਓਕੇ, ਇੱਕ ਹੋਰ ਹਵਾਲਾ ਨੋਟ ਕਰ ਲਓ ਪਲੀਜ਼, ਇਫਸੀਆਂ ਦੀ ਕਿਤਾਬ ਉਹਦਾ 1:16, 2 ਟਿਮੋਥੀ ਉਹਦਾ 13 ਚੈਪਟਰ ਤੁਸੀਂ ਪੜ੍ਹ ਸਕਦੇ ਹੋ, ਇਫਸੀਆਂ 6:18। ਕਿਉਂ? ਕਿਉਂਕਿ ਜਦੋਂ ਸਾਡੇ ਕੋਲ ਪਵਿੱਤਰ ਆਤਮਾ ਤੇ ਅਸੀਂ ਕੀ ਕਰਦੇ ਹਾਂ, ਅਸੀਂ ਬੰਨ੍ਹਦੇ ਹਾਂ ਤੇ ਖੋਲਦੇ ਹਾਂ, ਅਸੀਂ ਬਦਰੂਆਂ ਨੂੰ ਬੰਨ੍ਹਦੇ ਹਾਂ ਤੇ ਬਰਕਤਾਂ ਨੂੰ ਖੋਲਦੇ ਹਾਂ। ਔਰ ਪਵਿੱਤਰ ਆਤਮਾ ਦੇ ਗਾਈਡੈਂਸ ਦੇ ਨਾਲ ਅਸੀਂ ਕਿੰਨੀ ਵਾਰੀ ਕਹਿੰਦੇ ਆ, ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਪੂਰਾ ਹੋਵੇ, ਜੋ ਜ਼ਮੀਨ ਤੇ ਯਿਸੂ ਨੇ ਕਿਹਾ ਤੁਸੀਂ ਬੰਨੋਗੇ ਆਸਮਾਨ ਵਿੱਚ ਬੰਨ ਦਿੱਤਾ ਜਾਏਗਾ, ਜੋ ਜ਼ਮੀਨ पे ਖੋਲੋਗੇ वो आसमान पे खोल दिया जाएगा। सो ਹੁਣ ਅਸੀਂ ਕਰਦੇ ਪਵਿੱਤਰ ਆਤਮਾ ਦੇ ਨਾਲ ਅਥਾਰਟੀ ਲੈ ਕੇ ਵੀ ਡੂਇੰਗ ਐਗਜ਼ੈਕਟਲੀ ਵਾਟ ਆਰ ਮਾਸਟਰ ਇਜ਼ ਟੀਚਿੰਗ ਅਸ। ਉਸ ਇਨਸਟੈਂਟ ਮੋਮੈਂਟ ਤੇ ਤੁਹਾਡੇ ਅੰਦਰੋਂ ਜਿਹੜਾ ਕਲਾਮ ਨੂੰ ਕੱਢ ਕੇ ਤੁਹਾਡੀ ਜ਼ੁਬਾਨ ਤੱਕ ਉਹ ਤਲਵਾਰ ਦੀ ਤਰ੍ਹਾਂ ਇਸਤੇਮਾਲ ਕਰਦਾ ਹੈ। ਸੋ ਕੀ ਕਰਨਾ, ਅਸੀਂ ਬੰਨਣਾ ਵਾ ਤੇ ਬਰਕਤਾਂ ਨੂੰ ਖੋਲਣਾ ਹੈ। ਸੋ ਯਿਸੂ ਕੀ ਕਹਿੰਦੇ, ਜੋ ਜ਼ਮੀਨ पे ਕਰੋਗੇ ਵੈਸਾ ਹੀ ਆਸਮਾਨ पे ਹੋ ਜਾਏਗਾ। ਹੁਣ ਅਸੀਂ ਇੱਕ ਗੱਡੀ ਡਰਾਈਵ ਕਰਦੇ ਪਏ ਆ, ਦਿਸ ਇਜ਼ ਵੈਰੀ ਕਾਮਨ, ਕਾਰ ਅਸੀਂ ਡਰਾਈਵ ਕਰਦੇ ਪਏ ਹਾਂ, ਅਸੀਂ ਕਿੰਨੇ ਵੈਸੇ ਤਾਂ ਏਸ਼ੀਅਨ ਲੋਕ ਵੈਸੇ ਵੀ ਮਿਊਜ਼ਿਕ ਦੇ ਬੜੇ ਸ਼ੌकीन ਨੇ, ਉਹ ਕਿਸੇ तरह ਦੇ म्यूजिक सुनन। जो हम मसीह हैं, खुदा दे रूह दे नाल मामूर हैं, अपनी गाड़ी में जब हम लगाते हैं तो की कर रहे हैं, ਅਸੀਂ गीत सुनने साडे गांदे ते जा रहे हैं, ठीक है, गांदे जा रहे हैं अपने दिमाग ਨਾਲ, ਸਾਨੂੰ ਮੈਮੋਰਾਈਜ਼ ਵੀ ਹੋ ਗਏ ਨੇ, लेकिन ਸਾਡੀ ਸੋਚ ਕਿਤੇ ਹੁੰਦੀ, ਜ਼ੁਬਾਨ कुछ बोल रही ਹੁੰਦੀ है क्योंकि वो टेप पे चल रहा होता। लेकिन अगर खामोशी है गाड़ी में तो आप ड्राइव भी कर रहे हैं, हालेलुया, प्रेज द लॉर्ड, तेरे मार खाने से यीशु मैंने शिफा पाई है। हैव यू ट्राइड दैट इन योर कार? गाड़ी जब चलाते हो कभी आपने गाया? ਜਿਹੜੇ ਬਹੁਤ ਸੋਹਣੇ ਸੋਹਣੇ ਸਿੰਗਰ ਗਾ ਸਕਦੇ ਹੋ ਤਾਂ ਪਤਾ ਨਹੀਂ ਕਿੰਨਾ ਕੁ ਇੰਜੋਏ ਕਰਦੇ ਨੇ। लेकिन अब क्या हो रहा है, ਆਪਾਂ ਦਿਮਾਗ ਵੀ ਕੰਮ ਕਰ ਰਿਹਾ, ਗੱਡੀ ਵੀ ਚੱਲ ਰਹੀ ਹੈ, ਸੇਮ ਟਰੈਕ ਤੇ ਜਾ ਰਹੀ, ਸਾਨੂੰ ਪਤਾ ਸਾਡੀ ਮੰਜ਼ਿਲ ਵੀ ਕੀ ਹੈ, ਔਰ ਨਾਲ ਨਾਲ ਅਸੀਂ ਖੁਦਾ ਦੀ ਰੂਹ ਦੇ ਵਿੱਚ ਕੀ ਕਰ ਰਹੇ, ਮਦਾ ਸਰਾਈ ਕਰ ਰਹੇ, ਵੀ ਪ੍ਰੇਜ਼ਿੰਗ ਗੋਡ ਇਨ ਆਰ ਸਪਿਰਿਟ। ਸੋ ਇਹ ਪ੍ਰੈਕਟੀਕਲ ਗੱਲਾਂ ਜਿਹੜੀਆਂ ਤੁਸੀਂ ਕਰੋਗੇ ਤਾਂ ਤੁਹਾਨੂੰ ਸੱਚਮੁੱਚ ਮੈਂ ਕਹਿੰਦੀ ਬੜੀ ਹਲਕੀ ਫੁਲਕੀ ਤੁਹਾਡੀ ਜ਼ਿੰਦਗੀ ਹੋ ਜਾਏਗੀ, ਸਾਰੇ ਤੁਹਾਡੇ ਬੋਝ ਖਤਮ ਹੋ ਜਾਣਗੇ। ਸੋ ਅਬ ਕੀ ਕੀਤਾ ਆਪਨੇ, ਆਪ ਨੂੰ ਤੁਹਾਨੂੰ ਸਮਝ ਦੇ ਨਾਲ ਵੀ ਕਰ ਰਹੇ ਹੋ ਤੇ ਚੰਗੀ ਅਕਲ ਨਾਲ ਵੀ ਕਰ ਰਹੇ ਹੋ ਤੇ ਚੰਗੀ ਗੱਲ ਕਰ ਰਹੇ ਹੋ। ਫਿਰ ਜਦੋਂ ਸਾਡਾ ਮਾਈਂਡ ਇਸ ਚੀਜ਼ ਨੂੰ ਅੰਡਰਸਟੈਂਡ ਕਰ ਲੈਂਦਾ ਹੈ, ਉਹਦੇ ਵਿੱਚ ਫਿਰ ਸ਼ੱਕ ਨਹੀਂ ਹੁੰਦਾ ਹੈ। ਹਾਲੇਲੂਇਆ। ਵਿਲ ਜਸਟ ਬੀ 5 more minutes, okay? ਔਰ ਨੈਕਸਟ ਥਿੰਗ ਸਾਨੂੰ ਕੀ ਕਰਦਾ, ਖੁਦਾ ਦਾ ਰੂਹ ਜਦੋਂ ਸਾਨੂੰ ਆਂਦਾ ਹੈ, ਸਾਨੂੰ ਜਦੋਂ ਇਹ ਲੈਂਗੁਏਜ ਦਿੰਦਾ ਹੈ, ਸਾਡੇ ਮਾਈਂਡ ਨੂੰ ਕੰਟਰੋਲ ਕਰਦਾ ਹੈ। ਫਿਰ ਕੀ ਕਰਦਾ, ਰੋਮੀਓ 8:27 ਦੇ ਮੁਤਾबिक खुदा ਦੀ पाक मर्जी ਨੂੰ हमारी जिंदगी में पूरा करता है। Isn't that awesome? खुदा ने क्या, जॉन 3:16 ਦੇ ਵਿੱਚ ਲਿਖਿਆ ਕਿ खुदा ने जहां से ऐसी मोहब्बत की, खुदा ने इन्ना प्यार किया इस दुनिया दे नाल, मेरे नाल, ਤੁਹਾਡੇ ਨਾਲ। ਫਿਰ ਕੀ ਹੁੰਦਾ, ਫਿਰ ਉਹਦੀ ਮਰਜ਼ੀ ਨੂੰ ਅਸੀਂ ਪੂਰਾ ਕਰਨ ਲੱਗ ਜਾਂਦੇ ਹਾਂ। ਅਸੀਂ ਉਹਨਾਂ ਸ਼ਬਦਾਂ ਦੇ ਵਿੱਚ ਆ ਜਾਂਦੇ ਹਾਂ ਜਿਹੜੇ ਪ੍ਰਭੂ ਨੇ ਆਪਣੀ ਜ਼ੁਬਾਨ ਨਾਲ ਕਹੇ ਸੀਗੇ, ਯੂਹੰਨਾ 3:16 ਦੇ ਵਿੱਚ। ਸੋ ਕੀ ਕਰਦੇ, ਜਦੋਂ ਪਿਆਰ ਕਰਨੇ ਪਰਮੇਸ਼ਰ ਨੂੰ, ਫਿਰ ਅਸੀਂ ਉਹਦਾ ਕੀ ਕਰਦੇ ਹਾਂ, ਉਹਦੀ ਮਰਜ਼ੀ ਦੇ ਮੁਤਾਬਿਕ ਅਸੀਂ ਜਿਹੜਾ ਕੰਮ ਕਰਦੇ ਹਾਂ। ਜਦੋਂ ਅਸੀਂ ਮਰਜ਼ੀ ਦੇ ਮੁਤਾਬਿਕ ਚੱਲਦੇ ਹਾਂ, ਪਵਿੱਤਰ ਆਤਮਾ ਨੂੰ ਪਹਿਲਾ ਦਰਜਾ ਦਿੰਦੇ ਹੋਏ, ਤੇ ਸਾਡਾ ਐਨਕਾਊਂਟਰ ਖੁਦਾ ਪ੍ਰਸਤ ਲੋਕਾਂ ਦੇ ਨਾਲ ਹੁੰਦਾ ਹੈ। ਜਦੋਂ ਅਸੀਂ ਰੱਬ ਦਾ, ਪ੍ਰਭੂ ਜੀ ਦਾ ਡਰ ਭੈ ਆਪਣੇ ਦਿਲ ਵਿੱਚ ਰੱਖਦੇ ਹਾਂ, ਤਾਂ ਫਿਰ ਪਰਮੇਸ਼ਰ ਆਟੋਮੈਟਿਕਲੀ ਸਾਨੂੰ ਉਹਨਾਂ ਹੀ ਭੈਣ ਭਰਾਵਾਂ ਨਾਲ ਮਿਲਾਉਂਦਾ ਹੈ ਜਿਹਦੇ ਨਾਲ ਸਾਨੂੰ ਠੰਡਕ ਪੈਂਦੀ ਹੈ ਯਿਸੂ ਦੀਆਂ ਗੱਲਾਂ ਕਰਕੇ, ਨਾ ਕਿ ਚੁਗਲੀਆਂ ਬੁਰਾਈਆਂ। ਹਾਲੇਲੂਇਆ ਜੀਸਸ। ਮੈਂ ਇਬਲੀਸ ਨੂੰ ਝਿੜਕਦੀ ਇਸ ਵੇਲੇ ਜਿਹੜਾ ਖੁਦਾ ਦੇ ਬਰਤਨਾਂ ਦੇ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਲੇਲੂਇਆ। ਝਿੜਕਦੀ ਮੈਂ ਯਿਸੂ ਦੇ ਨਾਂ ਦੇ ਵਿੱਚ। ਹਾਲੇਲੂਇਆ। ਸੋ ਕੀ ਕਰਦਾ, ਫਿਰ ਕਿੰਨਾ ਜਿਹੜੇ ਤੁਹਾਡੇ ਭੈਣ ਭਰਾ ਬਣ ਜਾਂਦੇ ਨੇ ਮਸੀਹ ਦੇ ਵਿੱਚ, ਉਹਨਾਂ ਦੇ ਨਾਲ ਤੁਹਾਡਾ ਐਨਕਾਊਂਟਰ ਕਰਾਉਂਦਾ। ਫਿਰ ਤੁਹਾਡੇ ਦੋਸਤ ਜਿਹੜੇ ਪੁਰਾਣੇ ਫਰੈਂਡਸ ਹੁੰਦੇ ਨੇ, ਲੇਕਿਨ ਉਹਨਾਂ ਨੂੰ ਖੁਦਾ ਦੇ ਬਾਰੇ 'ਚ ਨਹੀਂ ਪਤਾ ਹੁੰਦਾ, ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਹੈ। ਮੈਂ ਬਹੁਤ ਵਾਰ ਆਪਣੀ ਪੁਰਾਣੀਆਂ 20-20 ਸਾਲ ਦੀਆਂ ਸਹੇਲੀਆਂ ਨੂੰ, ਪੁਰਾਣੀਆਂ ਨੂੰ ਮਿਲਦੀਆਂ, ਮੈਂ ਫਨੀ ਗੱਲ ਹੈ ਕਿ ਮੈਂ ਵਿਚਾਰੀ ਕਿਸੇ ਨੂੰ ਨਹੀਂ ਪਛਾਣਦੀ, ਉਹ ਸਾਰੀਆਂ ਮੈਨੂੰ ਪਛਾਣ ਲੈਂਦੀਆਂ। ਉਹ ਮੈਂ ਹਾਲਾਂਕਿ ਇੰਨੀ ਮੋਟੀ, ਮੈਂ ਬੜੀ, ਆਈ ਵਾਸ ਓਨਲੀ 6-7 stones, ਉਹ ਜਦੋਂ ਦੀ ਮਤਲਬ ਮੈਂ ਗੱਲ ਕਰਦੀ, ਲੇਕਿਨ ਅਬ ਉਹ ਮੈਨੂੰ ਪਹਿਚਾਣ ਲੈਂਦੀਆਂ। ਬੜੀ ਅਜੀਬ ਗੱਲ है, वेरी स्ट्रेंज। एनीवे, इट्स ए गुड थिंग। सो क्या होगा जब आपको होली स्पिरिट मिलेगा, आपका जो होली स्पिरिट फिल्ड लोगों के साथ जड़ा हैगा एनकाउंटर होएगा, खुद ब खुद ਤੁਹਾਨੂੰ ਉੱਥੇ ਲੈ ਜਾਏਗਾ ਖੁਦਾਵੰਦ, ਟਾਈਮ ਨਹੀਂ ਜ਼ਾਇਆ ਕਰੇਗਾ। ਔਰ ਆਖਰੀ ਗੱਲ ਇਹ ਹੈਗੀ ਕਿ ਸਾਨੂੰ ਉਹ ਤੇਜ਼ ਕਰਦਾ ਹੈ। ਹੋਲੀ ਸਪਿਰਿਟ, ਆਪਾਂ ਜਦ ਟੰਗਸ ਬੋਲਦੇ ਆ, ਜਦੋਂ ਆਪਣਾ ਵਾਰਫੇਅਰ ਕਰਦੇ ਆ, ਜਦੋਂ ਲੜਦੇ, ਵਾਰਫੇਅਰ 3-4 ਵਾਰੀ ਹੈ ਵਰਡ ਮੇਰੇ ਖਿਆਲ ਬਾਈਬਲ 'ਚ, ਨਿਊ ਟੈਸਟਮੈਂਟ 'ਚ ਹੋਏਗਾ। ਵਾਰਫੇਅਰ ਕੌਣ ਕਰਦਾ ਹੈ? ਜਿਸਮਾਨੀ ਕੰਮਾਂ ਦੇ ਅਗੇਂਸਟ ਅਸੀਂ ਲੜਦੇ ਹਾਂ, ਇਹਨੂੰ ਕਹਿੰਦੇ ਨੇ ਆਤਮਿਕ ਜੰਗ। ਆਪਣੇ ਸਰੀਰਿਕ ਕਮਜ਼ੋਰੀਆਂ ਲਈ ਅਸੀਂ ਲੜਦੇ ਹਾਂ। ਅਗਰ ਕਿਸੇ ਨੂੰ ਬੁਰੀਆਂ ਭੈੜੀਆਂ ਫਿਲਮਾਂ ਦੇਖਣ ਦਾ ਬਹੁਤ ਹੀ ਜ਼ਿਆਦਾ ਚਸਕਾ ਪਿਆ ਹੈ ਔਰ ਨਹੀਂ ਛੱਡ ਸਕਦਾ, ਉਹ ਵਾਰਫੇਅਰ ਕਰੇ। ਅਗਰ ਕਿਸੇ ਨੂੰ ਚੋਰੀ ਕਰਨ ਦੀ ਠਰ ਲੱਗੀ ਹੈ ਤਾਂ ਉਹ ਕੀ ਕਰੇ, ਉਹਦੇ ਨਾਲ ਵਾਰਫੇਅਰ ਕਰੇ, ਕੰਪਰੋਮਾਈਜ਼ ਨਹੀਂ ਕਰੇ।
ਉਹ ਸਪਿਰਿਟ ਦੇ ਨਾਲ ਕੰਪਰੋਮਾਈਜ਼ ਨਾ ਕਰੇ ਬਲਕਿ ਲੜਾਈ ਕਰੇ, ਔਰ ਜਿਹੜਾ ਤੁਹਾਨੂੰ ਚਰਚ ਜਾਣ ਤੋਂ ਰੋਕਦਾ ਹੈ ਤੁਸੀਂ ਉਹਦੇ ਲਈ ਵਾਰਫੇयर करो। अब सोचते वॉरफेयर करना जी, लो जी गैर कौमों के लोग आ जाएं जी, वो भी बच जाएं, वो बुत परस्त हैं, उन्होंने हेल च जाना फलाना। हाउ डू यू नो दे गोना गो टू हेल? ਉਹ ਹੈਲ ਤੁਸੀਂ ਦੇਖਿਆ ਵਾ? ਹੈਲ ਦਾ ਜਿਹੜਾ ਕਨਸੈਪਟ ਹੈ ਉਹਨੂੰ ਜਰਾ ਦੇਖੋ ਸਹੀ, ਉਹ ਕਿੰਨੀ ਗੰਦੀ, ਕਿੰਨੀ ਭਿਆਨਕ। ਇਬੋਲਾ ਦਾ ਤੁਸੀਂ ਡਿਜ਼ੀਜ਼ ਸੁਣ ਕੇ ਉਹਦੀ ਇੰਟਰਨੈਟ ਤੇ ਫੋਟੋ ਦੇਖ ਲਓ, ਤੁਸੀਂ ਰੋਟੀ ਨਹੀਂ 10 ਦਿਨ ਖਾਓਗੇ। ਇੰਨਾ ਗੰਦੀ ਉਹ ਬਦਰੂ ਹੈ ਕਿ ਇੰਨੀ ਡਿਜ਼ੀਜ਼ ਗੰਦੀ ਹੈ ਕਿ ਤੁਹਾਡੇ ਉਂਗਲੀਆਂ ਪੈਰ ਗਲ ਜਾਂਦੇ ਨੇ, ਉਹ ਫੋੜੇ ਹੀ ਬੰਦ ਜਾਂਦੇ ਨੇ, ਖੁੱਲਦੀ ਜਾਂਦੀ ਹੈ ਸਕਿਨ, ਔਰ ਉਹਦਾ ਕੋਈ ਵੀ ਇਲਾਜ ਨਹੀਂ ਹੈ। ਹੈਲ, ਦੈਟਸ ਹੈਲ ਫॉर ਪੀਪਲ ਔਨ ਦਿਸ ਅਰਥ। ਤੋ ਅਸੀਂ ਜਦੋਂ ਬੋਝ ਰੱਖਦੇ ਹਾਂ ਦੂਸਰਿਆਂ ਵਾਸਤੇ ਤੇ ਫਿਰ ਅਸੀਂ ਕੀ ਕਰਦੇ, ਅਸੀਂ ਸਾਨੂੰ ਖੁਦਾਵੰਦ ਤੇਜ਼ ਕਰ ਦਿੰਦਾ ਹੈ, ਸ਼ਾਰਪਨ ਕਰ ਦਿੰਦਾ ਹੈ। ਫਿਰ ਇਹਦੇ ਵਾਸਤੇ ਤੁਸੀਂ ਦੇਖ ਸਕਦੇ ਹੋ, ਅਗਰ ਹਵਾਲਾ ਦੇਖਣਾ ਚਾਹੋ, ਕਿ ਐਕਸੋਡਸ ਖਰੂਜ ਦੀ ਕਿਤਾਬ ਉਹਦਾ 29 ਚੈਪਟਰ ਤੁਸੀਂ ਪੜ੍ਹ ਲੈਣਾ ਉਹਦੇ ਵਿੱਚ, ਕਿਉਂਕਿ ਉਹਦੇ 'ਚ ਲਿਖਿਆ ਕਿ ਲਹੂ ਦੀ ਕੁਰਬਾਨੀ ਦੇ ਨਾਲ ਕਿੱਦਾਂ ਜਦੋਂ ਸਫਰਜ਼ ਕੁਰਬਾਨੀਆਂ ਲੈ ਕੇ ਆਉਂਦੇ ਸੀ, ਲਹੂ ਦੇ ਨਾਲ ਕਿੱਦਾਂ ਉਹ ਬਦਰੂਆਂ ਨੂੰ ਰੋਕਦੇ ਸੀਗੇ, ਇਹ ਸਾਰਾ ਤੁਸੀਂ ਦੇਖ ਸਕਦੇ। ਇਸ ਲਈ ਖੁਦਾਵੰਦ ਜੀ ਨੇ ਵੀ ਕੈਨ ਗੋ ਔਨ ਬਟ ਆਮ ਗੋਇੰ ਟੂ ਫਿਨਿਸ਼ ਆਫ ਹੇਅਰ। ਖੁਦਾ ਹੁਣ ਜਿਹੜਾ ਹੈਗਾ ਸਾਨੂੰ ਸਾਡੇ ਡ੍ਰੀਮਸ, ਸਾਡੇ ਵਿਜ਼ਨਸ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰਦਾ ਹੈ। ਕੀ ਕਰਦਾ? ਜਦੋਂ ਅਸੀਂ ਖਾਬ ਦੇਖਦੇ ਹਾਂ, ਜਦੋਂ ਅਸੀਂ ਗਹਿਰੀ ਨੀਂਦ ਵਿੱਚ ਸੁੱਤੇ ਹੁੰਦੇ, ਕਈ ਵਾਰੀ ਅਸੀਂ 50-50 ਸੁੱਤੇ ਵੀ ਹੁੰਦੇ ਹਾਂ, ਜਾਗਦੇ ਵੀ ਹੁੰਦੇ ਹਾਂ। ਪਰਮੇਸ਼ਰ ਉਦੋਂ ਪਵਿੱਤਰ ਆਤਮਾ ਸ਼ਾਇਦ ਤੁਹਾਨੂੰ ਆਵਾਜ਼ ਦੇ ਨਾਲ ਗੱਲ ਕਰੇ, ਤੁਹਾਨੂੰ ਨਜ਼ਰ ਕੁਝ ਨਹੀਂ ਆਵੇ, ਠੀਕ ਹੈ, ਤੁਸੀਂ ਅੱਧੇ ਜਾਗਦੇ ਪਏ, ਅੱਧੇ ਸੁੱਤੇ ਪਏ ਆ, ਲੇਕਿਨ ਤੁਹਾਨੂੰ ਪਤਾ ਕਿ ਕੋਈ ਐਸੀ ਗੱਲ ਕਹਿ ਦੀ। ਕਿੰਨੇ ਜਣਿਆਂ ਨੂੰ ਯਾਦ ਹੈ ਕਿ ਬਹੁਤ ਕਲੀਅਰ ਆਵਾਜ਼ ਸੁਣੀ ਕਿ ਮੈਨੂੰ ਪਰਮੇਸ਼ਰ ਨੇ ਕਿਹਾ? ਕਹਿੰਦਾ ਹੋਇਆ ਐਨਕਾਊਂਟਰ। ਇਹ ਪਵਿੱਤਰ ਆਤਮਾ ਇਸ ਤਰੀਕੇ ਨਾਲ ਵੀ ਗੱਲ ਕਰਦਾ ਹੈ। ਤੁਸੀਂ ਕਈ ਵਾਰੀ ਅੱਧੇ ਸੁੱਤੇ ਹੁੰਦੇ, ਅੱਧੇ ਜਾਗਦੇ ਹੁੰਦੇ ਨਾ, ਸਿਰਫ ਤੁਹਾਨੂੰ ਆਵਾਜ਼ ਸੁਣਦੀ ਹੈ ਔਰ ਤੁਹਾਨੂੰ ਪਤਾ ਹੈ ਕਿ ਪਵਿੱਤਰ ਆਤਮਾ ਨੇ ਕਿਹਾ। ਕਈ ਵਾਰੀ ਤੁਹਾਨੂੰ ਹਵਾਲਾ ਦੇ ਦੇਣਗੇ, ਯੂਹੰਨਾ 17:100 ਪੜ੍ਹ ਲਓ ਤੁਸੀਂ, ਔਰ ਮੈਂ ਵੀ ਕਈ ਵਾਰੀ ਇਹਦਾ ਉੱਠ ਕੇ ਪੜ੍ਹਿਆ ਕਿ ਪ੍ਰਭੂ ਜੀ ਤੁਸੀਂ ਕੀ ਕਹਿ ਰਹੇ ਹੋ। ਸੋ ਇਹ ਪਵਿੱਤਰ ਆਤਮਾ ਵੀ ਇਸ ਤਰੀਕੇ ਦੇ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰਦਾ ਹੈ। ਸੋ ਹੋਰ ਕਿਸ ਤਰ੍ਹਾਂ ਤਰੀਕਾ ਕਹਿ ਸਕਦੇ ਹਾਂ ਕਿ ਉਹਦੀ ਆਵਾਜ਼ ਨੂੰ ਤੁਸੀਂ ਪਹਿਚਾਨਣਾ ਸ਼ੁਰੂ ਕਰ ਦਿੰਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਸ਼ੈਤਾਨ ਦੀ ਆਵਾਜ਼ ਹੈ, ਔਰ ਤੁਹਾਨੂੰ ਇਹ ਪਤਾ ਕਿ ਪਵਿੱਤਰ ਆਤਮਾ ਦੀ ਕਿਹੜੀ ਆਵਾਜ਼ ਹੈਗੀ ਹੈ। ਸੋ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਬਹੁਤ ਕਾਫੀ ਲੋਕਾਂ ਨਾਲ ਇਹਦਾ ਜਿਹੜਾ ਹੈਗਾ ਮਤਲਬ ਐਕਸਪੀਰੀਅੰਸ ਹੁੰਦਾ ਹੈ। ਹੁਣ ਜਿਹੜਾ ਹੈਗਾ ਕਈ ਵਾਰੀ ਖੁਦਾ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਦਾ ਹੈ, ਔਰ ਅਸੀਂ ਡਰਦੇ ਹਾਂ ਵੀ ਕਿਸੇ ਨੂੰ ਦੱਸਿਆ ਤਾਂ ਉਹਨਾਂ ਨੇ ਕਹਿਣਾ ਲੈ ਬਹੁਤ ਹੀ ਵੱਡੀ ਰੂਹਾਨੀ ਬਣੀ ਫਿਰਦੀ, ਇਹਨੂੰ ਐਵੇਂ ਹੀ ਦੱਸਿਆ ਰੱਬ ਨੇ, ਇਹਨੂੰ ਐਵੇਂ ਪ੍ਰਭੂ ਜੀ ਨੇ ਇਹ ਕਿਹਾ। ਐਂਡ ਇਟ ਹੈਪਨਸ ਟੂ ਮੀ। ਮੈਂ ਇਹਦੇ ਲਈ ਕਨਫੈਸ ਕਰਦੀ ਹਾਂ ਔਰ ਖੁਦਾ ਕੋ ਮਾਫੀ ਮੰਗਦੀ ਹਾਂ ਕਿ ਕਾਸ਼ ਕਿ ਮੈਂ ਆ ਕੇ ਸੱਚਮੁੱਚ ਸਾਰਿਆਂ ਨੂੰ ਦੱਸਦੀ। ਜਦੋਂ ਪ੍ਰਿੰਸੈਸ ਡਾਇਨਾ ਦੀ ਡੈਥ ਹੋਣੀ ਸੀਗੀ ਤਾਂ 1 ਮਹੀਨਾ ਪੂਰੇ ਸਾਡੇ ਘਰ ਦੇ ਵਿੱਚ ਐਸਾ ਮਾਹੌਲ ਸੀ। ਸਰਫਰਾਜ਼ ਮੇਰੇ ਨਾਲ ਗਵਾਹ ਨੇ ਔਰ ਇਹ ਦੱਸ ਸਕਦੇ ਨੇ ਕਿ ਉਸ ਵੇਲੇ ਸਰਫਰਾਜ਼ ਵਾਟ ਵਾਜ਼ ਆਈ ਗੋਇੰਗ ਥਰੂ, ਕਿ ਇਸ ਲੈਵਲ ਤੇ ਖੁਦਾ ਜੀ ਗੱਲਬਾਤ ਕਰ ਰਹੇ ਸੀ। ਔਰ ਮੈंने ਆਪਣੀ ਚਰਚ ਦੇ ਨਾਲ, ਸਾਰੀ ਸਾਡੇ ਗੋਰੇ ਹੁੰਦੇ ਸੀ ਚਰਚ, ਉਹਨਾਂ ਦੇ ਨਾਲ ਜਾ ਕੇ ਮੈਂ ਸ਼ੇਅਰ ਕੀਤਾ ਇਸ ਗੱਲ ਨੂੰ ਕਿ ਮੈਂ ਕਿਹਾ ਮੈਨੂੰ ਨਹੀਂ ਪਤਾ ਕਿ ਮੈਨੂੰ ਕਿਉਂ ਰੋਣਾ ਆਉਂਦਾ, ਪਰ ਮੈਨੂੰ ਇੰਨਾ ਪਤਾ ਕਿ ਸਮੁੰਦਰੋਂ ਪਾਰ ਇੱਕ ਬੁਰੀ ਖਬਰ ਆ ਰਹੀ ਹੈ, ਮੈਂ ਇੰਨਾ ਹੀ ਦੱਸ ਸਕਦੀ। ਫਿਰ ਇੱਕ ਹੋਰ ਸਿਸਟਰ ਨੇ ਖੜੇ ਹੋ ਕੇ ਕਿਹਾ, ਮੈਨੂੰ ਵੀ ਪਵਿੱਤਰ ਆਤਮਾ ਨੇ ਕਿਹਾ ਕਿ ਸਾਰੀ ਦੁਨੀਆ ਦੇ ਫੁੱਲ ਬਰਤਾਨੀਆ ਵਿੱਚ ਇਕੱਠੇ ਕੀਤੇ ਜਾਣਗੇ। ਸੋ ਇਹ ਦੋ ਜਦੋਂ ਗੱਲਾਂ ਹੋਈਆਂ, ਸਾਨੂੰ ਕੀ ਪਤਾ ਸੀਗਾ ਹੋਣਾ, ਔਰ ਸੱਚਮੁੱਚ ਵਿਦਿਨ ਆਈ ਥਿੰਕ 10-12 ਡੇਜ਼ ਸੇਮ ਚੀਜ਼ ਅਸੀਂ ਦੇਖੀ। ਬਕਿੰਗਹਾਮ ਪੈਲੇਸ ਦੇ ਬਾਹਰ ਫੁੱਲ ਹੀ ਫੁੱਲ ਪੂਰੀ ਦੁਨੀਆ ਤੋਂ ਆ ਗਏ ਸੀ, ਇੱਥੇ ਤੱਕ ਕਿ ਫੁੱਲ ਖਤਮ ਹੋ ਗਏ ਸੀ। ਸੋ ਜਦੋਂ ਖੁਦਾ ਸਾਨੂੰ ਇਹਦਾ ਇੰਟਰਨੈਸ਼ਨਲ ਲੈਵਲ ਤੇ ਗੱਲਾਂ ਦੱਸਦਾ ਹੈ, ਠੀਕ ਹੈ, ਆਪਾਂ ਅਮਲੀ ਤੌਰ ਦੇ ਉੱਤੇ ਅਸੀਂ ਫੈਮਿਲੀ ਦੇ ਵਿੱਚ ਇਹਨੂੰ ਪ੍ਰੈਕਟਿਸ ਕਰਨੀ ਹੈ। ਜਿਸ ਤਰ੍ਹਾਂ ਪਰਮਜੀਤ ਨੇ ਕਿਹਾ ਕਿ ਜਿਹੜੇ ਜੋੜੇ ਨੇ ਜਾਂ ਜਿਹੜੇ ਮਤਲਬ ਕਿ ਸ਼ਾਦੀशुदा ਨਹੀਂ ਨੇ, ਉਹ ਆਪਣੀ ਮਾਂ ਦੇ ਨਾਲ, ਆਪਣੇ ਬਾਪ ਦੇ ਨਾਲ, ਡੈਡੀ ਮੰਮੀ ਦੇ ਨਾਲ ਕਿਸ ਤਰ੍ਹਾਂ ਪਿਆਰ ਜਦੋਂ ਅਸੀਂ ਕਰਾਂਗੇ, ਇਹਦਾ ਮਤਲਬ ਖੁਦਾ ਵੱਲੋਂ ਹੈ। ਮੁਹੱਬਤ ਜਿਹੜੀ ਪਰਮੇਸ਼ਵਰ ਵੱਲੋਂ ਹੈ। ਇਸੇ ਤਰ੍ਹਾਂ ਹੈ ਨਾ, ਪਰਮੇਸ਼ਵਰ ਸਾਡਾ ਮੁਹੱਬਤ ਹੈ, ਪਿਆਰ ਹੈ, ਔਰ ਉਹ ਜਿਹੜਾ ਜਦੋਂ ਸਾਡੇ ਅੰਦਰ ਆਏਗਾ ਤੇ ਅਸੀਂ ਕਿਸ ਤਰ੍ਹਾਂ ਫੈਮਲੀਜ਼ ਇੱਕ ਸੋਚ ਤੇ ਇੱਕ ਦਿਲ ਹੋ ਕੇ ਮੁਹੱਬਤ ਕਰੇਗੀ, ਠੀਕ ਹੈ ਨਾ। ਔਰ ਤਾਂ ਹੀ ਅਸੀਂ ਪ੍ਰਚਾਰ ਕਰਨ ਦੇ ਇਸ ਲਾਇਕ ਹੋਵਾਂਗੇ। ਜੇ ਅਸੀਂ ਆਪਣੇ ਆਪ ਹੀ ਮਤਲਬ ਜੋੜਾ ਹੀ ਟੁੱਟਿਆ ਹੋਵੇ, ਉਹ ਪ੍ਰਚਾਰ ਕਿਸ ਤਰ੍ਹਾਂ ਕਰ ਸਕਦਾ, ਠੀਕ ਹੈ ਨਾ। ਤਾਂ ਅੱਜ ਅਸੀਂ ਇਹੀ ਮੈਂ ਤੇ ਸਮਝਿਆ ਕਿ ਇਹ ਸਿੱਖਿਆ ਪਰਮਜੀਤ ਕਿ ਅਸੀਂ ਜਦੋਂ ਪਿਆਰ ਕਰ ਰਹੇ ਹਾਂ, ਇੱਕ ਜੋੜਾ, ਇੱਕ ਮਤਲਬ ਪਾਸਟਰ ਔਰ ਉਹਦੀ ਵਾਈਫ, ਉਹ ਜਿਹੜੀ ਮੁਹੱਬਤ ਹੈ ਉਹ ਲੋਕੀ ਫਿਰ ਦੇਖਦੇ ਨੇ, ਚਰਚ ਵਾਲੇ ਫਿਰ ਉਹਨਾਂ ਦੇ ਉੱਤੇ ਉਹ ਪਿਆਰ, ਉਹਨਾਂ ਦੇ ਉੱਤੇ ਪਵਿੱਤਰ ਆਤਮਾ ਉਹੀ ਪਿਆਰ ਸਿੱਖਣ ਵਾਲਿਆਂ ਦੇ ਉੱਤੇ ਵੀ ਲੈ ਕੇ ਆਉਂਦਾ, ਔਰ ਚਰਚ ਜਿਹੜਾ ਪਰਮੇਸ਼ਵਰ ਦੇ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਭਰ ਜਾਂਦਾ। ਔਰ ਇਹ ਪਵਿੱਤਰ ਆਤਮਾ ਦਾ ਵਰਦਾਨ ਹੈ।
ਇਹ ਫਲ ਜਿਹੜੇ ਨੇ ਪਵਿੱਤਰ ਆਤਮਾ ਦੇ ਰਾਹੀਂ ਆਣਗੇ। ਥੈਂਕ ਯੂ। ਓਕੇ ਜਸਟ 5 ਮਿੰਟ ਪਾਸ ਜੀ ਲਵਾਂਗੇ ਅੱਜ ਥੋੜੇ ਜਿਹੇ ਡਿਫਰੈਂਟ ਤਰੀਕੇ ਦੇ ਨਾਲ ਆਪਾਂ ਸਮ ਅਪ ਕਰਾਂਗੇ ਕਿਉਂਕਿ ਆਫਰਿੰਗ ਵੀ ਹੋ ਚੁੱਕੀ ਹੈ। ਅਗਰ ਇਜਾਜ਼ਤ ਦਿਓ ਤੇ ਆਪਾਂ ਥੋੜਾ ਜਿਹਾ ਵਕਤ ਜਿਹੜਾ ਮੈਂ 5 ਮਿੰਟ ਚ ਮੈਂ ਚਾਹਾਂਗੀ ਕਿ ਪਵਿੱਤਰ ਆਤਮਾ ਸਾਡੇ ਵਿੱਚ ਨੇ, ਅਸੀਂ ਉਹਨਾਂ ਦਾ ਵੈਲਕਮ ਕੀਤਾ ਹੈ ਤੇ ਮੈਂ ਚਾਹਾਂਗੀ ਅਸੀਂ ਉਹਨਾਂ ਨੂੰ ਜਾਣੀਏ ਕਿ ਸੱਚਮੁੱਚ ਉਹ ਸਾਡੇ ਨਾਲ ਗੱਲ ਕਰਨ। ਸੋ ਬੱਚਿਆਂ ਨੂੰ ਅਗਰ ਪਲੀਜ਼ ਖਾਮੋਸ਼ ਕਰ ਦਿਓ 2 ਸੈਕਿੰਡ ਵਾਸਤੇ। ਮਦਰਸ ਇਫ ਯੂ ਟੇਕ ਦ ਚਿਲड्रन रियली सीरियसली मैं कह रही हूँ कि द होली स्पिरिट जो है वो यहाँ ਇੱਥੇ ਆ उन्होंने ना कि सिर्फ सानू छूना है बल्कि साडे अंदर जेड़ा खजाना या खूह आ अज ओदा मुंह खोल देना है। हालेलुया जीसस। सो वेरी क्वाइटली वेरी जेंटली आपां दुआ करनी। ये नहीं कि बहुत आपां गाइए तां बजाइए तां इंस्ट्रूमेंट होण तां पवित्र आत्मा जी आओगे, नहीं पवित्र आत्मा ऑलवेज आए हुए ने, ਉਹ ਆਲਵੇਜ਼ ਸਾਡੇ ਨਾਲ ਨੇ, ਉਹ ਆਲਵੇਜ਼ ਸਾਡੇ ਅੱਗੇ ਪਿੱਛੇ ਨੇ, ਉਹਨਾਂ ਦੀ ਅੱਖਾਂ ਸਾਨੂੰ ਦੇਖਦੀਆਂ ਨੇ। ਬੱਚੇ ਅਗਰ ਖਾਮੋਸ਼ ਸਾਰੇ ਜਣੇ ਚੁੱਪ ਕਰਕੇ ਪਲੀਜ਼ ਅਸੀਂ ਖੁਦਾ ਦਾ ਜੋ 3rd ਪਰਸਨ ਹੈ ਟ੍ਰਿਨਿਟੀ ਦਾ ਅਸੀਂ ਉਹਦੀਆਂ ਗੱਲਾਂ ਕੀਤੀਆਂ ਨੇ ਤੇ ਉਹਨੂੰ ਆਦਰ ਦੇਣਾ। ਪਲੀਜ਼ ਐਵਰੀਬਡੀ ਮਨਜੀਤ ਆ ਜਾਓ ਜ਼ਰਾ ਪਲੀਜ਼ ਬਾਅਦ ਚ ਗੱਲ ਕਰਿਓ ਕਿਉਂਕਿ ਇਹ ਬਹੁਤ ਹੀ ਕੀਮਤੀ ਵਕਤ ਹੈ। ਸਾਡਾ ਕੋਈ ਫਾਇਦਾ ਨਹੀਂ ਸਿੱਖਣ ਦਾ ਕਿ ਅਗਰ ਜੇ ਅਸੀਂ ਉਹਨੂੰ ਜਾਣਿਆ ਨਹੀਂ ਤਾਂ ਉਹਨੂੰ ਪਹਿਚਾਨਿਆ ਨਹੀਂ। ਓਕੇ ਕੁਆਇਟ ਪਲੀਜ਼। ਹਾਲੇਲੂਇਆ ਹਾਲੇਲੂਇਆ। थैंक यू पैरिस। खुदाओ हालेलुया खुदाओ तेरा शुक्र हो। पवित्र आत्मा तेरा पहरा है खुदाओ। जिस तरह खुदावंद तू हैकल दे उत्ते खुदावंद उस तंबू दे उत्ते प्यारे यीशु खुदावंद खैमे दे उत्ते खुदावंद तेरा बदल छाउंदा सी। खुदावंद ते लोकां नूं पता लगदा सी पूरी इस्राएल कौम नूं कि तेरी हजूरी है। प्यारे खुदावंद तेरी हजूरी इत्थे है। हालेलुया। पवित्र आत्मा अज तेरा पहरा इत्थे है वे तू मौजूद है। प्यार खुदा दिलां नूं तैयार कर खुदा। हालेलुया। रूह पाक की बारिश और अपने हाथों ਨੂੰ खोलो प्लीज घुट के ना बंद करो ऊपर चुको और सीधे रखो ताकि ऊपर आसमान तो सानू खुदा जी बारिश करे। योएल ने फरमाया प्यासो आके रूह को ले लो। यीशु ने फरमाया प्यासो आके रूह को ले लो। यीशु ने फरमाया रूह पाक की बारिश होगी। रूह पाक की बारिश होगी। योएल ने फरमाया प्यासो आके रूह को ले लो। यीशु ने फरमाया प्यासो आके रूह को ले लो। यीशु ने फरमाया रूह पाक उतरा। रूह पाक उतरा। रूह पाक उतरा। रूह पाक उतरा। रूह पाक की बारिश होगी। योएल ने फरमाया पराखी जारा बासी खाता ला रसो। ओ हो प्लीज अपने आप ਨੂੰ ਛੁਪਾਓ ਨਾ ਕਿਉਂਕਿ ਖੁਦਾਵੰਦ ਸਭ ਦੇਖਦਾ ਹੈ। ਆਪਣੀ ਅੱਖਾਂ ਨੂੰ ਤੁਸੀਂ ਬੰਦ ਰੱਖੋ ਔਰ ਆਪਣੇ ਹੱਥਾਂ ਨੂੰ ਉਠਾ ਕੇ ਰੱਖੋ। ਪਵਿੱਤਰ ਆਤਮਾ ਜੀ ਤੁਹਾਡਾ ਪਹਿਰਾ ਲੱਗ ਗਿਆ ਹੈ ਖੁਦਾਵੰਦ। ਲੇਰੇ ਬਾਸੀ ਖਾਤਾ ਲਾ ਰਸੋ। ਥੈਂਕ ਯੂ ਜੀਸਸ। ਕਈ ਵਾਰੀ ਤੁਸੀਂ ਹੀਟ ਮਹਿਸੂਸ ਕਰਦੇ ਹੋ, ਕਈ ਵਾਰੀ ਤੁਹਾਡਾ ਦਿਲ ਕਰਦਾ ਰੋਣ ਨੂੰ ਦਿਲ ਕਰਦਾ ਹੈ, ਕਈ ਵਾਰੀ ਦਿਲ ਕਰਦਾ ਕਿ ਤੁਸੀਂ ਗੀਤ ਗਾਓ। ਇਹ ਪਵਿੱਤਰ ਆਤਮਾ ਦੀ ਆਵਾਜ਼ ਹੈ। ਕਈ ਵਾਰੀ ਕੰਨਾਂ ਦੇ ਵਿੱਚ ਖੁਦਾਵੰਦ ਤੁਹਾਡੇ ਨਾਲ ਗੱਲ ਕਰਦਾ ਹੈ। ਸ਼ਾਇਦ ਤੁਹਾਨੂੰ ਕਿਸੇ ਦਾ ਚਿਹਰਾ ਦਿਖਾ ਰਿਹਾ ਹੈ, ਤੁਸੀਂ ਉਹਨੂੰ ਜਾ ਕੇ ਮਿਲੋ ਔਰ ਉਹਨੂੰ ਦੱਸੋ ਕਿ ਉਹ ਵੀ ਪਾ ਸਕਦੇ ਨੇ ਕਿਉਂਕਿ ਖੁਦਾ ਨੇ ਕਿਹਾ ਨਾ ਅਬ ਮਰਦ ਰਹਾ ਨਾ ਔਰਤ ਰਹੀ, ਸਾਰਿਆਂ ਨੂੰ ਬਰਾਬਰ ਦਾ ਖੁਦਾਵੰਦ ਜੀ ਨੇ ਗਿਫਟ ਦੇ ਦਿੱਤਾ। ਹਾਲੇਲੂਇਆ ਹਾਲੇਲੂਇਆ। ਪਵਿੱਤਰ ਆਤਮਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ। ਇੱਕ ਇੱਕ ਜਣੇ ਨੂੰ ਖੁਦਾਵੰਦ ਤੁਸੀਂ ਛੂਓ ਆਪਣੇ ਪਿਆਰੇ ਬੇਟੇ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਤੰਗਰਾ ਬਾਸ਼ੀ ਕੋਲ ਰਸੋ। ਥੈਂਕ ਯੂ ਜੀਸਸ। ਥੈਂਕ ਯੂ ਹੋਲੀ ਸਪਿਰਿਟ ਲਾਰਡ। ਔਰ ਜਿੰਨੇ ਵੀ बैठे ने सारा अपना मुंह खोल के दुआ करन। अगर खुदा तुहानू कोई वर्ड दे रहा है, तुहाडा गैर जुबान बोलने दिल करदा, तुसीं अपनी जगह ते खड़े हो सकते हो। इन द नेम ऑफ जीसस दुआ करन। रोबाशी खोलो रोसी खाता ला रसो शेंदेरे बेसी काला रसो। वॉरफेयर वॉरफेयर वॉरफेयर। अपने शरीर लड़ो अपने शरीर के सामने चीजें नहीं मारना। रोबा खोलो बाशी खाता ला रसो। पाजी तुसीं भी करो गैर जुबान। हालेलुया। इन द नेम ऑफ जीसस। यो खोलो बासी को तोला सो शकारा सो ले ले बेसी काला बासी को तोला बाशी ले ले बेसी खोलो बासी को ले ले पचाला सो शकी को बाशी खोलो बासी तरा बासी किलो सो ये ले बेसी को बाशी को तरा सो
bashi kotolo basi kitira basi daro basi ye kere besi koro bashi kalaraso la grubara bashi kiti kotolo so khatara bashi karaso le kere besi koro bashi oro basi lo kotolo bashi khatara basi karabasi le kere besi khatara bashi karaso basi la bara basi koro bashi kotolo ye besi koro basi karasara the koro bashi koro karasa you are the God we praise you, Jesus. We glorify you. We magnify you, Jesus. Hallelujah, my Lord Jesus. We glorify my Lord Jesus. We magnify you. Let your spirit come up. Let the spirit of God come up. Let the spirit of God hold us. Let the spirit of God hold us. In the name of Jesus. We praise you, Lord God. Today, my Lord God, Father God. Oh, Lord God. Oh, Lord God. In the name of Jesus. We break the power of bondage in the name of Jesus. Oh, Grazie.
Thank you.
हालेलुया माय फादर तेरा धन्यवाद हो मेरे परमेश्वर यीशु तेरा कुंदना हालेलुया बाबा बाबा बोला बाबा बोला बाबा बाबा यीशु मसीह को मती कला रे को बाबा थैंक यू लॉर्ड फादर तेरा धन्यवाद तेरा बाबा ओ पिता परमेश्वर अपने बच्चे मेरे नाम मेरे दिल दे जो आपने मुक्ति हमें तो आज यीशु ने मेरे खुदा लौटा मैं अपनी आत्मा खुदा लौटा आज तो बता दे कर समझ अल्लाह बच्चा से खुदा आज मांगने हमें नाम के लिए कि तुम कल मेरे खुदा आज मांगना शुरू होगा हालेलुया फादर तेरा धन्यवाद अगर कोई ऐसा भाई बहन है जब रूह ने नहीं सोया तो मेरे खुदा साडी यही मिन्नत है उस भरा दे दिल नू जो हान है मेरे खुदा दा यीशु के नाम पे है के लिए सतराज के लिए शुक्र करते हैं जो तेरे बच्चों को एक लेकर आए लोग जिन्होंने लिए मेरे खुदा आज सीख रहा लोग वो मेरे खुदा ने हो भी जा रहा खुदा बरकत दे मेरे खुदा तेरे हो भी जा रहा तो इस्तेमाल कर मेरे खुदा दिन पर इन्होंने लिए बहुत सी दोनों मेरे खुदा अपने कम्मा जो बहुत ही साथ इस्तेमाल कर मेरे खुदा थैंक यू लॉर्ड फादर तेरा शुक्र करते हैं everybody together say amen praise God may God bless you let's give Jesus a big hand